स्वागत जी तुहाडा सारिਆਂ ਦਾ फिर जस टीवी देखने वाले ਸਰੋਤਿਆਂ ਦਾ। ਅਸੀਂ ਅੱਜ स्पैशल प्रोग्राम लैके हाज़र होए हाँ पैलेटाइन गुरु घर विखे इलिनॉय दी धरती तो उस शख्स बारे जिन्हां बारे असीं कह लीए कि कर बुलंद अपने आप को इतना कि हर तकदीर से पहले खुदा पूछे कि बोल तेरी रजा क्या है। मेरे कहने तो भाव अज असीं सालाना बरसी पहली बरसी मना रहे हैं सरदार अमोलक सिंह जम्मू जी दी, जिन्हां ने बड़ी तकड़ी हक सच ਤੇ ਸਮਾਜ ਦੇ ਵਿੱਚ ਹਰ ਬੁਰਾਈ ਦਾ ਜਿਹੜਾ ਸਾਹਮਣਾ ਕਰਦੇ ਹੋਏ ਆਵਾਜ਼ ਚੁੱਕਣ ਦਾ ਜਿਹੜਾ ਟੀਚਾ ਲਿਆ ਸੀਗਾ ਉਹ ਪੂਰਾ ਕਰਦੇ ਹੋਏ ਪਿਛਲੇ ਸਾਲ 20 ਅਪ੍ਰੈਲ ਨੂੰ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਸੀਗੇ। ਦਰਸ਼ਕੋ, ਜ਼ਿੰਦਗੀ ਕਿੱਥੋਂ ਸ਼ੁਰੂ ਹੋਈ? ਹਰਿਆਣਾ ਦੇ ਸਿਰਸਾ ਡਿਸਟ੍ਰਿਕਟ ਤੋਂ ਉੱਠ ਕੇ ਫਿਰ ਪੰਜਾਬ ਯੂਨੀਵਰਸਿਟੀ, ਉਸ ਤੋਂ ਬਾਅਦ ਪੰਜਾਬੀ ਟ੍ਰਿਬਿਊਨ ਨਾਲ ਕੰਮ ਕੀਤਾ ਤੇ 1995 ਦੇ ਵਿੱਚ ਅਮਰੀਕਾ ਦੀ ਧਰਤੀ ਤੇ ਆਏ। ਸਨ 2000 ਦੇ ਕਰੀਬ ਪੰਜਾਬ ਟਾਈਮ ਸ਼ੁਰੂ ਕੀਤਾ, ਜਿਹੜਾ ਕਿ ਇੱਕ ਵੀਕਲੀ ਪੰਜਾਬੀ ਨਿਊਜ਼ਪੇਪਰ ਸੀਗਾ। ਔਕੜਾਂ ਦੇਖੀਆਂ, ਬਹੁਤ ਤਰ੍ਹਾਂ ਦੇ ਜਿਹੜੇ ਝੰਜਟ ਵੀ ਆਏ, ਤੂਫਾਨ ਵੀ ਆਏ, ਪਰ ਉਹ ਡਟੇ ਰਹੇ। ਅਖੀਰ ਜਿਹੜਾ ਸਰੀਰ ਪੰਜ ਭੌਤਿਕ ਸਰੀਰ ਹੈ ਜਿਹੜਾ ਉਹ ਕਈ ਵਾਰ ਇੰਨਾ ਜਿੰਨੀ ਲਿਮਿਟ ਪਰਮਾਤਮਾ ਨੇ ਲਿਖੀ ਹੈ ਉਨੀ ਹੁੰਦੀ ਆ, ਉਨੇ ਸਵਾਸ ਹੀ ਲਿਖੇ ਹੁੰਦੇ ਜਿੰਨੇ ਆਪਾਂ ਉੱਪਰੋਂ ਲਿਖਵਾ ਕੇ ਆਏ ਆ। 20 ਅਪ੍ਰੈਲ ਸਨ 2021 ਨੂੰ ਆਪਣਾ ਸਦੀਵੀ ਵਿਛੋੜਾ ਦੇ ਗਏ। ਅੱਜ ਉਹਨਾਂ ਦੀ ਪਹਿਲੀ ਬਰਸੀ ਪੈਲਾਟਾਈਨ ਗੁਰਦੁਆਰਾ ਸਾਹਿਬ ਇਲਿਨॉय ਵਿਖੇ ਮਨਾ ਰਹੇ ਆ। ਮੇਰੇ ਨਾਲ ਉਹਨਾਂ ਦੀ ਜ਼ਿੰਦਗੀ ਤੇ ਝਾਤ ਪਾਉਣ ਨੂੰ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਜੀਵਨ ਸਾਥੀ ਜਿਹੜੇ ਆ ਜਸਪ੍ਰੀਤ ਕੌਰ ਆਂਟੀ ਜੀ ਸਾਡੇ ਨਾਲ ਮੌਜੂਦ ਨੇ, ਮਨਦੀਪ ਸਿੰਘ ਉਹਨਾਂ ਦੇ ਫਰਜ਼ੰਦ ਨੇ, ਉਹਨਾਂ ਦੇ ਬੇਟੇ, ਉਹਨਾਂ ਦੇ ਭਾਈ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੰਮੂ ਵੀ ਸਾਡੇ ਨਾਲ ਜੁੜੇ ਹੋਏ ਹੈ, ਔਰ ਉਹਨਾਂ ਦੇ ਜਿਹੜੇ ਦਿਨ ਰਾਤ ਦੇ ਸਾਥੀ ਦਰਸ਼ਕੋ, ਉਹਨਾਂ ਦੇ ਅਪ ਐਂਡ ਡਾਊਨ ਲਾਈਫ ਦੇ ਵਿੱਚ ਪੰਜਾਬ ਟਾਈਮ ਕਿੱਥੋਂ ਸ਼ੁਰੂ ਹੋਇਆ, ਉਹ ਖਿਆਲ ਕਿੱਦਾਂ ਆਏ, ਉਹ ਕਿੱਦਾਂ ਅੱਗੇ ਗਾਂਹ ਵੱਧਦਾ ਗਿਆ, ਉਹਨਾਂ ਦੇ ਸਾਰੇ ਸਾਥੀ ਸਾਡੇ ਨਾਲ ਜੁੜੇ। ਖਾਸ ਕਰਕੇ ਮੈਂ ਗੱਲ ਕਰਾਂ ਤਾਂ ਮੇਰੇ ਲੈਫਟ ਤੇ ਬੈਠੇ ਹੋਏ ਨੇ ਸਰਦਾਰ ਡਾਕਟਰ ਰਿਸ਼ਪਾਲ ਸਿੰਘ ਬਾਜਵਾ, ਤੇ ਮੇਰੇ ਨਾਲ ਪੈਨਲ ਜੁੜ ਚੁੱਕਾ ਹੈ। ਮੈਂ ਸਾਰਿਆਂ ਨੂੰ ਇੰਟਰੋਡਿਊਸ ਕਰਾਉਂਗਾ ਤੇ ਉਹਨਾਂ ਨਾਲ ਗੱਲਾਂ ਕਰਾਂਗੇ ਕਿ ਕਿੱਥੋਂ ਝਾਤ ਜ਼ਰੂਰ ਮਾਰਾਂਗੇ, ਕਿੱਦਾਂ ਤੁਰਦਾ ਹੋਇਆ ਪੰਜਾਬ ਟਾਈਮ ਅੱਜ ਵੀ ਆਪਦੀਆਂ ਉੱਗੀਆਂ ਪੈੜਾਂ ਛੱਡ ਰਿਹਾ ਔਰ ਚਾਨਣ ਮੁਨਾਰਾ ਬਣ ਕੇ ਆਪ ਦੇ ਪ੍ਰਕਾਸ਼ ਫੈਲਾ ਰਿਹਾ। ਤੇ ਆਉਣ ਵਾਲੇ ਟਾਈਮ 'ਚ ਕੀ ਪ੍ਰੋਜੈਕਟਸ ਹੋਣਗੇ, ਕੀ ਅਸੀਂ ਸਰਦਾਰ ਅਮੋਲਕ ਸਿੰਘ ਜੰਮੂ ਜੀ ਦੀ ਜਿਹੜੀ ਵਿਰਾਸਤ ਆਪਾਂ ਅੱਗੇ ਕਿੱਦਾਂ ਲੈ ਕੇ ਜਾਣੀ ਹੈ, ਔਰ ਔਕੜਾਂ ਫਿਰ ਵੀ ਆਉਣੀਆਂ ਕਿਉਂਕਿ ਚੱਲਦੀ ਜ਼ਿੰਦਗੀ ਦੇ ਵਿੱਚ ਔਕੜਾਂ ਖਤਮ ਨਹੀਂ ਹੁੰਦੀਆਂ, ਤੇ ਉਹ ਔਕੜਾਂ ਦਾ ਸਾਹਮਣਾ ਕਿੱਦਾਂ ਕਰਨਾ। ਪਹਿਲੀ ਬਰਸੀ ਤੇ ਪਹਿਲਾਂ ਤਾਂ ਪੈਨਲ ਦਾ ਸਵਾਗਤ ਕਰਾਂਗੇ। ਸਭ ਤੋਂ ਪਹਿਲਾਂ ਪਹਿਲੀ ਬਰਸੀ ਹੈ, ਅਖੰਡ ਪਾਠ ਸਾਹਿਬ ਦੇ ਭੋਗ ਹੋ ਰਹੇ ਨੇ, ਕੀਰਤਨ ਚੱਲ ਰਿਹਾ, ਸੰਗਤਾਂ ਹੁਮ ਕੇ ਦੂਰੋਂ ਮੈਂ ਦੇਖਿਆ, ਜਿੱਦਾਂ ਮੈਂ ਕੈਲੀਫੋਰਨੀਆ ਤੋਂ ਆਇਆ ਉੱਦਾਂ ਹੀ ਵਰਜੀਨੀਆ ਤੇ ਹੋਰ ਸਟੇਟਾਂ ਤੋਂ ਲੋਕ ਵੀ ਆਏ ਹੋਏ ਆ ਮੇਰੇ ਕੋਲ। ਮੈਂ ਦੇਖਿਆ ਕਿ ਓਹਾਇਓ ਕਲੀਵਲੈਂਡ ਦੇ ਕੋਲੋਂ ਵੀ, ਸਪਰਿੰਗਫੀਲਡ ਤੋਂ ਵੀ ਮਹਿਮਾਨ ਆਏ ਹੋਏ ਨੇ। ਪਹਿਲਾਂ ਜੀਵਨ ਸਾਥੀ ਸਰਦਾਰ ਅਮੋਲਕ ਸਿੰਘ ਜੰਮੂ ਆਂਟੀ ਜਸਪ੍ਰੀਤ ਕੌਰ, ਸਵਾਗਤ ਜੀ, ਤੁਸੀਂ ਟਾਈਮ ਕੱਢਿਆ ਅੱਜ ਇੰਨੇ ਰੁਝੇਵਿਆਂ ਚੋਂ। ਉਹਨਾਂ ਦੇ ਫਰਜ਼ੰਦ ਮਨਦੀਪ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਭਾਈ ਸਾਹਿਬ ਬਲਵਿੰਦਰ ਸਿੰਘ ਜੰਮੂ ਜੀ, ਤੁਹਾਡਾ ਸਵਾਗਤ ਹੈ। ਡਾਕਟਰ ਰਿਸ਼ਪਾਲ ਸਿੰਘ ਬਾਜਵਾ, ਤੁਹਾਡਾ ਸਵਾਗਤ ਹੈ ਜੀ। ਅੱਗੇ ਆਉਂਦੇ ਆ ਪੈਨਲ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਭੁਪਿੰਦਰ ਸਿੰਘ ਹੁੰਦਲ ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ। ਡਾਕਟਰ ਹਰਗੁਰਮੁਖਪਾਲ ਸਿੰਘ, ਜਿਹੜੇ ਕਿ ਇੱਥੇ ਬੜੀ ਸੇਵਾ ਕਰਦੇ ਗੁਰੂ ਘਰ ਦੇ ਵਿੱਚ ਹਰ ਤਰ੍ਹਾਂ ਦੀ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸਰਦਾਰ ਲਾਲ ਸਿੰਘ ਜੀ, ਜਿਹੜੇ ਕਿ ਪਗੜੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਪੰਜਾਬ ਐਗਰੀਕਲਚਰ ਰਿਜੂਵੀਨੇਸ਼ਨ ਇਨੀਸ਼ੀਏਟਿਵ ਆਰਗੇਨਾਈਜੇਸ਼ਨ ਚਲਾ ਰਹੇ ਨੇ, ਬਹੁਤ ਚੰਗਾ ਕੰਮ ਕਰ ਰਹੇ ਨੇ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸਰਦਾਰ ਗੁਰਚਰਨ ਸਿੰਘ ਚੱਜ, ਜਿਹੜੇ ਕਿ ਇੱਥੇ ਬੈਠੇ ਹੈ। ਬੜੂ ਸਾਹਿਬ ਦਾ ਜਦੋਂ ਪ੍ਰੋਗਰਾਮ ਅਸੀਂ ਪਿਛਲੀ ਵਾਰ ਵੀ ਕੀਤਾ ਜਾਂ ਪਿਛਲੇ ਕਈ ਸਾਲਾਂ ਤੋਂ ਕਰ ਰਹੇ, ਜਿਹੜੀ ਸ਼ਿਕਾਗੋ ਦੇ ਵਿੱਚੋਂ ਮੋੜ ਚੱਕ ਰਹੇ ਨੇ ਉਸ ਆਰਗੇਨਾਈਜੇਸ਼ਨ ਵਾਸਤੇ, ਉਹਨੇ ਸਰਦਾਰ ਗੁਰਚਰਨ ਸਿੰਘ ਚੱਜ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜੀ। ਤੇ ਉਸ ਤੋਂ ਬਾਅਦ ਸਰਦਾਰ ਗੁਰਸਿੰਘ ਸਾਡੇ ਨਾਲ ਜੁੜ ਗਏ ਨੇ, ਜਿਹੜੇ ਕਿ ਸਰਦਾਰ ਅਮੋਲਕ ਸਿੰਘ ਜੀ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਸੀ, ਹਰ ਉਚਾਣ ਨਿਵਾਣ ਦਾ ਉਹਨਾਂ ਨੂੰ ਪਤਾ ਹੈਗਾ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੇ ਪਿਛਲੇ ਪਾਸੇ ਸਾਡੇ ਨਾਲ ਡਾਕਟਰ ਪ੍ਰਦੀਪ ਸਿੰਘ ਗਿੱਲ ਤੇ ਉਸ ਤੋਂ ਬਾਅਦ ਗੁਰਮੇਲ ਸਿੰਘ ਕੰਗ ਵੀ ਸਾਡੇ ਨਾਲ ਬੈਠੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ। ਸ਼ੁਰੂ ਕਰਾਂਗੇ ਆਂਟੀ ਜੀ, ਪਹਿਲੀ ਬਰਸੀ ਮਨਾ ਰਹੇ ਆ। ਪਰਿਵਾਰ ਦਾ ਦੁੱਖ ਹੁੰਦਾ ਹੈ, ਜਿਹੜੇ ਨਾਲ ਜੁੜੇ ਆ ਉਹਨਾਂ ਨੂੰ ਵੀ ਉਨਾ ਹੀ ਦੁੱਖ ਹੁੰਦਾ ਹੈ, ਪਰ ਜੋ ਬੀਤਦੀ ਹੈ ਪਰਿਵਾਰ ਤੇ ਉਹ ਪਰਿਵਾਰ ਜਾਣਦਾ। ਖਾਸ ਕਰਕੇ ਜੇ ਗੱਲ ਕਰੀਏ ਜੀਵਨ ਸਾਥੀ ਦੀ, ਇਸ ਟਾਈਮ 1 ਸਾਲ ਹੋ ਗਿਆ ਉਹਨਾਂ ਨੂੰ ਸਦੀਵੀ ਵਿਛੋੜਾ ਦਿੱਤੇ ਹੋਏ ਨੂੰ। ਸਾਲ ਤੋਂ ਬਾਅਦ ਕਰੋਨਾ ਮਹਾਮਾਰੀ ਵੀ ਆਈ। ਅੱਜ ਮੈਂ ਦੇਖ ਰਿਹਾ ਤੁਸੀਂ ਫੇਰ ਮਨਦੀਪ ਨੂੰ ਵੀ ਮੈਂ ਪੁੱਛੂੰਗਾ, ਭਾਈ ਸਾਹਿਬ ਨੂੰ ਵੀ, ਪੰਜਾਬ ਟਾਈਮ ਅੱਜ ਫੇਰ ਬੁਲੰਦੀਆਂ ਤੇ ਹੈ, ਫੇਰ ਚਾਲੂ ਕਰ ਦਿੱਤਾ ਹੈ। ਗੱਲ ਕਾਰੋਬਾਰ ਦੀ ਨਹੀਂ ਹੁੰਦੀ, ਗੱਲ ਹੁੰਦੀ ਹੈ ਕਿ ਇੱਕ ਚਾਨਣ ਮੁਨਾਰਾ ਬਣਾ ਕੇ ਪੰਜਾਬ ਟਾਈਮ ਉਹ ਗਏ ਸੀਗੇ, 1 ਸਾਲ ਦੀ ਬਰਸੀ ਮਨਾ ਰਹੇ ਆ। ਉਹ ਸਾਲ ਕਿੱਦਾਂ ਦਾ ਗੁਜ਼ਰਿਆ ਤੇ ਉਸ ਤੋਂ ਬਾਅਦ ਰੀਸਟਾਰਟ ਕਰਨ ਨੂੰ ਤੁਹਾਨੂੰ ਕਿੰਨਾ ਕੁ ਟਾਈਮ ਲੱਗਿਆ ਜੀ? ਦਿਮਾਗੀ ਤੌਰ ਤੇ ਤੁਸੀਂ ਕਿੱਦਾਂ ਖੜੇ ਹੋ? ਸਾਰੇ ਭਾਈਚਾਰੇ ਦੇ ਮੈਂ ਧੰਨਵਾਦੀ ਹਾਂ।
ਸਾਰੇ ਭਾਈਚਾਰੇ ਦੀ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਤੇ ਇਹਨਾਂ ਦੀ ਬਦੌਲਤ ਹੀ ਮਤਲਬ ਪੇਪਰ ਚੱਲ ਰਿਹਾ। ਬੂਟਾ ਤੇ ਉਹਨਾਂ ਨੇ ਲਾਇਆ ਸੀ, ਪਾਲਿਆ ਇਹਨਾਂ ਸਭ ਨੇ। ਜੀ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਮੈਂ ਸਭ ਦੀ ਦਿਲੋਂ ਸ਼ੁਕਰਗੁਜ਼ਾਰ ਹਾਂ, ਦਿਲੋਂ ਧੰਨਵਾਦ। ਦਰਸ਼ਕੋ, ਆਪਾਂ ਸਮਝ ਸਕਦੇ ਹਾਂ ਕਿ ਜੀਵਨ ਸਾਥੀ ਦਾ ਚਲੇ ਜਾਣਾ, ਚਾਹੇ ਉਮਰ ਕਿੰਨੀ ਵੀ ਹੋਵੇ, ਹੱਲੇ ਉਮਰ ਜ਼ਿਆਦਾ ਨਹੀਂ ਸੀਗੀ, ਆਪਾਂ ਸਮਝ ਸਕਦੇ ਹਾਂ ਉਹਨਾਂ ਚੀਜ਼ਾਂ ਨੂੰ। ਆਵਾਜ਼ ਤੋਂ ਪਤਾ ਲੱਗਦਾ ਕਿ ਦੁੱਖ ਹੱਲੇ ਵੀ ਹੈ, ਪਰ ਜਿਹੜੇ ਹੌਸਲੇ ਬੁਲੰਦ ਨੇ। ਅਖਬਾਰ ਦੁਆਰਾ ਸ਼ੁਰੂ ਹੋ ਗਿਆ ਆ, ਗੁਰੂ ਘਰ ਦੇ ਵਿੱਚ ਵੀ ਸੇਵਾ ਚੱਲ ਰਹੀ ਹੈ। ਆਪਾਂ ਵੀ ਆਪਣੇ ਮੈਂਬਰ ਜਦੋਂ ਵਿਛੜਦੇ ਆ ਪਰਿਵਾਰ ਦੇ, ਆਪਾਂ ਨੂੰ ਵੀ ਪਤਾ ਹੁੰਦਾ ਸਾਲ ਤੱਕ ਕੁਝ ਵੀ ਭੁੱਲਦਾ ਨਹੀਂ ਹੈ, ਖਾਸ ਕਰਕੇ ਜੀਵਨ ਸਾਥੀ ਨੂੰ। ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੇਟੇ ਮਨਦੀਪ ਸਿੰਘ ਸਾਡੇ ਨਾਲ ਬੈਠੇ। ਮਨਦੀਪ ਸਿੰਘ ਜੀ, ਤੁਸੀਂ ਹੁਣ ਦੱਸੋ ਕਿੱਦਾਂ ਦਾ ਇੱਕ ਸਾਲ ਰਿਹਾ, ਕਿੱਦਾਂ ਦੇ ਉਸ ਤੋਂ ਬਾਅਦ ਕੀ ਫੀਲਿੰਗਸ ਆਈਆਂ ਹੁਣ ਤੋਂ ਜਦੋਂ ਤੁਸੀਂ ਦੁਬਾਰਾ ਪੰਜਾਬ ਟਾਈਮ ਸ਼ੁਰੂ ਕਰ ਰਹੇ ਹੋ? ਔਕੜਾਂ ਵੀ ਆਈਆਂ ਹੋਣੀਆਂ, ਸਾਥ ਵੀ ਸਾਰੇ ਸੱਜਣਾਂ ਦਾ ਮਿਲਿਆ ਹੋਊਗਾ, ਕਿੱਦਾਂ ਦਾ ਲੱਗ ਰਿਹਾ? Hi, just like my mom, I would like to thank the Punjabi community. I think the Punjab Times, even though my dad ran it, it's really the community that supported it and they enabled it. And that's where my dad got the strength to continue, even though his physical health was in decline. And I think that support has continued, and over the last year, we've seen that support even grow. And now we're starting to, as the coronavirus declines, we are starting to plan to re-enable and get back to where we were a couple of years ago with the newspaper, and hopefully we can continue this for decades in my dad's name. And I'd like to thank Just TV for being here on this anniversary. ਮਨਦੀਪ, ਤੁਸੀਂ ਵਿਸਤਾਰ ਨਾਲ ਗੱਲ ਦੱਸੀ ਕਿ ਕਮਿਊਨਿਟੀ ਦਾ ਸਾਥ ਹੈ, ਉਹ ਅੱਜ ਵੀ ਹੈ ਸਾਰਿਆਂ ਨਾਲ। ਇੰਨੇ ਪਤਵੰਤੇ ਸੱਜਣ ਹੈ, ਜਸਟ ਟੀਵੀ ਤੁਹਾਡੇ ਨਾਲ ਖੜਾ ਹੈ ਦਿਨ ਰਾਤ, ਜਿੱਥੇ ਵੀ ਲੋੜ ਹੋਊਗੀ। ਮੈਂ ਉਹਨਾਂ ਦਾ ਗੱਲ ਕਰਨਾ, ਉਹਨਾਂ ਦੇ ਭਾਈ ਸਾਹਿਬ ਹੈ ਇੱਥੇ ਨੇ, ਬਲਵਿੰਦਰ ਸਿੰਘ ਜੰਮੂ ਸਾਹਿਬ। ਸਰ, ਤੁਸੀਂ ਵੀ ਮੀਡੀਆ ਨਾਲ ਜੁੜੇ ਹੋਏ, ਮੈਨੂੰ ਪਤਾ ਆ ਇੱਕ ਭਰਾ ਦਾ ਚਲੇ ਜਾਣਾ ਕੋਈ ਥੋੜੀ ਜੀ ਗੱਲ ਨਹੀਂ ਹੁੰਦੀ, ਖਾਸ ਕਰਕੇ ਜਦੋਂ ਇੰਨਾ ਕਮਿਊਨਿਟੀ ਜਾਣੀ ਪਛਾਣੀ ਸ਼ਖਸੀਅਤ ਹੋਵੇ, ਨਾ ਵੀ ਹੋਵੇ, ਤੇ ਇੱਕ ਭਰਾ ਦਾ ਚਲੇ ਜਾਣਾ। ਹੁਣ ਤੁਸੀਂ ਇੱਥੇ ਮੌਜੂਦ ਹੋ, ਸਾਲਾਨਾ ਬਰਸੀ ਮਨਾ ਰਹੇ ਹੋ, ਦੁੱਖ ਵੀ ਹੈ ਅੰਦਰੋਂ, ਤੇ ਉਸ ਤੋਂ ਬਾਅਦ ਤੁਸੀਂ ਹੌਸਲੇ ਨਾਲ ਖੜੇ ਵੀ ਹੋ। ਨਿਊਜ਼ਪੇਪਰ ਵੀ ਦੁਆਰਾ ਆ ਗਿਆ ਆ, ਅੱਗੇ ਕੀ ਬੁਲੰਦੀਆਂ ਦੇਖ ਰਹੇ ਹੋ? ਉਹਨਾਂ ਦਾ ਜਿਹੜੀ ਵਿਰਾਸਤ ਹੈ ਕਿੱਦਾਂ ਅੱਗੇ ਲੈ ਕੇ ਜਾਣੀ? ਜਸਟ ਟੀਵੀ ਦਾ ਧੰਨਵਾਦ ਕਰਦੇ ਹਾਂ। ਮੇਰੇ ਵੱਡੇ ਭਰਾ ਸਰਦਾਰ ਅਮੋਲਕ ਸਿੰਘ ਦਾ ਮੈਂ ਛੋਟਾ ਭਰਾ ਹਾਂ। ਮੈਨੂੰ ਮਾਣ ਹੈ ਕਿ ਮੈਂ ਸਰਦਾਰ ਅਮੋਲਕ ਸਿੰਘ ਦਾ ਛੋਟਾ ਭਰਾ ਹਾਂ। ਪੰਜਾਬੀ ਟ੍ਰਿਬਿਊਨ ਦੇ ਵਿੱਚ ਮੇਰੇ ਵੱਡੇ ਭਰਾ ਸਰਦਾਰ ਅਮੋਲਕ ਸਿੰਘ ਨੇ ਲੰਮਾ ਸਮਾਂ ਕੰਮ ਕੀਤਾ। ਫਿਰ ਉਹ ਸ਼ਿਕਾਗੋ ਆਏ। ਇੰਡੀਆ ਟ੍ਰਿਬਿਊਨ ਤੋਂ ਬਾਅਦ ਉਹਨਾਂ ਨੇ ਜੋ ਇਹ ਬੂਟਾ ਲਾਇਆ ਪੰਜਾਬ ਟਾਈਮਸ ਵਿੱਚ, ਜਿਵੇਂ ਸਾਡੀ ਭਾਬੀ ਜੀ ਨੇ ਦੱਸਿਆ, ਕਿ ਲੋਕਾਂ ਦੇ ਸਹਿਯੋਗ ਦੇ ਨਾਲ, ਪਾਠਕਾਂ ਦੇ ਸਹਿਯੋਗ ਦੇ ਨਾਲ, ਸਹਿਯੋਗੀਆਂ ਦੇ ਸਹਿਯੋਗ ਦੇ ਨਾਲ, ਸ਼ੁਭ ਚਿੰਤਕਾਂ ਦੇ ਸਹਿਯੋਗ ਦੇ ਨਾਲ ਇਹ ਬੂਟਾ ਪਲਿਆ ਹੈ, ਪਲ ਰਿਹਾ ਹੈ। ਮੇਰੇ ਭਤੀਜੇ ਮਨਦੀਪ ਸਿੰਘ ਜੰਮੂ ਨੇ ਵੀ ਕਮਿਊਨਿਟੀ ਦੀ ਗੱਲ ਕੀਤੀ ਹੈ। ਪੰਜਾਬ ਟਾਈਮਸ ਪਿਛਲੇ ਸਮੇਂ ਜੋ ਕਰੋਨਾ ਟਾਈਮ ਸੀਗਾ, ਸਭ ਮੀਡੀਆ ਦੇ ਵਾਸਤੇ ਹੀ, ਖਾਸ ਕਰਕੇ ਪ੍ਰਿੰਟ ਮੀਡੀਆ ਲਈ ਬੜਾ ਔਖਾ ਸਮਾਂ ਸੀਗਾ। ਹੁਣ ਮੁੜ ਤੋਂ ਪ੍ਰਿੰਟ ਮੀਡੀਆ ਖੜਾ ਹੋ ਰਿਹਾ ਹੈ। ਪੰਜਾਬ ਟਾਈਮਸ ਵੀ ਉਸੇ ਹੀ ਸੰਘਰਸ਼ ਵਿੱਚੋਂ ਲੰਘ ਰਿਹਾ ਹੈ ਜਿਸ ਤਰ੍ਹਾਂ ਬਾਕੀ ਪ੍ਰਿੰਟ ਮੀਡੀਆ ਚੱਲ ਰਿਹਾ ਹੈ। ਇੱਕ ਪੱਤਰਕਾਰ ਹੋਣ ਦੇ ਨਾਤੇ ਮੇਰਾ ਇਸ ਪੰਜਾਬ ਟਾਈਮਸ ਦੇ ਨਾਲ, ਕਿਉਂਕਿ ਮੇਰੇ ਵੱਡੇ ਭਰਾ ਦਾ, ਉਹਨਾਂ ਦਾ ਇਹ ਜੋ ਇੱਥੇ ਆ ਕੇ ਉਹਨਾਂ ਨੇ ਪੰਜਾਬ ਟਾਈਮਸ ਜਿਸ ਤਰ੍ਹਾਂ ਸਥਾਪਿਤ ਕੀਤਾ ਹੈ, ਜੋ ਵੀ ਸਹਿਯੋਗ ਹੁੰਦਾ ਹੈ ਮੈਂ ਉਹਨਾਂ ਦੇ ਨਾਲ ਹਾਂ। ਔਰ ਪੰਜਾਬ ਟਾਈਮਸ ਦੇ ਲਈ ਹਰ ਤਰ੍ਹਾਂ ਦੇ ਜਿੱਥੇ ਵੀ ਕੋਈ ਰਾਵਾਂ ਬਣਦੀਆਂ ਨੇ, ਮੈਂ ਆਪਣੀ ਭਾਬੀ ਜੀ ਨੂੰ ਔਰ ਭਤੀਜੇ ਮਨਦੀਪ ਸਿੰਘ ਨੂੰ, ਉਹਨਾਂ ਦੇ ਹਰ ਇਸ ਮਸ਼ਵਰੇ ਦੇ ਵਿੱਚ ਪੱਤਰਕਾਰਿਤਾ ਦਾ ਜੋ ਅਸੂਲ ਸਾਡੇ ਸਰਦਾਰ ਮੌਲਕ ਸਿੰਘ ਜੀ ਨੇ ਸਥਾਪਿਤ ਕੀਤਾ ਸੀ, ਉਹਨਾਂ ਅਸੂਲਾਂ ਦੇ ਉੱਤੇ ਹੀ ਚੱਲਣ ਦੀ ਜੋ ਪਹਿਰੇਦਾਰੀ ਹੈ ਉਹ ਬਰਕਰਾਰ ਰੱਖੀ ਜਾਏਗੀ। बहुत बहुत शुक्रिया जी सरदार बलविंदर सिंह जी। मैं माइक देना चाहूँगा डॉक्टर अपने भुपिंदर हुंदल साहब जी ਨੂੰ, ਜਿਹੜੇ ਕਿ ਫਰੈਂਡਸ ਆਫ ਪੰਜਾਬ ਆਰਗੇਨਾਈਜੇਸ਼ਨ ਵੀ ਚਲਾ ਰਹੇ। ਦਰਸ਼ਕੋ, ਉਸ ਆਰਗੇਨਾਈਜੇਸ਼ਨ ਬਾਰੇ
ਮੇਰਾ ਪਿੰਡ ਤੇ ਹੋਰ ਕਈ ਜਿਹੜੇ ਪ੍ਰੋਜੈਕਟ ਨੇ ਉਸ ਆਰਗੇਨਾਈਜੇਸ਼ਨ ਦੇ ਅੰਦਰ, ਉਹ ਬਾਰੇ ਆਪਾਂ ਗੱਲਬਾਤ ਚ ਇਹਨਾਂ ਨਾਲ ਜ਼ਰੂਰ ਕਰਾਂਗੇ। ਪਹਿਲਾਂ ਆਪਾਂ ਝਾਤ ਮਾਰਦੇ ਇਹਨਾਂ ਦਾ ਜਿਹੜਾ ਬੜਾ ਲੰਮਾ ਟਾਈਮ ਇਹਨਾਂ ਨੇ ਸਰਦਾਰ ਅਮੋਲਕ ਸਿੰਘ ਜੰਮੂ ਨਾਲ ਗੁਜ਼ਾਰਿਆ। ਦੇਖੋ ਅੱਜ ਪਹਿਲੀ ਵਰਸੀ ਅਸੀਂ ਮਨਾ ਰਹੇ ਹਾਂ, ਪਰ ਜਿਹੜੀਆਂ ਯਾਦਾਂ ਹੁੰਦੀਆਂ ਆ ਉਹ ਕਿਤੇ ਵੀ ਧੁੰਦਲੀਆਂ ਨਹੀਂ ਹੁੰਦੀਆਂ, ਰਹਿੰਦੀ ਜ਼ਿੰਦਗੀ ਤੱਕ ਜਿਨ੍ਹਾਂ ਨਾਲ ਟਾਈਮ ਤੁਸੀਂ ਸਪੈਂਡ ਕੀਤਾ ਹੋਇਆ। ਹੁੰਦਲ ਸਾਹਿਬ, ਮੈਨੂੰ ਦੱਸੋ ਕਿ ਉਹ ਤਾਂ ਚਲੇ ਗਏ, ਉਹਨਾਂ ਦੀ ਕਈ ਸਾਲਾਂ ਤੋਂ ਸਿਹਤ ਵੀ ਜ਼ਿਆਦਾ ਠੀਕ ਨਹੀਂ ਸੀਗੀ, ਉਹਨਾਂ ਟਾਈਮਾਂ ਦੇ ਵਿੱਚ ਕਦੇ ਖਿਆਲ ਆਇਆ ਸੀਗਾ ਕਿ ਉਹ ਇੰਨੀ ਛੇਤੀ ਸਦੀਵੀ ਵਿਛੋੜਾ ਦੇ ਜਾਣਗੇ? ਪਹਿਲੇ ਤੇ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਨਾਲ ਪਰਿਵਾਰ ਤੇ ਉਹਨਾਂ ਨੂੰ ਮਿਸ ਕਰਦਾ ਹੀ ਆ, ਸਾਡੀ ਸਾਰੀ ਕਮਿਊਨਿਟੀ ਉਹਨਾਂ ਨੂੰ ਮਿਸ ਕਰਦੀ ਆ। ਕੋਈ ਇਹੋ ਜਿਹਾ ਦਿਨ ਨਹੀਂ ਹੁੰਦਾ, ਅਖਬਾਰ ਵੀਕਐਂਡ ਤੇ ਆਉਂਦੀ ਹੈ, ਉਹਨਾਂ ਨੂੰ ਚੇਤੇ ਜ਼ਰੂਰ ਕਰੀਦਾ ਆ। ਤੇ ਨੈਚੁਰਲੀ ਉਹਨਾਂ ਦੀ ਸਿਹਤ ਜਿਹੜੀ ਬੜੀ ਦੇਰ ਤੋਂ ਠੀਕ ਨਹੀਂ ਸੀ, ਪਰ ਉਹਨਾਂ ਦੀ ਡਿਟਰਮੀਨੇਸ਼ਨ, ਸਟਰੋਂਗ ਮਾਈਂਡ ਤੇ ਸਟਰੋਂਗ ਪ੍ਰਿੰਸੀਪਲ ਜਿਹੜੇ ਉਹਨਾਂ ਦੇ ਆਪਣੇ ਸੀਗੇ, ਉਹ ਬੜੇ ਐਕਸੈਪਸ਼ਨਲ ਸੀ, ਇੱਕ ਐਗਜ਼ਾਮਪਲ ਸੀਗੀ। ਤੇ ਜਿੰਨੇ ਉਹ ਸਟਰੋਂਗ ਮਾਈਂਡਡ ਸੀਗੇ, ਇੱਕ ਮੈਂ ਉਹਨਾਂ ਦੀ ਸੌਫਟ ਸਾਈਡ ਵਾਲੀ ਇੱਕ ਪਰਸਨਲ ਤੁਹਾਨੂੰ ਥੋੜੀ ਜਿਹੀ ਸਟੋਰੀ ਦੱਸਦਾ। ਜਦੋਂ ਸਾਡੀ ਫਰੈਂਡਸ ਆਫ ਪੰਜਾਬ ਫਾਊਂਡੇਸ਼ਨ ਨੂੰ 3 ਸਾਲ ਚੱਲਦੀ ਨੂੰ ਹੋ ਗਏ ਸੀ, ਜਿਹੜੀ ਕਿ ਗਰੀਬ ਲੋਕਾਂ ਨੂੰ ਹੈਲਪ ਕਰਦੀ, ਬੱਚਿਆਂ ਨੂੰ ਪੜ੍ਹਾਉਂਦੀ ਆ, ਪਿੰਡ ਦੇ ਵਿੱਚ ਸਰਵਿਸ ਪ੍ਰੋਵਾਈਡ ਕਰਦੀ ਆ। ਇਸ ਵੇਲੇ ਕੋਈ 100 NRI ਇਕੱਠਾ ਉਹਦੇ ਨਾਲ ਹੈ, ਕੋਈ 60 ਪਿੰਡਾਂ 'ਚ ਕੁਛ ਨਾ ਕੁਛ ਹੋ ਰਿਹਾ। ਤੇ ਮੈਂ ਆਇਆ ਅਮੋਲਕ ਸਿੰਘ ਜੀ ਦੇ ਕੋਲ ਜੀ, ਮੈਂ ਕਿਹਾ ਛੋਟੇ ਵੀਰ, ਇੱਕ ਤੁਹਾਡੇ ਨਾਲ ਗੱਲ ਕਰਨੀ ਆ ਵੀ ਜਿਹੜੀ ਅਸੀਂ ਫਾਊਂਡੇਸ਼ਨ ਬਣਾਈ ਹੈ ਨਾ, ਅਸੀਂ ਚਾਹੁੰਦੇ ਵੀ ਇਹ ਥੋੜਾ ਪਤਾ ਲੱਗੇ NRIs ਨੂੰ ਤਾਂ ਕਿ ਉਹ ਨਾਲ ਰਹਿਣ। ਤੇ ਮੈਨੂੰ ਕਹਿੰਦੇ ਮੈਨੂੰ ਥੋੜਾ ਜਿਹਾ ਐਕਸਪਲੇਨ ਕਰੋ ਕਿੱਦਾਂ ਕਿੱਦਾਂ ਆ। ਮੈਂ ਕੀਤਾ ਤਾਂ ਮੈਂ ਕਿਹਾ ਬੇਨਤੀ ਇੰਨੀ ਆ ਵੀ ਅਸੀਂ ਫੰਡ ਤਾਂ ਕਿਸੇ ਤੋਂ ਕਲੈਕਟ ਨਹੀਂ ਕਰਦੇ, ਤੇ ਸੋ ਥੋੜਾ ਜਿਹਾ ਰੀਜ਼ਨੇਬਲ ਚਾਰਜ ਕਰਕੇ ਕੋਈ ਸਾਡੀ ਐਡਵਰਟਾਈਜ਼ਮੈਂਟ ਜਾਂ ਕੋਈ ਨਿਊਜ਼ ਦੇ ਦਿਆ ਕਰੂ। ਮੇਰੀ ਬਾਂਹ ਫੜ ਕੇ ਮੈਨੂੰ ਕਹਿਣ ਲੱਗੇ, ਕਹਿੰਦੇ ਤੁਸੀਂ ਇੰਨਾ ਚੰਗਾ ਕੰਮ ਕਰਦੇ ਆ, ਤੁਹਾਡੇ ਨਾਲ ਕੋਈ ਸੌਦਾ ਨਹੀਂ ਕਰਨਾ, ਕੋਈ ਪੈਸੇ ਨਹੀਂ, ਜੋ ਮਰਜ਼ੀ ਦੇਣਾ ਉਹ ਦੇ ਦਿਓ, ਨਹੀਂ ਦੇਣਾ ਉਹ ਨਾ ਦੇ ਦਿਓ। ਕਈ ਸਾਲ ਸਾਡੀ ਬਿਨਾਂ ਕਿਸੇ ਗੱਲਬਾਤ ਤੋਂ ਅੰਡਰਸਟੈਂਡਿੰਗ ਹੁੰਦੀ। ਮੈਂ ਜਿੰਨਾ ਮੈਨੂੰ ਲੱਗਦਾ ਸੀ ਸਾਲ 'ਚ ਇੱਕ ਵਾਰ ਦੇ ਦੇਣਾ, ਔਰ ਜਦੋਂ ਕਿਤੇ ਨਿਊਜ਼ ਦੇਣੀ ਜਾਂ ਐਡਵਰਟਾਈਜ਼ਮੈਂਟ ਦੀ ਉਹਨਾਂ ਨੇ ਚੁੱਪ ਕਰਕੇ ਲਾ ਦੇਣੀ। ਤੇ ਹੁਣ ਛੋਟੀ ਭੈਣ ਦੇ ਨਾਲ ਜਸਪ੍ਰੀਤ ਉਹਨਾਂ ਨਾਲ ਵੀ ਮੇਰੀ 6-7 ਮਹੀਨੇ ਹੋਏ ਗੱਲ ਹੋਈ ਹੋਏ। ਮੈਂ ਕਿਹਾ ਸ਼ਾਇਦ ਤੁਹਾਨੂੰ ਪਤਾ ਵੀ ਹੋਵੇ ਵੀ ਆਹ ਅੰਡਰਸਟੈਂਡਿੰਗ ਸੀ। ਇਹ ਕਹਿੰਦੇ ਕੋਈ ਗੱਲ ਨਹੀਂ, ਆਪਾਂ ਉਸੇ ਤਰ੍ਹਾਂ ਕੰਟੀਨਿਊ ਰੱਖਾਂਗੇ। ਸੋ ਇਹਨਾਂ ਦੀ ਅਖਬਾਰ ਦੀ ਇੰਨੀ ਦੇਣ ਹੈ ਕਿ ਇੱਕ ਡਾਕਟਰ ਕੈਲੀਫੋਰਨੀਆ ਤੋਂ ਉਹਨਾਂ ਨੇ ਆਪਣੇ ਚੱਠੇ ਸੇਖਵਾਂ ਪਿੰਡ ਸੰਗਰੂਰ ਦੇ ਨੇੜੇ ਐਗਰੀਕਲਚਰ ਸੈਂਟਰ ਦੇ ਵਿੱਚ ਫਰੈਂਡਸ ਆਫ ਪੰਜਾਬ ਫਾਊਂਡੇਸ਼ਨ ਥੱਲੇ ਲਾਇਆ, ਜਿਹੜਾ ਮਸ਼ੀਨਰੀ ਖੜੀ ਆ। ਛੋਟੇ ਜ਼ਿਮੀਂਦਾਰ ਜਿਹਨਾਂ ਕੋਲ ਮਸ਼ੀਨਰੀ ਨਹੀਂ ਹੈ ਉਹਨਾਂ ਦੀ ਹੈਲਪ ਕਰ ਰਹੀ ਹੈ, ਔਰ ਜ਼ਿਮੀਂਦਾਰ ਬੜੇ ਖੁਸ਼ ਨੇ ਪਿਛਲੇ 3 ਸਾਲਾਂ। ਸੋ ਉਹਨਾਂ ਦਾ ਜੋ ਦੇਣ ਹੈ ਇਸ ਸੰਸਥਾ ਨੂੰ, ਜਾਂ ਗਰੀਬੀ ਵਾਲ, ਜਾਂ ਜੋ ਉਹਨਾਂ ਦੇ ਮਨ ਦੇ ਵਿੱਚ ਸੌਫਟਨੈਸ ਸੀ, ਉਹ ਮੈਨੂੰ ਉਦੋਂ ਜ਼ਾਹਰ ਹੋਈ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਹਮੇਸ਼ਾ ਜਿਹੜਾ ਉਹ ਸ਼ਾਂਤੀ ਦੇਵੇ। ਭੁਪਿੰਦਰ ਹੁੰਦਲ ਜੀ, ਤੁਸੀਂ ਆਪਦੀ ਸੰਸਥਾ ਦੀ ਗੱਲ ਕੀਤੀ ਬਹੁਤ ਚੰਗੀ ਤਰ੍ਹਾਂ। ਤੁਸੀਂ ਇਹ ਵੀ ਦੱਸਿਆ ਕਿ ਅਮੋਲਕ ਸਿੰਘ ਜਾਖੜ ਨੇ ਪੰਜਾਬ ਟਾਈਮ ਦੇ ਵਿੱਚ ਤੁਹਾਡੀ ਕਿੱਦਾਂ ਹੈਲਪ ਕੀਤੀ। ਉਹ ਤਾਂ ਚੱਲਦਾ ਹੀ ਰਹਿੰਦਾ। ਥੋੜੀ ਜਿਹੀ ਝਾਤ ਮਾਰੋਗੇ ਪਿਛੋਕੜ ਦੀ, ਜਦੋਂ ਅਪ ਐਂਡ ਡਾਊਨ 'ਚ ਵੀ ਲਾਈਫ ਦੇ ਵਿੱਚ ਉਹਨਾਂ ਦੇ ਵੀ ਆਏ, ਜਿੱਦਾਂ ਤੁਸੀਂ ਸ਼ੁਰੂ ਕੀਤਾ ਉਹਨਾਂ ਨੇ ਵੀ ਉਦਾਂ ਹੀ ਸ਼ੁਰੂ ਕੀਤਾ ਆ। ਕਿਤੇ ਨਾ ਕਿਤੇ ਗੱਲਬਾਤ ਹੁੰਦੀ ਹੋਊਗੀ, ਉਹਨਾਂ ਦੀਆਂ ਯਾਦਾਂ ਤਾਜ਼ਾ ਕਰੋ ਥੋੜ੍ਹੀਆਂ ਬਹੁਤ। ਨਹੀਂ, ਬਹੁਤ ਵਾਰ ਹੁੰਦੀ ਹੈ। ਕਈ ਵਾਰੀ ਉਹਨਾਂ ਨਾਲ ਇਹ ਵੀ ਹੋ ਜਾਂਦੇ ਸੀ ਵੀ ਤੁਸੀਂ ਆਹ ਚੀਜ਼ ਠੀਕ ਨਹੀਂ ਲਿਖੀ। ਉਹਨਾਂ ਦਾ ਜਵਾਬ ਤੇ ਆਉਂਦਾ ਸੀ ਵੀ ਮੈਂ ਤੇ ਆਪਣੇ ਇੱਕ ਪ੍ਰਿੰਸੀਪਲ ਤੇ ਖੜਾ ਵੀ ਮੈਨੂੰ ਤਾਂ ਜੋ ਚੀਜ਼ ਸੱਚੀ ਲੱਗਦੀ ਆ ਮੈਂ ਤੇ ਉਹੀ ਲਿਖਣੀ ਆ, ਉਹ ਲਿਖਦੀ ਆ। ਜੀ ਧੰਨਵਾਦ। ਦਰਸ਼ਕੋ, ਅਗਲੇ ਗੈਸਟ ਨੇ ਸਾਡੇ ਪੈਨਲਿਸਟ ਨੇ ਡਾਕਟਰ ਹਰਗੁਰਮੁਖਪਾਲ ਸਿੰਘ, ਜਿਹੜੇ ਕਿ ਜਦੋਂ ਵੀ ਆਪਣੀ ਕਿਸੇ ਵੀ ਸੇਵਾ ਦੀ ਲੋੜ ਹੋਵੇ ਸਾਰਿਆਂ ਤੋਂ ਪਹਿਲਾਂ ਵੱਧ ਚੜ ਕੇ ਹਿੱਸਾ ਲੈਂਦੇ ਨੇ, ਔਰ ਇਹ ਬਹੁਤ ਪੁਰਾਣੇ ਸਾਥੀ ਨੇ ਸਰਦਾਰ ਅਮੋਲਕ ਸਿੰਘ ਜੰਮੂ ਜੀ ਦੇ। ਪੰਜਾਬ ਟਾਈਮ ਤੋਂ ਵੀ ਪਹਿਲਾਂ ਦੇ, ਜਿੱਥੇ ਮੇਰਾ ਖਿਆਲ ਹੈ। ਹੁਣ ਵੀ ਜਦੋਂ ਅਸੀਂ ਇਨੀਸ਼ੀਏਟਿਵ ਲਿਆ ਕਿ ਅਸੀਂ ਉਹਨਾਂ ਦੀ ਪਹਿਲੀ ਵਰਸੀ ਦੇ ਉੱਤੇ ਇੱਕ ਪ੍ਰੋਗਰਾਮ ਲਾਈਵ ਕਰਨਾ ਹੈ ਜਸਟ ਪੰਜਾਬੀ TV ਤੇ, ਇਹਨਾਂ ਨੂੰ ਬਾਜਵਾ ਸਾਹਿਬ ਨੂੰ, ਡਾਕਟਰ ਬਾਜਵਾ ਨੂੰ, ਇਹਨਾਂ ਨੂੰ ਆਪਣੇ ਗੁਰਮੁਖਪਾਲ ਜੀ ਨੂੰ ਗੱਲ ਕੀਤੀ ਤੇ ਕਹਿੰਦੇ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕੱਲੇ ਇਹਨਾਂ ਨੇ ਨਹੀਂ, ਚੱਦ ਸਾਹਿਬ ਬੈਠੇ, ਹੋਰ ਜਿੰਨੇ ਵੀ ਪਤਵੰਤੇ ਸੱਜਣ ਬੈਠੇ ਸਾਰਿਆਂ ਨੇ, ਕਿਸੇ ਨੇ ਨਾ ਨਹੀਂ ਕੀਤੀ। ਅਸੀਂ ਧੰਨਵਾਦੀ ਹਾਂ ਕਿ ਸਾਡਾ ਇਹਨਾਂ ਨੇ ਸਹਿਯੋਗ ਦਿੱਤਾ ਤਾਂ ਕਿ ਅਸੀਂ ਆ ਪ੍ਰੋਗਰਾਮ ਲਾਈਵ ਕਰ ਸਕੀਏ। ਡਾਕਟਰ ਸਾਹਿਬ, ਮੇਰਾ ਕੁਐਸਚਨ ਹੈ, ਅੱਜ ਪਹਿਲੀ ਵਰਸੀ ਮਨਾ ਰਹੇ ਹੋ, ਪੰਜਾਬ ਟਾਈਮ ਨੂੰ ਵੀ ਦੁਬਾਰਾ ਖੜਾ ਕਰ ਰਹੇ ਹੋ ਤੁਸੀਂ ਸਾਰੇ ਰਲ ਕੇ, ਜਿੱਦਾਂ ਮਨਦੀਪ ਨੇ ਤੇ ਆਂਟੀ ਜੀ ਉਹਨਾਂ ਨੇ ਕਿਹਾ। ਪਿਛੋਕੜ 'ਚ ਜਾਓ ਜੀ, ਤੁਹਾਡਾ ਕਿੱਦਾਂ ਦਾ ਸਾਥ ਰਿਹਾ? ਹੁਣ ਆਹ ਸਾਲ ਕਿੱਦਾਂ ਦਾ ਗੁਜ਼ਰਿਆ ਜਦੋਂ ਇਸ ਦੁਨੀਆ ਤੇ ਹੈ ਨਹੀਂ ਆਪਣੇ ਨਾਲ? ਧੰਨਵਾਦ ਜੀ। ਪਿਛੋਕੜ ਦਾ ਇਸ ਤਰ੍ਹਾਂ ਜੀ, ਭਾਜੀ ਨਾਲ ਮੇਰਾ ਬਹੁਤ ਚਿਰ ਤੋਂ, ਜਦੋਂ ਤੋਂ ਉਹ ਪਹਿਲਾ ਟਾਈਮ ਦੇ ਵਿੱਚ
ਰਹਿ ਰਹੇ ਨੇ। ਮੈਂ ਉਹਨਾਂ ਦਾ ਇੱਕ ਕਿਸਮ ਦਾ ਗੁਆਂਢੀ ਆ ਜੀ ਤੇ ਸਾਡਾ ਹੌਲੀ ਹੌਲੀ ਵੱਧਦਾ ਪਿਆਰ ਭਾਜੀ ਨਾਲ ਇਸ ਤਰ੍ਹਾਂ ਹੋ ਗਿਆ ਕਿ ਮੈਂ ਜੇ ਹਰ ਹਫਤੇ ਨਹੀਂ ਮਿਲਦਾ ਸੀ ਵੀਕਐਂਡ ਤੇ ਤਾਂ ਮੈਨੂੰ ਇਦਾਂ ਲੱਗਦਾ ਸੀ ਕੁਝ ਮਿਸਿੰਗ ਆ, ਅਚੰਭੀ ਲੱਗਦੀ ਸੀਗੀ। ਜੀ ਰੀਜ਼ਨ ਸੀ ਭਾਜੀ ਕੋਲੋਂ ਬਹੁਤ ਸਾਨੂੰ ਪੋਜ਼ਿਟਿਵ ਵਾਈਬ ਮਿਲਦੀਆਂ ਸੀ। ਹੂੰ ਆਪਾਂ ਕਨਸੈਪਟ ਸੁਣਦੇ ਆ ਸਿੱਖੀ ਦੇ ਵਿੱਚ ਚੜ੍ਹਦੀ ਕਲਾ, ਇਹ ਸਾਨੂੰ ਆਪਾਂ ਨੂੰ ਵਿਰਸੇ ਚੋਂ ਮਿਲਿਆ ਆਪਣੇ ਗੁਰੂ ਸਾਹਿਬਾਨ ਵੱਲੋਂ। ਪਰ ਮੈਂ ਚੜ੍ਹਦੀ ਕਲਾ ਨੂੰ ਰੂਪਮਾਨ ਕਰਦੇ ਹੋਏ ਇਹ ਬੰਦੇ ਨੂੰ ਸਰਦਾਰ ਅਮੋਲਕ ਸਿੰਘ ਜੰਮੂ ਨੂੰ ਆਪਣੀ ਅੱਖੀਂ ਦੇਖਿਆ। ਚੜ੍ਹਦੀ ਕਲਾ ਕੀ ਹੈ? ਚੜ੍ਹਦੀ ਕਲਾ ਕਿ ਵੀ ਜਦੋਂ ਕੁਝ ਚੀਜ਼ਾਂ ਤੁਹਾਡੇ ਹੱਕ 'ਚ ਨਹੀਂ ਭੁਗਤ ਰਹੀਆਂ ਤਾਂ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਚੜ੍ਹਦੀ ਕਲਾ 'ਚ ਆਪਣਾ ਪੋਜ਼ਿਟਿਵ ਰੱਖਦੇ ਹੋ, ਜੀ ਜੀ ਪੋਜ਼ਿਟਿਵਿਟੀ ਰੱਖਦੇ ਹੋ। ਇਹ ਭਾਜੀ ਤੋਂ ਸਿੱਖਿਆ। ਅਜਿਹੇ ਸਮਾਂ ਆ ਗਿਆ ਭਾਜੀ ਚੇਅਰ 'ਚ ਬੈਠੇ ਉਂਗਲੀ ਨਹੀਂ ਮੂਵ ਕਰ ਸਕਦੇ, ਹੌਲੀ ਹੌਲੀ ਵਿਚਾਰਿਆਂ ਦਾ ਆਵਾਜ਼ ਵੀ ਚਲੇਗੀ। ਪਰ ਜਦੋਂ ਜਦ ਤੱਕ ਬੋਲਦੇ ਰਹੇ ਕਿਸੇ ਦਾ ਫੋਨ ਆਉਣਾ ਉਹਨਾਂ ਨੇ ਕਹਿਣਾ ਚੜ੍ਹਦੀ ਕਲਾ ਵਿੱਚ। ਮੈਂ ਦੇਖਿਆ ਭਾਜੀ ਕੋਲ ਉਹਨਾਂ ਨੂੰ ਇੰਨੀ ਸਾਨੂੰ ਮਿਲਦੀ ਸੀਗੀ ਮੋਟੀਵੇਸ਼ਨ। ਉਹ ਤਾਂ ਹੈ ਸਰ ਭਾਜੀ ਵਾਸਤੇ ਗੱਲ ਹੈ ਕਿ ਪਰ ਜਿਹੜਾ ਉਹਨਾਂ ਨੇ ਜਿਹੜਾ ਬੂਟਾ ਲਾ ਕੇ ਗਏ ਆ ਪੰਜਾਬ ਟਾਈਮਸ, ਆਈ ਥਿੰਕ ਮੈਨੂੰ ਇਹ ਕਹਿਣ ਦੀ ਵਿੱਚ ਕੋਈ ਝਿਜਕ ਨਹੀਂ, ਸਾਰਿਆਂ ਨੂੰ ਪਤਾ ਭਲੀ ਭਾਂਤ ਕਿ ਇਸ ਕੁਆਲਿਟੀ ਦਾ ਪੇਪਰ ਨਾਰਥ ਅਮਰੀਕਾ 'ਚ ਪੰਜਾਬੀ ਦਾ ਕੋਈ ਨਿਊਜ਼ ਪੇਪਰ ਹੈ ਨਹੀਂ। ਮੈਂ ਕੈਨੇਡਾ ਵੀ ਜਾਂਦਾ ਰਹਿਣਾ ਕਿਉਂਕਿ ਮੇਰੇ ਸਾਰੀਆਂ ਰਿਸ਼ਤੇਦਾਰੀਆਂ ਉਧਰ ਨੇ। ਬੜੇ ਪੇਪਰ ਦੇਖੇ ਆ ਈਸਟ ਕੋਸਟ ਤੇ ਵੈਸਟ ਕੋਸਟ ਤੇ, ਜੋ ਪਰ ਪੰਜਾਬ ਟਾਈਮ ਦਾ ਪੜ੍ਹਨਯੋਗ ਸਮੱਗਰੀ ਇਸ ਨਿਊਜ਼ਪੇਪਰ ਦੇ ਵਿੱਚ ਜੋ ਪ੍ਰਿੰਸੀਪਲਸ ਇਹਨਾਂ ਨੇ ਫੋਲੋ ਕੀਤੇ ਆ, ਕੁਆਲਿਟੀ ਆਈ ਡੋਂਟ ਥਿੰਕ ਐਨੀਵਨ ਕੈਨ ਮੈਚ ਦੈਟ। ਤੇ ਮੈਨੂੰ ਇਸ ਚੀਜ਼ ਦਾ ਬਹੁਤ ਮਾਣ ਹੈ ਕਿ ਮੈਂ ਭਾਜੀ ਨੂੰ ਉਹਨਾਂ ਦੀ ਮਿੱਤਰਤਾ ਨਿੱਘ ਮਹਿਸੂਸ ਕੀਤਾ। ਉਹਨੂੰ ਮੈਂ ਹਰ ਦਿਨ ਮਹਿਸੂਸ ਕਰਦਾ। ਤੇ ਬਾਕੀ ਇਸ ਤਰ੍ਹਾਂ ਜੀ ਕਿ ਜ਼ਿੰਦਗੀ ਵੱਡੀ ਛੋਟੀ ਅਲੱਗ ਗੱਲ ਆ, ਜਿਨ੍ਹਾਂ ਨੇ ਮਹਿਕ ਦੇਣੀ ਆ ਉਹਨਾਂ ਦੀ ਜ਼ਿੰਦਗੀ ਬੜੀ ਲੰਬੀ ਨਹੀਂ ਹੋਇਆ ਕਰਦੀ। ਜੀ 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 ਡਾਕਟਰ ਸਾਹਿਬ ਐਲੈਬੋਰੇਸ਼ਨ ਬਹੁਤ ਵਧੀਆ ਕੀਤਾ ਤੁਹਾਡੇ ਰਿਸ਼ਤੇ ਦਾ, ਪਿਛਲੇ ਪਿਛੋਕੜ ਦਾ। ਮੈਂ ਦਰਸ਼ਕਾਂ ਨੂੰ ਇਹ ਦੱਸ ਦਵਾਂ ਕਿ ਡਾਕਟਰ ਹਰਗੁਰਮੁਖਪਾਲ ਸਿੰਘ ਜੀ ਜਿਹੜੇ ਇੱਥੇ ਗੁਰੂ ਘਰ ਪੈਲੇਟਾਈਨ ਦੇ ਵਿੱਚ ਵੀ ਕਲੀਨਿਕ ਚਲਾਉਂਦੇ ਆ, ਬਹੁਤ ਚੰਗੀ ਸੇਵਾ ਕਰਦੇ ਆ, ਵਧਾਈ ਦੇ ਪਾਤਰ ਨੇ। ਤੇ ਡਾਕਟਰ ਸਾਹਿਬ ਮੈਂ ਆਲਸੋ ਦਰਸ਼ਕਾਂ ਨੂੰ ਦੱਸ ਦਵਾਂ ਕਿ ਅਸੀਂ ਸ਼ੁਕਰਗੁਜ਼ਾਰ ਹਾਂ ਜਸ ਟੀਵੀ ਵੱਲੋਂ ਤੇ ਸਾਰੀ ਸੰਗਤਾਂ ਵੱਲੋਂ। ਗੁਰੂ ਘਰ ਦੀ ਕਮੇਟੀ ਜਿਹੜੀ ਇੱਥੋਂ ਦੀ ਪੈਲਾਟਾਈਨ ਦੀ ਹੈਗੀ ਆ, ਉਹਨਾਂ ਦੇ ਪ੍ਰਧਾਨ ਜੈਰਾਮ ਸਿੰਘ ਕਾਲੋਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਇੱਥੇ ਲਿਆਉਣ ਦੀ ਜਿੰਨੀ ਛੇਤੀ ਹੋ ਸਕੇ। ਤੇ ਅਸੀਂ ਧੰਨਵਾਦੀ। ਜਦੋਂ ਮੈਂ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਆਓ ਪ੍ਰੋਗਰਾਮ ਕਰੋ, ਕੋਈ ਇਸ਼ੂ ਨਹੀਂ ਹੈ। ਧੰਨਵਾਦ ਅਸੀਂ ਉਹਨਾਂ ਦਾ ਵੀ ਕਰਦੇ ਹਾਂ। ਡਾਕਟਰ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਕੋਲ ਅਗਲੇ ਗੈਸਟ ਨੇ ਸਾਡੇ ਜਿਹੜੇ ਕਿ ਸਰਦਾਰ ਲਾਲ ਸਿੰਘ ਪਗੜੀ ਆਰਗੇਨਾਈਜੇਸ਼ਨ ਚਲਾ ਰਹੇ ਆ। ਆਰਗੇਨਾਈਜੇਸ਼ਨ ਵੱਲ ਝਾਤ ਆਪਾਂ ਬਾਅਦ ਚ ਮਾਰਾਂਗੇ। ਦਰਸ਼ਕੋ ਪਹਿਲਾਂ ਆਪਾਂ ਉਹਨਾਂ ਦੀ ਅਮੋਲਕ ਸਿੰਘ ਜੰਮੂ ਨਾਲ ਕੀ ਸਾਂਝ ਸੀ ਔਰ 1 ਸਾਲ ਜਿਹੜਾ ਅੱਜ ਪੂਰਾ ਹੋ ਗਿਆ ਹੈ। ਦਰਸ਼ਕੋ ਕੀਰਤਨ ਬਹੁਤ ਸੋਹਣਾ ਚੱਲ ਰਿਹਾ, ਪਾਠ ਦੇ ਭੋਗ ਪੈਣਗੇ, ਉਪਰੰਤ ਵਿਚਾਰਾਂ ਵੀ ਹੋਣਗੀਆਂ, ਪਰ ਅਸੀਂ ਜਸ ਟੀਵੀ ਵੱਲੋਂ ਆਪਦਾ ਬਣਦਾ ਯੋਗਦਾਨ ਪਾਉਂਦੇ ਆ। ਅਸੀਂ ਉਹਨਾਂ ਦੇ ਸ਼ਰਧਾ ਫੁੱਲ ਭੇਟ ਕਰਦੇ ਹਾਂ ਕਿ ਅਸੀਂ ਇੱਕ ਪੈਨਲ ਲਿਆਂਦਾ ਇੱਥੇ ਤੇ ਉਹਨਾਂ ਦੀ ਜ਼ਿੰਦਗੀ ਤੇ ਝਾਤ ਮਾਰੀਏ, ਪਿਛੋਕੜ ਕੀ ਸੀ ਤੇ ਆਹ ਸਾਲ ਕਿੱਦਾਂ ਦਾ। ਉਹੀ ਗੱਲਾਂ ਮੈਂ ਤੁਹਾਨੂੰ ਪੁੱਛੂੰਗਾ ਜੀ। ਲਾਲ ਸਿੰਘ ਜੀ ਤੁਸੀਂ ਦੱਸੋ ਪਹਿਲਾਂ ਅਮੋਲਕ ਸਿੰਘ ਜੀ ਨਾਲ ਤੁਹਾਡੇ ਸੰਬੰਧ ਸੀ ਤੇ ਆਹ ਸਾਲ ਕਿੱਦਾਂ ਦਾ ਗੁਜ਼ਰਿਆ ਤੇ ਹੁਣ ਪੰਜਾਬ ਟਾਈਮ ਦੁਬਾਰਾ ਖੜਾ ਹੋ ਰਿਹਾ ਆ। ਜਸ ਟੀਵੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਆ ਕੇ ਸ਼ਿਕਾਗੋ ਨੂੰ ਕਵਰ ਕਰ ਰਹੇ ਜੀ ਤੇ ਪੰਜਾਬ ਟਾਈਮਸ ਦੇ ਬਾਰੇ ਤੁਸੀਂ ਜੋ ਪ੍ਰੋਗਰਾਮ ਕੀਤਾ ਹੈ। ਤੇ ਮੇਰੀ ਅਮੋਲਕ ਸਿੰਘ ਹੋਰਾਂ ਨੂੰ 10-12 ਸਾਲਾਂ ਤੋਂ ਮੈਂ ਉਹਨਾਂ ਨਾਲ ਜੁੜ ਆਇਆ। ਉਸ ਤੋਂ ਪਹਿਲਾਂ ਤਾਂ ਮੈਂ ਅਖਬਾਰ ਤੋਂ ਲੈ ਕੇ ਪੜ੍ਹਦਾ ਹੀ ਹੁੰਦਾ ਸੀਗਾ ਤੇ ਉਹਨਾਂ ਨਾਲ ਪਰਸਨਲ ਕੰਟੈਕਟ ਨਹੀਂ ਸੀ ਹੁੰਦਾ। ਅਖਬਾਰ ਪੜ੍ਹ ਕੇ ਇੰਨਾ ਇੰਪ੍ਰੈਸ ਸੀਗਾ। ਉਹਦੇ 'ਚ ਬੜੇ ਜਿਹੜੇ ਲੇਖ ਸੀਗੇ ਪੰਜਾਬ ਬਾਰੇ ਸੀਗੇ ਜਾਂ ਇੰਡੀਅਨ ਪੋਲਿਟਿਕਸ ਤੇ ਸੀਗੇ, ਉਹ ਬੜੇ ਬੇਬਾਕ ਤੇ ਨਿਧੜਕ ਕਰਕੇ ਲਿਖੇ ਜਾਂਦੇ ਸੀਗੇ ਤੇ ਉਹ ਉਹਨਾਂ ਨੇ ਮੈਨੂੰ ਇੰਨਾ ਇੰਪ੍ਰੈਸ ਕੀਤਾ ਤੇ ਮੈਂ ਕਿਹਾ ਕਿ ਮੈਂ ਨਾਲੇ ਕੋਲ ਮਿਲਣ ਜਾਣਾ। ਤੇ ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ ਚੱਲੀ ਸੀਗੀ ਤੇ ਉਦੋਂ ਮੈਂ ਵੀ ਇਸ 'ਚ ਬੜਾ ਇੰਟਰਸਟ ਲੈਣ ਲੱਗਾ। ਉਦੋਂ ਪਹਿਲੀ ਵਾਰੀ ਇਹਨਾਂ ਦੇ ਘਰ ਗਿਆ ਸੀ ਮੈਂ, ਭੈਣ ਜੀ ਨਾਲ ਹੀ ਮੁਲਾਕਾਤ ਹੋਈ। ਉਸ ਤੋਂ ਬਾਅਦ ਜਦੋਂ ਵੀ ਕੋਈ ਨਾ ਕੋਈ ਪੰਜਾਬ ਦਾ ਮਸਲਾ ਹੁੰਦਾ ਸੀਗਾ ਉਹ ਵਿਚਾਰ ਕਰਨ ਲਈ ਮੈਂ ਉਹਨਾਂ ਕੋਲ ਜਾਂਦਾ ਹੁੰਦਾ ਸੀਗਾ ਤੇ ਉਹਨਾਂ ਨੂੰ ਭਾਵੇਂ ਜਿਵੇਂ ਤੁਸੀਂ ਦੱਸਿਆ ਸੁਣਿਆ ਕਿ ਫਿਜ਼ੀਕਲ ਆਪਣੀ ਲਿਮਿਟੇਸ਼ਨ ਸੀਗੀਆਂ ਤੇ ਉਹ ਘੱਟ ਹੀ ਬੋਲਦੇ ਸਨ ਤੇ ਲੇਕਿਨ ਉਹਨਾਂ ਦੀ ਹਿੰਮਤ ਸੀਗੀ ਕਿ ਉਹਨਾਂ ਨੇ ਪੇਪਰ ਚਲਾਈ ਰੱਖਿਆ ਤੇ ਇਹ ਹੁਣ ਮਿਡ ਵੈਸਟ ਦਾ ਮੈਂ ਕਹਾਂਗਾ ਸਭ ਤੋਂ ਬੈਸਟ ਪੇਪਰ ਹੈਗਾ
ਤੇ ਹੋਰ ਵੀ ਜਿਹੜਾ ਈਸਟ ਕੋਸਟ ਵੈਸਟ ਕੋਸਟ ਵੀ ਦੇਖਾਂ, ਲੇਕਿਨ ਇਹਦੇ ਜਿਹੜੇ ਕੰਟੈਂਟਸ ਨੇ ਰੀਲੀ ਮਾਰਵਲਸ। ਤੇ ਮੈਂ ਥੋੜਾ ਸੋਚਦਾ ਕਿ ਅੱਗੇਲਾ ਜਿਹੜਾ ਫਿਊਚਰ 'ਚ ਭੈਣ ਜੀ ਦੇ ਉੱਪਰ ਕਾਫੀ ਜ਼ਿੰਮੇਵਾਰੀ ਹੈ, ਤੇ ਇਸ ਪੇਪਰ ਨੂੰ ਮੈਂ ਚਾਹਾਂਗਾ ਕਿ ਹੋਰ ਸਾਡੀ ਕਮਿਊਨਿਟੀ ਦੇ ਵਿੱਚ ਤਗੜਾ ਰੋਲ ਪਲੇ ਕਰੇ, ਤੇ ਜਿਹੜੇ ਸਾਡੀਆਂ ਸਮੱਸਿਆ ਨੇ ਕਮਿਊਨਿਟੀ ਦੀਆਂ ਉਹ 'ਚੋਂ ਜਿਹੜੀ ਗੁਰਦੁਆਰੇ ਤੋਂ ਇਲਾਵਾ ਜਿਹੜਾ ਨਿਊਜ਼ਪੇਪਰ ਹੈ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਤੇ ਅੱਜ ਸਾਡੀ ਯੂਥ ਜਿਹੜੀ ਹੈ ਉਹ ਗੁਰਦੁਆਰੇ ਨਾਲ ਕਨੈਕਟਡ ਨਹੀਂ ਹੈਗੀ। ਤੇ ਅਸੀਂ ਜਿੰਨੇ ਵੀ ਦੇਖੋਗੇ ਸਾਡੇ ਬਜ਼ੁਰਗ ਗੁਰਦੁਆਰੇ ਆਉਂਦੇ ਨੇ ਤੇ ਬਹੁਤ ਘੱਟ ਹੀ ਬੱਚੇ ਆਉਂਦੇ ਨੇ, ਤੇ ਇਸ ਬੱਚਿਆਂ ਨੂੰ ਜੋੜਨ ਲਈ ਪੰਜਾਬ ਟਾਈਮਸ ਬਹੁਤ ਅੱਛਾ ਰੋਲ ਪਲੇ ਕਰ ਸਕਦਾ ਹੈ। ਉਹਦੇ 'ਚ ਜੇ ਇੰਗਲਿਸ਼ ਸੈਕਸ਼ਨ ਐਡ ਕੀਤਾ ਜਾਵੇ ਜ਼ਰੂਰ ਗੁਰਦੁਆਰੇ ਆਇਆ ਕਰਨਗੇ। ਸਾਡੇ ਗੁਰੂਆਂ ਨੇ ਜੋ ਸਿੱਖਿਆ ਦਿੱਤੀ ਹੈ, ਜੇ ਸਾਡੇ ਪ੍ਰਿੰਸੀਪਲਸ ਨੇ ਸਿੱਖੀ ਦੇ, ਦੇ ਆਰ ਵੈਰੀ ਮਚ ਇਨ ਲਾਈਨ ਵਿਦ ਅਮਰੀਕਨ ਵੈਲਿਊਜ਼। ਜੇ ਤੁਸੀਂ ਗੱਲ ਕਰੋ ਹਿਊਮਨ ਰਾਈਟਸ ਦੀ, ਤੁਸੀਂ ਗੱਲ ਕਰੋ ਡਾਇਵਰਸਿਟੀ ਦੀ, ਕਿਰਤ ਕਰਨੇ ਦੀ, ਇਹ ਸਾਰੀਆਂ ਗੱਲਾਂ ਜਦੋਂ ਅਸੀਂ ਪੇਸ਼ ਕਰੀਏ ਤੇ ਸਾਡੇ ਅਮਰੀਕਨ ਸਿੱਖ ਵੀ ਬੜੇ ਖੁਸ਼ ਹੋ ਕੇ ਸਾਨੂੰ ਇੱਜ਼ਤ ਨਾਲ ਦੇਖਦੇ ਨੇ। ਤੇ ਜਿਹੜਾ ਸਾਡਾ ਆਇਡੈਂਟੀਟੀ ਕ੍ਰਾਈਸਿਸ ਹੈਗਾ ਪਗੜੀ ਦਾ ਤੇ ਸਾਡੇ ਮੁਸਲਮਾਨ ਨੂੰ ਸਮਝਦੇ ਨੇ, ਉਹ ਵੀ ਦੂਰ ਹੋ ਜਾਏਗਾ। ਤੇ ਆਈ ਐਕਸਪੈਕਟ ਕਿ ਸਾਨੂੰ ਜਿਹੜਾ ਇੱਥੋਂ ਦੀ ਕਮਿਊਨਿਟੀ ਹੈ ਇਹ ਪੇਪਰ 'ਚ ਜ਼ਿਆਦਾਤਰ ਜਿਹੜਾ ਹੈਗਾ ਪੰਜਾਬ ਓਰੀਐਂਟਡ ਹੈਗਾ, ਇਸ ਨੂੰ ਥੋੜਾ ਜਿਹਾ ਟਿਲਟ ਦੇਣੀ ਚਾਹੀਦੀ ਆ। ਇੱਥੋਂ ਦੇ ਪ੍ਰੋਫੈਸ਼ਨਲਸ ਨੇ ਜਿਹੜੇ ਅਮਰੀਕਾ 'ਚ, ਉਸਨਾਂ ਨੂੰ ਇਨਵੋਲਵ ਕੀਤਾ ਜਾਵੇ। ਇੱਥੋਂ ਦੀ ਜੇ ਸਮੱਸਿਆ ਨੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਹੈਂਡਲ ਕਰੀਏ, ਉਹਦੇ ਬਾਰੇ ਕੋਈ ਥਿੰਕ ਟੈਂਕ ਬਣੇ ਤੇ ਉਸ 'ਚ ਸਾਡੇ ਯੂਥ ਨੂੰ ਕਿਸ ਤਰ੍ਹਾਂ ਅਸੀਂ ਨਾਲ ਜੋੜੀਏ। ਤੇ ਉਹਦੇ 'ਚ ਮੇਰਾ ਖਿਆਲ ਉਹ ਜਿਹੇ ਸਿੱਖੀ ਦੇ ਪ੍ਰਿੰਸੀਪਲਸ ਨੇ ਉਹਨੂੰ ਅੰਗਰੇਜ਼ੀ 'ਚ ਉਹਨਾਂ ਨੂੰ ਸਮਝਾਇਆ ਜਾਵੇ, ਤੇ ਉਹਦੇ ਨਾਲ ਸਾਡਾ ਕਮਿਊਨਿਟੀ ਦਾ ਅਗਲਾ ਫਿਊਚਰ ਫਿਰ ਖੜਾ ਹੋ ਜਾਏਗਾ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਬੜੇ ਵਿਸਤਾਰ ਨਾਲ ਸਾਰੀ ਗੱਲ ਸਮਝਾਈ ਹੈ। ਦਰਸ਼ਕੋ, ਸਾਡੇ ਅਗਲੇ ਜਿਹੜੇ ਪੈਨਲਿਸਟ ਨੇ ਸਾਡੇ ਬਹੁਤ ਹੀ ਮਾਣਯੋਗ ਸਤਿਕਾਰਯੋਗ ਸਰਦਾਰ ਗੁਰਚਰਨ ਸਿੰਘ ਝੱਜ। ਮੈਂ ਕੋਈ 2-3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਇੱਥੇ ਸ਼ਿਕਾਗੋ ਇਸੇ ਗੁਰੂ ਘਰ ਇਸੇ ਕਾਨਫਰੰਸ ਹਾਲ ਦੇ ਵਿੱਚ ਬੜੂ ਸਾਹਿਬ ਵਾਲਿਆਂ ਦਾ ਪ੍ਰੋਗਰਾਮ ਕੀਤਾ ਸੀ। ਸਾਰ ਤੋਂ ਵੱਡੇ ਸੇਵਾਦਾਰ ਵਜੋਂ ਉੱਭਰ ਕੇ ਜਿਹੜੇ ਆਏ ਸੀ ਸਰਦਾਰ ਗੁਰਚਰਨ ਸਿੰਘ ਝੱਜ, ਤੇ ਹੁਣ ਮੈਨੂੰ ਪਤਾ ਲੱਗਾ ਕਿ ਇਹਨਾਂ ਦੀ ਸਾਂਝ ਪੰਜਾਬ ਟਾਈਮ ਨਾਲ ਅਮੋਲਕ ਸਿੰਘ ਜੰਮੂ ਨਾਲ ਵੀ ਬਹੁਤ ਪੁਰਾਣੀ ਹੈ, ਤੇ ਉਹ ਵੀ ਸਾਡੇ ਨਾਲ ਬੈਠੇ ਹੋਏ ਨੇ। ਝੱਜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਨਾਲੇ ਮੈਨੂੰ ਇਹ ਦੱਸੋ ਕਿ ਕਿੱਥੇ ਕਿੱਥੇ ਸੇਵਾ ਨਿਭਾ ਰਹੇ ਹੋ? ਮੈਂ ਬੜੂ ਸਾਹਿਬ ਵੱਲ ਵੀ ਦੇਖਿਆ, ਮੈਨੂੰ ਹੋਰ ਵੀ ਪਤਾ ਲੱਗਿਆ ਕਿ ਹੋਰ 1-2 ਆਰਗੇਨਾਈਜੇਸ਼ਨਾਂ ਨੂੰ ਵੀ ਜੁੜੇ ਹੋਏ ਹੋ, ਔਰ ਕੱਲਾ ਤੁਸੀਂ ਜਿਹੜੀ ਮਾਈਕ ਫਾਈਨੈਂਸ਼ੀਅਲੀ ਹੈਲਪ ਹੀ ਨਹੀਂ ਕਰ ਰਹੇ, ਤੁਸੀਂ ਉੱਦਾਂ ਉਹਨਾਂ ਦੇ ਨਾਲ ਵੀ ਜਾ ਕੇ ਉਹਨਾਂ ਦੀ ਹੈਲਪ ਕਰਦੇ ਹੋ। ਪਰ ਅੱਜ ਆਪਾਂ ਗੱਲ ਕਰਾਂਗੇ ਸਰਦਾਰ ਅਮੋਲਕ ਸਿੰਘ ਜੰਮੂ ਦੀ। ਪੰਜਾਬ ਟਾਈਮ ਉਹਨਾਂ ਨੇ ਸ਼ੁਰੂ ਕੀਤਾ, ਪਰ ਕਦੋਂ ਤੋਂ ਜਾਣਦੇ ਆ, ਕਿੱਦਾਂ ਦਾ ਉਹਨਾਂ ਦਾ ਸਾਥ ਰਿਹਾ ਇਨਸਾਨੀਅਤ ਦੇ ਤੌਰ ਤੇ? ਤੁਸੀਂ ਫੈਮਿਲੀ ਨਾਲ ਵੀ ਖੜੇ ਹੋ, ਤੇ ਆ ਜਿਹੜਾ ਬੀਤਾ ਸਾਲ ਗਿਆ ਆ, ਇਹ ਕਿੱਦਾਂ ਦਾ ਗਿਆ ਉਹਨਾਂ ਤੋਂ ਬਿਨਾਂ ਤੁਹਾਡੀ ਦਿਲ ਤੇ ਤੁਹਾਡੇ ਫਰੇਮ ਦੇ ਵਿੱਚ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਕੋਈ 2001 ਦੇ ਵਿੱਚ ਜੰਮੂ ਸਾਹਿਬ ਨੂੰ ਮਿਲਿਆ ਸੀ, ਜਦ ਸਾਡੀ ਵਰਕਸ਼ਾਪ ਹੁੰਦੀ ਸੀ ਉੱਥੇ ਆਏ, ਤੇ ਉੱਥੇ ਕਹਿਣ ਲੱਗੇ ਮੈਂ ਪੇਪਰ ਸ਼ੁਰੂ ਕਰਨ ਲੱਗਿਆ। ਤੇ ਉਸ ਵਕਤ ਉਹਨਾਂ ਨੇ 2 ਪੇਜ ਦਾ ਪੇਪਰ ਸ਼ੁਰੂ ਕੀਤਾ ਸੀਗਾ, ਜਿਹੜਾ ਹੁਣ ਵੱਧ ਕੇ ਦੇਖੋ ਹੁਣ ਵਨ ਆਫ ਦਾ ਬੈਸਟ ਪੰਜਾਬੀ ਪੇਪਰ ਜਿਹੜਾ ਹੈ USA ਕੈਨੇਡਾ 'ਚ ਤੁਸੀਂ ਪੜ੍ਹਨ ਨੂੰ ਤੁਹਾਨੂੰ ਮਿਲਦਾ ਹੈ। ਫਿਰ ਉਹਨਾਂ ਦੀ ਸਿਹਤ ਵੀ ਕੋਈ ਇੰਨੀ ਚੰਗੀ ਨਹੀਂ ਰਹੀ, ਪਰ ਫਿਰ ਵੀ ਇੰਨੀ ਅਖਬਾਰ ਉਸ ਤਰ੍ਹਾਂ ਹੀ ਚੱਲਦਾ ਰਿਹਾ, ਇੰਨੀ ਮਿਹਨਤ ਕਰਦੇ ਰਹੇ। ਤੇ ਮੇਰਾ ਜ਼ਿਆਦਾ ਵਾਹ ਇਹੀ ਪੈਂਦਾ ਸੀ ਜਦੋਂ ਕੋਈ ਬੜੂ ਸਾਹਿਬ ਵਾਲੇ ਆਉਂਦੇ ਸੀ ਤੇ ਉਹਨਾਂ ਦੀ ਸਲਾਹ ਪੁੱਛਣੀ, ਉਹ ਐਡਵਰਟਾਈਜ਼ਮੈਂਟ ਵਗੈਰਾ ਦੇਣੀ ਵੀ ਕੀ ਲਿਖੀਏ, ਉਹ ਮੇਰੀ ਬਹੁਤ ਹੈਲਪ ਕਰਦੇ ਰਹੇ। ਔਰ ਮੇਰਾ ਹੁਣ ਵੀ ਇਹੀ ਹੈ ਜੀ ਕਿ ਪਿਛਲੇ 2 ਸਾਲ ਚੋਂ ਕੋਈ ਪੇਪਰ ਠੀਕ ਤਰ੍ਹਾਂ ਨਹੀਂ ਚੱਲਿਆ ਪੈਂਡੈਮਿਕ ਕਰਕੇ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਪੇਪਰ ਦੀ ਬਹੁਤ ਹੈਲਪ ਕਰਨੀ ਚਾਹੀਦੀ ਹੈ, ਕਿ ਸਾਨੂੰ ਇਸ ਵਿੱਚ ਸਾਰਿਆਂ ਨੂੰ ਹੈਲਪ ਕਰਨੀ ਚਾਹੀਦੀ ਹੈ।
ਜੀ ਬਹੁਤ ਬਹੁਤ ਧੰਨਵਾਦ ਚੱਜ ਸਾਹਿਬ, ਤੁਸੀਂ ਆਪਦੇ ਵਿਚਾਰ ਸਾਂਝੇ ਕੀਤੇ ਪਰਿਵਾਰ ਬਾਰੇ ਤੇ ਸਰਦਾਰ ਅਮੋਲਕ ਸਿੰਘ ਜੰਮੂ ਬਾਰੇ। ਦਰਸ਼ਕੋ ਸਾਡੇ ਨਾਲ ਗੈਸਟ 2-3 ਹੋਰ ਜੁੜ ਗਏ। ਇੱਕ ਹੈਗੇ ਸਰਦਾਰ ਮਨਜੀਤ ਸਿੰਘ ਗਿੱਲ, ਜਿਹੜੇ ਕਿ ਰੇਡੀਓ ਪੰਜਾਬੀ ਪਹਿਲਾ ਰੇਡੀਓ ਪੰਜਾਬੀ ਚਲਾਉਂਦੇ ਸੀ ਇਸ ਏਰੀਆ ਦੇ ਵਿੱਚ, ਉਹ ਵੀ ਸਾਡੇ ਨਾਲ ਜੁੜੇ ਹੋਏ, ਉਹਨਾਂ ਦੇ ਵਿਚਾਰ ਲਵਾਂਗੇ। ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਤੁਸੀਂ ਦੱਸੋ ਕਿ 1 ਸਾਲ ਉਹਨਾਂ ਸਰਦਾਰ ਅਮੋਲਕ ਸਿੰਘ ਜੰਮੂ ਤੋਂ ਬਿਨਾਂ ਕਿੱਦਾਂ ਗੁਜ਼ਰਿਆ? ਪਰਿਵਾਰ ਫਿਰ ਖੜਾ ਹੋ ਰਿਹਾ, ਆਪਾਂ ਉਹਨਾਂ ਦਾ ਸਾਥ ਦੇਣਾ ਹੈ, ਕਮਿਊਨਿਟੀ ਕਿੱਦਾਂ ਸਾਥ ਦੇ ਰਹੀ ਹੈ, ਤੇ ਆਉਣ ਵਾਲਾ ਫਿਊਚਰ ਦੇ ਵਿੱਚ ਤੁਸੀਂ ਕਿੱਥੇ ਦੇਖਦੇ ਹੋ? ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੌਕਾ ਦਿੱਤਾ ਬੋਲਣ ਦਾ। ਜੰਮੂ ਸਾਹਿਬ ਨਾਲ ਮੇਰੀ ਪਹਿਲੀ ਮੁਲਾਕਾਤ ਚੰਡੀਗੜ੍ਹ 'ਚ ਹੋਈ ਸੀ ਜੀ, ਜਦੋਂ ਇਹ ਉਦੋਂ ਟ੍ਰਿਬਿਊਨ 'ਚ ਕੰਮ ਕਰਦੇ ਸੀ। ਹੂੰ ਕਿਉਂਕਿ ਸਾਡੀ ਉੱਥੇ ਰਤਵਾੜਾ ਸਾਹਿਬ 'ਚ ਬਰਸੀ ਹੁੰਦੀ ਸੀ ਤੇ ਉਹਦੀ ਕਵਰੇਜ ਕਰਨ ਵਾਸਤੇ ਆਉਂਦੇ ਹੁੰਦੇ ਸੀ ਜੀ। ਉਸ ਤੋਂ ਬਾਅਦ ਜਦ ਇੱਥੇ ਆਏ ਤੇ ਇੱਥੇ ਇੰਗਲਿਸ਼ ਨਿਊਜ਼ਪੇਪਰ ਸੀ ਟ੍ਰਿਬਿਊਨ, ਉਹਦੇ ਵਿੱਚ ਉਹ ਕੰਮ ਕਰਦੇ ਸੀ ਤੇ ਮੇਰੀ ਮੁਲਾਕਾਤ ਹੋਈ ਤੇ ਮੈਂ ਉਹਨਾਂ ਨੂੰ ਕਿਹਾ ਤੁਹਾਡੀ ਲੇਖਣੀ, ਤੁਹਾਡਾ ਵਿਚਾਰ, ਤੁਹਾਡੇ ਖਿਆਲਾਤ ਇੰਨੇ ਚੰਗੇ ਨੇ, ਆਪਾਂ ਕਿਉਂ ਨਾ ਇੱਕ ਨਿਊਜ਼ਪੇਪਰ ਸ਼ੁਰੂ ਕੀਤਾ ਜਾਵੇ। ਤੇ ਉਹ ਅਸੀਂ ਆਪਸ ਵਿੱਚ ਡਿਸਕਸ਼ਨ ਕੀਤੀ, ਡਿਸਕਸ਼ਨ ਕਰਕੇ ਤੇ ਹੋ ਸਕੇ ਜੀ। ਤੇ ਉਸ ਤੋਂ ਬਾਅਦ ਪੇਪਰ ਚੱਲਦਾ ਗਿਆ ਤੇ ਮੈਂ ਉਹਨਾਂ ਦੇ ਵਿੱਚ ਬਹੁਤ ਸ਼ਰੀਕ ਹੁੰਦਾ ਰਿਹਾ, ਹਰ ਸਮਾਗਮ ਦੇ ਵਿੱਚ ਉਹਨਾਂ ਦੇ ਜੋ ਸਾਲਾਨਾ ਫੰਕਸ਼ਨ ਹੁੰਦੇ ਸੀਗੇ। ਤੇ ਫਿਰ ਮੇਰੀ ਥੋੜੀ ਜਿਹੀ ਆਊਟ ਆਫ ਕੰਟਰੀ ਬਹੁਤ ਜ਼ਿਆਦਾ ਟਰੈਵਲਿੰਗ ਹੋ ਗਈ ਤੇ ਮੈਂ ਥੋੜਾ ਜਿਹਾ ਫਿਰ ਮੈਂ ਪਿੱਛੇ ਹਟਣਾ ਪਿਆ। ਪਰ ਮੈਂ ਜੇ ਦੇਖਿਆ ਕਿ ਜੋ ਉਹਨਾਂ ਦੀ ਪਰਸਨੈਲਿਟੀ ਸੀ ਉਹ ਖਲੂਸ, ਮੁਹੱਬਤ, ਪਿਆਰ ਦੇ ਨਾਲ ਭਰੀ ਹੋਈ ਸੀ। ਉਹਨਾਂ ਦੇ ਦਿਲ ਦੇ ਅੰਦਰ ਬੜਾ ਪਿਆਰ ਭਰਿਆ ਇੱਕ ਦਰਦ ਸੀ ਜਿਹਨੂੰ ਉਹ ਤਰੀਕੇ ਨਾਲ ਆਪਣੇ ਨਾਲ ਪੇਸ਼ ਕਰਦੇ ਸੀ, ਬੜੇ ਬੇਬਾਕ ਹੋ ਕੇ, ਬੜੇ ਬੇਲਾਗ ਹੋ ਕੇ ਜੀ। ਹਾਂਜੀ। ਤੇ ਇਹ ਚੀਜ਼ ਤੁਹਾਨੂੰ ਕਿਸੇ ਨਿਊਜ਼ਪੇਪਰ 'ਚ ਅਮਰੀਕਾ 'ਚ ਕੀ ਤੁਸੀਂ ਹਿੰਦੁਸਤਾਨ ਚਲੇ ਜਾਓ ਤੁਹਾਨੂੰ ਉੱਥੇ ਵੀ ਨਹੀਂ ਮਿਲੇਗੀ। ਜਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਇਹ ਸਾਰੀ ਚੀਜ਼ ਨੂੰ ਅਪਣਾਇਆ, ਲੋਕਾਂ ਸਾਹਮਣੇ ਪੇਸ਼ ਕੀਤਾ ਔਰ ਲੋਕਾਂ ਨੇ ਐਪਰੀਸ਼ੀਏਟ ਕੀਤਾ। ਦੁਨੀਆ ਦੂਰ ਦੂਰ ਤੋਂ, ਚਾਹੇ ਤੁਸੀਂ ਨਿਊਯਾਰਕ ਚਲੇ ਜਾਓ, ਕੈਲੀਫੋਰਨੀਆ ਚਲੇ ਜਾਓ, ਇਧਰ ਵਾਸ਼ਿੰਗਟਨ 'ਚ ਚਲੇ ਜਾਓ, ਜਿੱਥੇ ਵੀ ਜਾਓ ਉੱਥੇ ਤੁਹਾਨੂੰ ਪੰਜਾਬ ਟਾਈਮ ਦੀ ਹਮੇਸ਼ਾ ਖਬਰ ਮਿਲਦੀ ਹੈ। ਸੋ ਉਹਨਾਂ ਤੋਂ ਬਿਨਾਂ ਇੱਕ ਖਲਾ ਦਾ ਜ਼ਰੂਰ ਪੈ ਗਿਆ ਜੀ। ਜਦ ਤੱਕ ਉਹ ਇਸ ਸੰਸਾਰ 'ਚ ਸੀਗੇ ਤਾਂ ਉਹ ਉਹਨਾਂ ਦੀ ਹੋਂਦ ਜਿਹੜੀ ਸੀਗੀ ਉਹ ਬੜੀ ਮਹਿਸੂਸ ਹੁੰਦੀ ਰਹਿੰਦੀ ਸੀਗੀ, ਹਾਂ ਸਾਡੇ ਨਾਲ ਹੀ ਨੇ, ਸਾਡੇ ਨਾਲ ਹੀ ਨੇ, ਸਾਡੇ ਨਾਲ ਹੀ ਨੇ। ਪਰ ਜਾਣ ਤੋਂ ਬਾਅਦ ਇਹ ਨਹੀਂ ਹੋਇਆ ਕਿ ਹੋਂਦ ਚਲੀ ਗਈ। somehow that feeling still there। ਕਿਉਂਕਿ ਮੈਨੂੰ ਸਾਰਾ ਕੁਝ ਵਾਕਈ ਸਾਰੇ ਯਾਦ ਆ ਜਾਂਦਾ। ਜਦ ਮੈਂ ਪੇਪਰ ਦੇਖਣਾ ਮੈਂ ਕਹਿੰਦਾ ਚਲੋ ਉਹ ਇੱਥੇ ਹੀ ਨੇ। ਔਰ ਉਹਨਾਂ ਦੀ ਜੋ ਸ਼ੈਲੀ ਸੀ ਉਹ ਕਮਾਲ ਦੀ ਸੀ ਜੀ। ਇਸ ਕਰਕੇ ਮੈਂ ਤਾਂ ਇਹ ਕਹਿੰਦਾ ਵੀ ਮੇਰੇ ਹਿਸਾਬ ਨਾਲ ਜੰਮੂ ਸਾਹਿਬ ਦੀ ਹੋਂਦ ਹਮੇਸ਼ਾ ਰਹੂਗੀ। ਉਹਨਾਂ ਦਾ ਅਸੀਂ ਮਹਿਸੂਸ ਕਰਦੇ ਹਾਂ ਦਿਲ ਦੇ ਵਿੱਚ ਤੇ ਕਰਦੇ ਰਹਾਂਗੇ। ਤੇ ਭੈਣ ਜੀ ਉਹਨਾਂ ਨਾਲ ਤਾਂ ਸਾਡੀ ਮੁਲਾਕਾਤ ਹੁੰਦੀ ਰਹਿੰਦੀ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਜਦੋਂ ਕਦੇ ਵੀ ਤੁਹਾਨੂੰ ਜ਼ਰੂਰਤ ਪਵੇ ਜੀ ਸੱਦ ਕੇ ਸਾਨੂੰ ਕਾਲ ਇਨ ਕਰਿਓ, ਵਿਲ ਬੀ ਵੈਰੀ ਹੈਪੀ ਟੂ ਹੈਲਪ ਯੂ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਖਾਸ ਤੌਰ ਤੇ ਤੁਹਾਡਾ ਕਿ ਤੁਸੀਂ ਕਵਰੇਜ ਦੇ ਰਹੇ ਹੋ। ਧੰਨਵਾਦ ਜੀ, ਤੁਹਾਡਾ ਸਾਰਿਆਂ ਦਾ ਸਹਿਯੋਗ ਹੈ ਜੀ। ਅਗੇਨ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਸ਼ੁਕਰਾਨਾ, ਤੁਹਾਡੇ ਸਾਰਿਆਂ ਦਾ ਸਹਿਯੋਗ ਹੈ। ਅਸੀਂ ਜੋ ਬੈਸਟ ਜੋ ਅਸੀਂ ਕਰ ਸਕਦੇ ਹਾਂ ਜ਼ਰੂਰ ਕਰਾਂਗੇ, ਆਉਣ ਵਾਲੇ ਟਾਈਮ 'ਚ ਵੀ ਕਰਾਂਗੇ। ਬਹੁਤ ਸੋਹਣੇ ਵਿਚਾਰ ਗਿੱਲ ਸਾਹਿਬ ਤੁਸੀਂ ਪੇਸ਼ ਕੀਤੇ। ਮਾਨਯੋਗ ਭਾਈ ਸਾਹਿਬ ਪ੍ਰਦੀਪ ਸਿੰਘ ਗਿੱਲ ਵੀ ਸਾਡਾ ਆਏ ਹੋਏ ਨੇ, ਜਿਹੜੇ ਕਿ ਵਰਜੀਨੀਆ ਸਟੇਟ ਤੋਂ ਹੈ, ਤੇ ਮੈਂ ਕਹੂੰਗਾ ਇੱਕ ਦੋ ਸ਼ਬਦ ਉਹ ਜ਼ਰੂਰ ਕਹਿਣ। ਤੁਸੀਂ ਗੁਰਮੇਲ ਸਿੰਘ ਕੰਗ। ਬਚਪਨ ਦੇ ਦੋਸਤ। ਤੁਹਾਡਾ ਬਹੁਤ ਬਹੁਤ ਧੰਨਵਾਦ। ਰੇਡੀਓ ਨਿਊਜ਼ ਚੁਣ ਕੇ ਕਵਰ ਕਰ ਰਹੇ ਹੋ ਤੇ ਮੋਦੀ ਸਿੰਘ ਦਾ ਮੈਂ ਬੈਸਟ ਫਰੈਂਡ ਸਮਝਦਾ ਆਪ ਨੂੰ, ਕਿਉਂਕਿ ਮੈਂ ਯੂਨੀਵਰਸਿਟੀ ਦੇ ਵਿੱਚ ਉਹਨਾਂ ਨਾਲ ਪੜ੍ਹਿਆ।
ਉਸ ਤੋਂ ਬਾਅਦ ਜਦੋਂ ਉੱਥੇ ਆ ਗਏ ਹਮੇਸ਼ਾ ਮੈਂ ਉਹਨੂੰ ਮਿਲਦਾ ਰਿਹਾ, ਸਾਲ 3-4 ਚੱਕਰ ਮੇਰੇ ਜ਼ਰੂਰ ਲੱਗਦੇ ਸੀਗੇ। ਅਖੀਰ ਤੱਕ ਮੈਂ ਆਉਂਦਾ ਰਿਹਾ, ਅਖੀਰ ਚ ਆ ਕੇ ਕਰੋਨੇ ਕਰਕੇ ਫਲਾਈਟਾਂ ਵਗੈਰਾ ਨਹੀਂ ਸੀ ਹੁੰਦੀਆਂ ਤੇ ਚਲੋ ਸਾਡੇ ਕੋਲ ਚਲੇ ਗਏ, ਦੁੱਖ ਲੱਗਦਾ, ਪਰ ਸਾਰਾ ਹੋਰ ਪਰਿਵਾਰ ਉਹਦਾ ਸਾਡੇ ਨਾਲ ਹੈ ਤੇ ਅਖਬਾਰ ਉਹਦੇ ਸਾਡੇ ਨਾਲ, ਅਸੀਂ ਮਹਿਸੂਸ ਕਰਦੇ ਸਾਡੇ ਕੋਲ ਹੀ ਨੇ। ਤੇ ਅੱਗੇ ਵਾਸਤੇ ਵੀ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਤੇ ਅਸੀਂ ਵੀ ਉੱਤੇ ਰਹਾਂਗੇ ਤੇ ਪੇਪਰ ਚੱਲਦਾ ਰਹੇਗਾ ਤੇ ਤੁਹਾਡਾ ਬਹੁਤ ਧੰਨਵਾਦ ਜੀ। ਗੁਰਮੇਲ ਸਿੰਘ ਕੰਗ ਜੀ, ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਆ ਔਨ 에ਅਰ ਕਿ ਮੇਰੇ ਤੋਂ ਨਾਮ ਗਲਤ ਰਹੇਗਾ, ਮੈਂ ਸੀਕੁਐਂਸ 'ਚ ਗਲਤ ਹੋ ਗਿਆ। ਤੁਸੀਂ ਬਹੁਤ ਸੋਹਣਾ ਵਿਚਾਰ ਦਿੱਤਾ, ਬਹੁਤ ਬਹੁਤ ਧੰਨਵਾਦ। ਤੁਸੀਂ ਵਰਜੀਨੀਆ ਤੋਂ ਉਚੇਚੇ ਚੱਲ ਕੇ ਆਏ ਜਿੱਦਾਂ ਅਸੀਂ ਆਏ, ਬਹੁਤ ਧੰਨਵਾਦ ਤੁਹਾਡਾ। ਸਾਡੇ ਨੈਕਸਟ ਗੈਸਟ ਨੇ ਜੀ ਗੁਰਸਿੰਘ ਜੀ, ਜਿਹੜੇ ਕਿ ਪੁਰਾਣੇ ਸਾਰ ਤੋਂ ਪੁਰਾਣੇ ਸਾਥੀ ਸਰਦਾਰ ਅਮੋਲਕ ਸਿੰਘ ਜੰਮੂ ਦੇ ਆ, ਉਹਨਾਂ ਦੇ ਵਿਚਾਰ ਲਵਾਂਗੇ। ਬਹੁਤ ਬਹੁਤ ਸਵਾਗਤ ਜੀ, ਕੀ ਕਹਿਣਾ ਚਾਹੋਗੇ? ਜਸਟ ਟੀਵੀ ਦਾ ਬਹੁਤ ਬਹੁਤ ਧੰਨਵਾਦ। ਸਾਲ ਹੋ ਗਿਆ ਸੀ ਇਹ ਦੁਬਾਰਾ ਤੇ ਮੇਰੀ ਨਿਗਾਹ 'ਚ ਹਮੇਸ਼ਾ ਅਖਬਾਰ ਚਲਾਉਣਾ ਬੜਾ ਵੱਡਾ ਮੋਟਾ ਕੰਮ ਹੁੰਦਾ ਤੇ ਮੈਂ ਕਦੀ ਨਹੀਂ ਸੋਚਿਆ ਕਿ ਵੀ ਇਹ ਆਪਣੀ ਰੀਚ ਵੀ ਕਦੀ ਹੋ ਸਕਦਾ ਹੈਗਾ ਜੀ, ਪਰ ਫਿਰ ਵੀ ਕਿਹਾ ਖਰਚਾ ਕਿੰਨਾ ਕਹੂੰਗਾ। ਤੇ ਉਹ ਕਹਿੰਦੇ 350 ਰੁਪਏ ਦੇ ਨਾਲ ਕਿ ਮੈਂ ਆਪਣਾ ਖਰਚਾ ਕੋਈ ਨਹੀਂ, 350 ਨਾਲ ਪਹਿਲਾ ਪੇਪਰ ਨਿਕਲ ਸਕਦਾ ਜੀ, ਹਮ ਸੋਚ $350 ਦੇ ਨਾਲ। ਚਲੋ ਜੀ ਉਸ ਕਿਸੇ ਅਫਸਰ ਨਾਲ ਕਹਿੰਦਾ ਚਲੋ ਪਹਿਲੀ ਵਾਰੀ ਦਾ ਮੇਰਾ ਅਸੀਂ ਇੱਕ ਮਹੀਨੇ ਦਾ ਤੈਅ ਕਰ ਲਏ, ਬਾਅਦ ਹਫ਼ਤੇ ਮਗਰੋਂ $350 ਖਰਚ ਕੇ ਹੀ ਪੇਪਰ ਚਾਲੂ ਹੋ ਜਾਊਗਾ ਜੀ। ਤੇ ਬਾਕੀ ਹਿਸਟਰੀ ਆ, ਸਭ ਸਾਨੂੰ ਪਤਾ ਵਾ ਕਿੱਥੋਂ ਕਿੱਥੇ ਪਹੁੰਚੇ ਜੀ। ਉਦੋਂ ਵੀ ਇਹ ਮੈਡੀਸਨ ਲੈਂਦੇ ਸਨ ਤੇ ਕਾਫੀ ਢਿੱਲੇ ਸੀ। ਡਾਕਟਰਸ ਨੇ ਵੀ ਕਿਹਾ ਸੀ ਤੁਸੀਂ 5 ਸਾਲ ਜਾਂ 7 ਸਾਲ ਹੈਗੇ ਹੋ। ਜਦੋਂ ਕੰਮ ਕਰਦੇ ਹੁੰਦੇ ਸੀ ਥੱਕ ਜਾਂਦੇ ਸੀ ਤੇ ਕਈ ਵਾਰੀ ਥੱਲੇ ਚਾਦਰ ਵਿਛਾ ਕੇ ਤੇ ਲੰਮੇ ਪੈ ਜਾਣਾ ਜੀ। ਲੇਕਿਨ ਕੁਐਸਚਨ ਸੀ, ਕੋਈ ਸ਼ਿਕਨ ਨਹੀਂ ਸੀ ਹੈਗੀ। ਹਿੰਮਤ ਦੀ ਬੁਲੰਦੀ ਜਿਹੜੀ ਹੈਗੀ ਆ ਬਹੁਤ ਬੇਸ਼ੱਕ ਸਾਦਾ ਹੋ ਗਿਆ, ਬੜੇ ਘੱਟ ਬੰਦਿਆਂ 'ਚ ਮੈਂ ਇੰਨੀ ਬੁਲੰਦੀ ਦੇਖੀ ਜਿਹੜੀ ਮੈਂ ਉਹਨਾਂ 'ਚ ਦੇਖੀ ਜੀ। ਤੇ ਫਿਰ ਜਿਹੜੇ ਲੈਵਲ ਤੇ ਪੇਪਰ ਪਹੁੰਚਾ ਉਹ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ, ਸਾਨੂੰ ਸਾਰਿਆਂ ਨੂੰ ਪਤਾ ਹੈਗਾ। ਐਂਡ ਆਈ ਡੂ ਸੇ ਕਿ ਜਿਸ ਤਰ੍ਹਾਂ ਵੀ ਮੈਂ ਇਹੋ ਜਿਹਾ ਪੇਪਰ ਨਾਰਥ ਅਮਰੀਕਾ 'ਚ ਦੇਖਿਆ ਨਹੀਂ। ਜੀ 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 ਜੀ। ਚਲੇ ਗਏ ਪਰ 5-7 ਸਾਲ ਦੀ ਬਜਾਏ 22 ਸਾਲ ਰਹੇ ਉਸ ਤੋਂ ਬਾਅਦ। ਜੀ 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 ਜੀ। ਇਹ ਜਿੰਨੀ ਦੇਰ ਤੱਕ ਅਕਾਲ ਪੁਰਖ ਦੀ ਕਿਰਪਾ ਜੀ ਤੇ ਅੰਦਰ ਚੜ੍ਹਦੀ ਕਲਾ ਦਾ ਬੱਤੀ ਨਾ ਜਗਦੀ ਹੋਵੇ ਤੇ ਗੱਲ ਬਣਦੀ ਨਹੀਂ ਬਣਦੀ ਜੀ। ਉਹ ਸਭ ਕੁਝ ਸੀ। ਹੁਣ ਆ ਜਾਂਦਾ ਹੈਗਾ ਕਿ ਉਹ ਤੇ ਆਪਣਾ ਕੰਮ ਕਰਕੇ ਚਲੇ ਗਏ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਵੀ ਜੇ ਫਰਜ਼ ਕਰ ਲਓ ਪੇਪਰ ਨੂੰ ਜ਼ਰੂਰਤ ਹੈਗੀ ਹੈ, ਕਿਸ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੈਗੀ ਆ, ਅਸੀਂ ਮੈਂ ਵੀ 6 ਮਹੀਨੇ ਬਾਅਦ, ਸਾਲ ਬਾਅਦ, 3 ਮਹੀਨੇ ਬਾਅਦ ਬੈਠ ਕੇ ਸੋਚੀਏ ਵੀ ਕੁਝ ਉਪਰਾਲੇ ਦੀ ਜ਼ਰੂਰਤ ਹੈਗੀ ਆ ਤੇ ਜਿਹੜਾ ਉਹਨਾਂ ਨੇ ਆਪਣਾ ਦੀਵਾ ਬਾਲਿਆ ਉਹ ਤੇਲ ਪਾਉਂਦੇ ਰਹੀਏ ਤੇ ਦੀਵਾ ਅੱਗੇ ਹੋਰ ਬਲਦਾ ਰਹੇ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਬਹੁਤ ਸੋਹਣੇ ਵਿਚਾਰ ਸਾਂਝੇ ਕੀਤੇ। ਖਾਲਸਾ ਫਤਿਹ। ਆਪਣੇ ਨੈਕਸਟ ਗੈਸਟ ਨੇ ਸਤਨਾਮ ਸਿੰਘ ਔਲਖ, ਸਰਦਾਰ ਸਤਨਾਮ ਸਿੰਘ ਔਲਖ। ਔਲਖ ਸਾਹਿਬ, ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਮੈਂ ਚਾਹੂੰਗਾ ਆਪਣੇ ਕੋਲ 1.5 ਮਿੰਟ ਹੈਗਾ, ਤੁਸੀਂ ਆਪਦੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ ਸਰਦਾਰ ਅਮੋਲਕ ਸਿੰਘ ਜੰਮੂ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਅਲੀ ਨੇ ਜਿਹੜਾ ਪਲੇਟਫਾਰਮ ਕ੍ਰੀਏਟ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੇਰਾ ਨਾਮ ਸਤਨਾਮ ਸਿੰਘ ਔਲਖ, ਮੈਂ 20 ਈਅਰ BSF ਵੈਟਰਨ ਪਾਰਟ 2 ਵਾਰ 65 ਐਂਡ 71 ਜੀ। ਮੈਂ ਬੋਰਡ ਦੇ ਵਿੱਚ ਸੀਗਾ ਇੱਥੇ ਜਦੋਂ 2000 ਵਿੱਚ ਇਹਨਾਂ ਨੇ ਆਪਣਾ ਇੱਕ ਪੇਪਰ ਤੇ ਪੇਪਰ ਕੱਢਿਆ ਸੀਗਾ। ਵਾਰੀ ਵੀ ਸਾਡੇ ਰੈਕੋਰਡ ਸ਼ਾਇਦ ਹੋਏਗਾ। ਤੇ ਇਹ 2008 ਤੋਂ ਅਸੀਂ ਕਾਰ ਸੇਵਾ ਵਿੱਚ ਕਮਿਊਨਿਟੀ ਸਰਵਿਸ ਇੱਥੇ ਸਟਾਰਟ ਹੋਈ ਹੈ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ। ਤੇ ਉਹਦੇ ਵਿੱਚ ਵੀ ਅਸੀਂ ਜਿਹੜੀ ਉਹਨਾਂ ਨੂੰ ਐਡ ਦਿੰਦੇ ਸੀ, ਜੋ ਵੀ ਫੋਟੋਆਂ ਨੇ, ਤੇ ਉਹ ਆਪਣਾ 1-2 ਪੇਜ ਪੂਰਾ ਫੁੱਲ ਲਾਉਂਦੇ ਹੁੰਦੇ ਸੀ।
ਤੇ ਹਮੇਸ਼ਾ ਜਦੋਂ ਸਾਡੀ ਕਾਰ ਸੇਵਾ ਵੱਡੀਆਂ 3 ਕਾਰ ਸੇਵਾ ਅਸੀਂ ਕਰਾਉਣੇ ਆ ਸਪਰਿੰਗ ਸਮਰ ਐਂਡ ਫਾਲ ਤੇ ਉਹਦੇ ਵਿੱਚ ਉਹ ਆਪ ਖੁਦ ਆ ਕੇ ਇੱਥੇ ਸਾਰਾ ਜਾਇਜ਼ਾ ਲੈ ਕੇ ਜਿੰਨਾ ਚਿਰ ਉਹ ਚੱਲਦੇ ਫਿਰ ਉੱਤੇ ਉਸ ਤੋਂ ਬਾਅਦ ਵੀਲ ਚੇਅਰ ਤੇ ਆ ਕੇ ਸਾਰੇ ਉੱਪਰ ਥੱਲੇ ਜਾ ਕੇ ਸਾਰੇ ਵਿੰਦੇ ਰਹੇ ਤੇ ਉਹ ਆਪਣਾ ਸਾਰਾ ਲਿਖ ਕੇ ਤੇ ਆਪਣੇ ਪੇਪਰ ਜੇ ਦਿੰਦੇ ਰਹੇ ਤੇ ਜੰਮੂ ਸਾਹਿਬ ਦਾ ਤੇ ਦੇਖੋ ਤਾਂ ਸਾਰੇ ਨੇ ਬਹੁਤ ਵਧੀਆ ਜ਼ਿਕਰ ਜਿਹੜਾ ਕੀਤਾ ਜਿਸ ਤਰ੍ਹਾਂ ਗੁਰਸਿੰਘ ਉਹਨਾਂ ਨੇ ਇਹਨਾਂ ਨੇ ਦੱਸ ਹੀ ਦਿੱਤਾ ਕਿ ਕਿਸ ਤਰ੍ਹਾਂ ਸ਼ੁਰੂ ਹੋਈ ਤੇ ਉਹ ਬੜੇ ਸੱਚੇ ਸੁੱਚੇ ਇਨਸਾਨ ਬੜੇ ਨਿਡਰ ਨਿਡਰਕ ਤੇ ਉਹ ਕਿਸੇ ਚੀਜ਼ ਤੋਂ ਡਰਨ ਵਾਲੇ ਨਹੀਂ ਸੀ ਤੇ ਅਖੀਰ ਤੱਕ ਉਹ ਆਪਣੇ ਚੜ੍ਹਦੀ ਕਲਾ 'ਚ ਰਹੇ ਆ ਜਾਣ ਤੋਂ ਕੁਝ ਮਹੀਨੇ ਪਹਿਲਾਂ ਕਾਰ ਸੇਵਾ ਹੋਈ ਸੀ ਮੈਂ ਗਿਆ ਉੱਥੇ ਉਹਨਾਂ ਨੇ ਸਾਰਾ ਵੇਖ ਕੇ ਆਪਣਾ ਪੇਪਰ ਤੇ ਵੱਡੀ ਸਕਰੀਨ ਲੱਗੀ ਸੀਗੀ ਉੱਥੇ ਵੇਖ ਕੇ ਸਾਰਾ ਉਹਨੇ ਜੋ ਕਰੈਕਸ਼ਨ ਕੁਛ ਔਰ ਸਭ ਕਿਹੜੇ ਕਰੇਗਾ ਸੋ ਉਹ ਬੜੇ ਚੰਗੇ ਇਨਸਾਨ ਸੀ ਉਹਨਾਂ ਨੇ ਪੰਜਾਬੀਅਤ ਦੀ ਜੋ ਸੇਵਾ ਕੀਤੀ ਆ ਉਹ ਬੜੀ ਇੱਕ ਸਲਾਹਨਾਯੋਗ ਆ ਬਹੁਤ ਸੋਹਣਾ ਉਪਰਾਲਾ ਬਹੁਤ ਜੀ ਕਾ ਖਾਲਸਾ ਔਲਖ ਸਾਹਿਬ ਬਹੁਤ ਵਧੀਆ ਤੁਸੀਂ ਐਲੈਬੋਰੇਸ਼ਨ ਦਿੱਤੀ ਬਹੁਤ ਵਧੀਆ ਤੁਸੀਂ ਵਿਸਥਾਰ ਨਾਲ ਉਹਨਾਂ ਬਾਰੇ ਗੱਲ ਝਾਤ ਪਾਈ ਨੈਕਸਟ ਸਾਡੇ ਜਿਹੜੇ ਗੈਸਟ ਨੇ ਪ੍ਰਦੀਪ ਸਿੰਘ ਗਿੱਲ ਸਰਦਾਰ ਸਾਹਿਬ ਗਿੱਲ ਸਾਹਿਬ ਸਵਾਗਤ ਤੁਹਾਡਾ ਪ੍ਰੋਗਰਾਮ 'ਚ ਵੀ ਤੇ ਆਪਣੇ ਕੋਲ ਜਿੰਨਾ ਕੁ ਟਾਈਮ ਹੋਇਆ 1-2 ਮਿੰਟਾਂ ਤੁਸੀਂ ਵੀ ਆਪਦੇ ਵਿਚਾਰ ਸਾਂਝੇ ਕਰੋ ਤੇ ਸਾਰਿਆਂ ਨੇ ਦੱਸਿਆ ਜਿੱਦਾਂ ਦੇ ਇਨਸਾਨ ਸੀਗੇ ਮੈਨੂੰ ਪਤਾ ਲੱਗਿਆ ਵੀ ਤੁਸੀਂ ਵੀ ਟਾਈਮ ਕਾਫੀ ਗੁਜ਼ਾਰਿਆ ਨਾਲ ਉਹਨਾਂ 'ਚ ਕੀ ਚੀਜ਼ ਹੈ ਜਿਹੜੇ ਇੰਨੀ ਬਿਮਾਰੀ ਜਿਹੜੀ ਸਿਕਨੈਸ ਸੀਗੀ ਉਸ ਦੇ ਵਿੱਚ ਵੀ ਉਹ ਚੜ੍ਹਦੀ ਕਲਾ 'ਚ ਰਹੇ ਤੇ ਹੁਣ 1 ਸਾਲ ਤੁਸੀਂ ਉਹਨਾਂ ਤੋਂ ਬਿਨਾਂ ਗੁਜ਼ਾਰਿਆ ਸਾਰੀ ਸੰਗਤ ਨੇ ਕਿਦਾਂ ਦਾ ਤੁਹਾਨੂੰ ਫੀਲ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਥੋਂ ਪਹਿਲਾਂ ਸਾਰੇ ਪੈਨਲ ਦੇ ਜਿੰਨੇ ਹੈਗੇ ਆਪਣੇ ਸੱਜਣਾ ਨੇ ਉਹਨਾਂ ਬਾਰੇ ਜਿਹੜੀ ਇੱਕ ਵੈਕਿਊਮ ਜਿਹਾ ਕ੍ਰੀਏਟ ਹੋ ਗਿਆ ਸੀ ਉਹਦੀ ਪੂਰਤੀ ਹੋਈ ਇਹਦੇ ਨਾਲ ਤੇ ਇਸ ਨੂੰ ਰੈਗੂਲਰਲੀ ਪੜ੍ਹਨਾ ਤੇ ਇਸ ਦਾ ਇੱਕ ਬਹੁਤ ਵੱਡੀ ਜਿਹੜੀ ਚੀਜ਼ ਕਮਿਊਨਿਟੀ ਨੂੰ ਮਿਲਦੀ ਹੈ ਉਹ ਇਹ ਹੈ ਕਿ ਪੰਜਾਬੀ ਦੇ ਨਾਲ ਜੁੜਦੇ ਹਨ ਆਪਦੀ ਮਾਂ ਬੋਲੀ ਦੇ ਨਾਲ ਜੁੜਦੇ ਹਨ ਤੇ ਬਾਕੀ ਜਿਹੜੇ ਉਹਨਾਂ ਦੇ ਆਰਟੀਕਲਸ ਹੁੰਦੇ ਹਨ ਪੰਜਾਬ ਟਾਈਮਸ ਦੇ ਉਹ ਬੜੇ ਨੌਲੇਜੇਬਲ ਹੁੰਦੇ ਨੇ ਤੇ ਉਹ ਬੇਸ਼ੱਕ ਸਾਡੇ ਵਿੱਚੋਂ ਚਲੇ ਗਏ ਨੇ ਪਰ ਜਿਹੜੀ ਉਹਨਾਂ ਦੀ ਇੱਕ ਕਮਿਊਨਿਟੀ ਨੂੰ ਦੇਣ ਹੈ ਉਹ ਵੀ ਸਾਡੇ ਵਿੱਚ ਹੈ ਹਰੇਕ ਹਫ਼ਤੇ ਸਾਨੂੰ ਪੰਜਾਬੀ ਟ੍ਰਿਬਿਊਨ ਜਿਹੜਾ ਪੰਜਾਬ ਟਾਈਮਸ ਜਿਹੜਾ ਉਹ ਪੜ੍ਹਨ ਨੂੰ ਮਿਲਦਾ ਤੇ 2 ਸਾਲ ਜਿਹੜਾ ਕਿ ਕੋਵਿਡ ਪੈਂਡੈਮਿਕ ਕਰਕੇ ਉਹ ਪ੍ਰਿੰਟ ਨਹੀਂ ਸੀ ਹੁੰਦਾ ਉਹ ਆਨਲਾਈਨ ਵੀ ਮਿਲਦਾ ਰਿਹਾ ਸੋ ਇਹਨਾਂ ਨੇ ਆਪਣੇ ਯਤਨ ਪੂਰੇ ਰੱਖੇ ਨੇ ਬਹੁਤ ਬਹੁਤ ਧੰਨਵਾਦੀ ਹਨ ਇਹਨਾਂ ਦੇ ਸਾਰੇ ਸਟਾਫ ਦੇ ਤੇ ਜਿੰਨੀ ਕੁ ਮਿਹਨਤ ਇਹਨਾਂ ਨੂੰ ਕਰਨੀ ਪੈਂਦੀ ਹੈ ਇੱਕ ਕਮਿਊਨਿਟੀ ਨੂੰ ਪੇਪਰ ਦਿੱਤਾ ਹੈ ਧੰਨਵਾਦ ਜੀ ਗਿੱਲ ਸਾਹਿਬ ਧੰਨਵਾਦ ਬਹੁਤ ਸੋਹਣਾ ਤੁਸੀਂ ਵਿਚਾਰ ਦਿੱਤੇ ਆ ਸਾਡੇ ਨਾਲ ਗੈਸਟ ਪਿੱਛੇ ਬੈਠੇ ਆ ਗੁਰਸਿੱਖ ਨੇ ਹਰਵਿੰਦਰ ਸਿੰਘ आहूजा साहब स्वागत जी गुरसिख पिछे बैठे मैनू नाम नहीं पता दर्शकों तो माफी मंगदा हरविंदर सिंह आहूजा जिहड़े काफी टाइम तो विचार सुन भी रहे तो बड़े शांत तरीके नाल बैठे की कहना चाहोगे सरदार अमोलक सिंह जम्मू की पहली बरसी ते वाहिगुरू जी का खालसा वाहिगुरू जी की फतेह शेख साधु जी कहंदे ने जी जिहड़ा मनुख अपनी यादगार अपने हाथ नाल बना जांदा वो हमेशा हमेशा अमर हो जाता जी वाहिगुरू जी का खालसा वाहिगुरू जी की बहुत बहुत धन्यवाद आहूजा साहब तुसीं आपदे विचार साझे कीते दर्शकों अगेन मैं कहूँगा तरह तरह के मोती परोए जाते हैं तो माला बनती है मैनू नहीं पता सीगा मैं पंजाब टाइम नाल जिहड़ा अखबार है बहुत टाइम तो जुड़िया हाँ उहदे विच मैं लेखकां नूं जे कहां साडे कैलीफोर्निया सरदार तरलोचन सिंह दुपालपुर है अशोक भौरा जी ने बड़े अजीज ने मेरे वो पर उस तो बाद जे माणयोग जतिंदर पन्नू जी लै लीए या होर बहुत है कैलीफोर्निया सैक्रामेंटो तो भैन जी ने जिन्ने भी आ मैं सारिਆਂ ਦੇ नाम शायद मैनू याद भी ना होण मैं सोचदा सी कि वो जिहड़ी माला है सिर्फ उत्थे तक ही सीमित है पर नहीं अज मैं होर मोती देखे माला होर लंबी हो गई सारे मोती परो के रखे सरदार अमोलक सिंह जम्मू जी ने और पंजाब टाइम दे विच ओह जिहड़े लेखक है उन्हां दे नाम आउंदे सी बाकी मोती जिहड़े लुके होए सीगे
ਦਰਸ਼ਕੋ ਸਭ ਤੋਂ ਪਹਿਲਾਂ ਤਾਂ ਫਿਰ ਅਗੇਨ ਗੁਰਦੁਆਰਾ ਪੈਲਾਟਾਈਨ ਸਾਹਿਬ ਜਿਹੜੇ ਹੈਗੇ ਆ ਉਹਨਾਂ ਦੇ ਮੈਨੇਜਮੈਂਟ ਤੇ ਉਹਨਾਂ ਦੇ ਪ੍ਰਧਾਨ ਸਾਹਿਬ ਸਰਦਾਰ ਜੈਰਾਮ ਸਿੰਘ ਕਾਲੋਂ ਦਾ ਅਸੀਂ ਸ਼ੁਕਰਗੁਜ਼ਾਰ, ਉਹਨਾਂ ਸਾਨੂੰ ਕਾਨਫਰੰਸ ਦਿੱਤੀ। ਮੈਂ ਮਨਦੀਪ ਨੂੰ ਕਹੂੰਗਾ ਕਿ ਜੇ ਕਿਤੇ ਲੱਭ ਕੇ ਲਿਆ ਸਕਦੇ ਤਾਂ 2 ਮਿੰਟ ਉਹਨਾਂ ਨੂੰ ਸਾਡੇ ਰੂਬਰੂ ਕਰੋ। ਦਰਸ਼ਕੋ ਉਸੇ ਹੀ ਮਾਲਾ ਦਾ ਇੱਕ ਮੋਤੀ ਹੈਗਾ ਸਾਡੇ ਨਾਲ ਜਿਹੜਾ ਕਿ ਬਹੁਤ ਪਹਿਲਾਂ ਤੋਂ ਸਰਦਾਰ ਅਮੋਲਕ ਸਿੰਘ ਜੰਮੂ ਨਾਲ ਜੁੜਿਆ ਹੋਇਆ। ਕਿੱਦਾਂ ਪੰਜਾਬ ਟਾਈਮ ਸ਼ੁਰੂ ਹੋਈ, ਜਿੱਦਾਂ ਭਾਈ ਸਾਹਿਬ ਨੇ ਉੱਥੇ ਦੱਸਿਆ ਵੀ ਇਦਾਂ ਸੀ 4-5 ਜਾਣੇ ਬੈਠੇ ਸੀ, ਉਸ ਤੋਂ ਬਾਅਦ ਅਪ ਐਂਡ ਡਾਊਨ ਆਏ, ਬਿਮਾਰੀ ਠਮਾਰੀ ਵੀ ਆਈ, ਉਸ ਤੋਂ ਬਾਅਦ ਪਿਛਲੇ ਸਾਲ ਵਿਛੋੜਾ ਤਾਂ ਦੇ ਹੀ ਗਏ ਆ, ਪਰ ਉਸੇ ਮਾਲਾ ਦਾ ਇੱਕ ਮੋਤੀ ਸਾਡਾ ਨਾਲ ਬੈਠਾ ਹੈ ਡਾਕਟਰ ਇਸ਼ਪਾਲ ਸਿੰਘ ਬਾਜਵਾ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਤੇ ਮੈਂ ਚਾਹੂੰਗਾ ਤੁਸੀਂ ਸ਼ੁਰੂ ਤੋਂ ਲੈ ਕੇ ਜਿਹੜਾ ਹੈ ਐਂਡ ਤੱਕ ਤੁਸੀਂ ਪੂਰੀ ਜਿਹੜੀ ਆ ਸਮਰੀ ਦੱਸੋ ਕੀ ਹੋਇਆ ਤੇ ਆਹ ਸਾਲ ਤੁਹਾਡਾ ਕਿੱਦਾਂ ਦਾ ਗਿਆ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਜੀ ਕਿ ਮੈਨੂੰ ਇਹ ਡਿਊਟੀ ਮਿਲੀ ਸੀਗੀ ਵੀ ਇਹ ਕੋਆਰਡੀਨੇਟ ਕਰਨਾ, ਤੇ ਮੈਂ ਜਿਹਨੂੰ ਵੀ ਕਾਲ ਕੀਤੀ ਜੀ ਕਾਲ ਤੇ ਸਾਰੇ ਹਮਾ ਕੇ ਇੱਥੇ ਆਏ ਤੇ ਆਪਣਾ ਉਹਨਾਂ ਨੇ ਯੋਗਦਾਨ ਪਾਇਆ। ਜਿਹੜੀ ਗੱਲ ਸਰਦਾਰ ਗੁਰਸੇਨ ਨੇ ਦੱਸੀ ਹੈ ਜੀ ਵੀ ਉਹ 3 ਬੰਦੇ ਤੇ ਚੌਥੇ ਉਹ ਬੈਠੇ ਸੀ ਇਹਨਾਂ ਨਾਲ, ਮੈਂ ਉਹਨੂੰ ਤਸਦੀਕ ਕਰਦਾ ਜੀ, ਕਿਉਂਕਿ ਮੇਰੀ ਪਹਿਲੀ ਜਿਹੜੀ ਮੁਲਾਕਾਤ ਸੀ ਮੇਰੇ ਆਫਿਸ ਵਿੱਚ ਵਿਲਾ ਪਾਰਕ ਨਾਰਥ ਐਵਨਿਊ ਤੇ ਗੁਰਸਿੰਘ, ਸਰਦਾਰ ਬਲਕਾਰ ਸਿੰਘ ਤੇ ਲੇਟ ਸਰਦਾਰ ਹਰਜਾਬ ਸਿੰਘ ਸੰਘ ਔਰ ਅਮੋਲਕ ਜੰਮੂ ਇਹ ਉੱਥੇ ਆਏ। ਤਾਂ ਉਹੀ ਜਿਹੜੀ ਗੱਲ ਉਹ ਭਾਈਆ ਜੀ ਨੇ ਡਿਟੇਲ ਚ ਦੱਸੀ ਹੈ, ਇਹ ਬਿਲਕੁਲ ਇਵੇਂ ਹੋਇਆ। ਔਰ ਇਹ ਫਿਰ ਇੰਨੀ ਮਤਲਬ ਇਹਨਾਂ ਦੀ ਜਿਹੜੀ ਸੀਗਾ ਉਹ ਬਣਾਉਣਾ, ਸਿਰਾਕਸ ਕਰਨੀ, ਪ੍ਰਿੰਟ ਕਰਨਾ, ਪਰ ਉਹ ਵੱਧਦਾ ਜਿਹੜਾ ਉਹ ਨਿਊਜ਼ਪੇਪਰ ਸੀ ਉਹ ਬਹੁਤ ਵੱਧ ਗਿਆ। ਔਰ ਉਹ ਇੰਨਾ ਵਧਿਆ ਵੀ ਉਹਨੂੰ ਇੱਕ ਬਹੁਤ ਅੱਛਾ ਮੁਕਾਮ ਹਾਸਲ ਹੋਇਆ, ਜਿਵੇਂ ਤੁਸੀਂ ਸਾਰਿਆਂ ਨੇ ਦੱਸਿਆ। ਉਹਦੇ ਚ ਮੈਂ ਹੋਰ ਤਾਂ ਕੁਝ ਐਡ ਨਹੀਂ ਕਰਦਾ, ਪਰ ਬਾਕੀ ਇਹ ਵੀ ਤੁਸੀਂ ਦੱਸਿਆ ਵੀ ਸੈਨ ਹੋਜ਼ੇ ਉੱਥੇ ਵੀ ਜਾਂਦਾ, ਉੱਥੋਂ ਵੀ ਰਾਈਟਰ ਹੈ, ਨਿਊਯਾਰਕ ਜਾਂਦਾ। ਸੋ ਇਹ ਬਹੁਤ ਅੱਛਾ ਪੇਪਰ ਹੈ। ਔਰ ਮੇਰੀ ਤਾਂ ਆਪਣੇ ਸ਼ਹਿਰ ਵਾਲਿਆਂ ਨੂੰ ਇਹੀ ਬੇਨਤੀ ਹੈ, ਜੇ ਅਸੀਂ ਇਹਨੂੰ ਸ਼ੁਰੂ ਕੀਤਾ ਸੀ, ਉਹਨਾਂ ਨੇ ਜੇ ਸਾਡਾ ਸ਼ਹਿਰ ਚੁਣਿਆ ਸੀ ਤੇ ਅਸੀਂ ਬੜੇ ਧੰਨਵਾਦੀ ਹਾਂ ਇਹਦੇ। ਉਹ ਨਿਊਯਾਰਕ ਵੀ ਜਾ ਸਕਦੇ ਸੀ, ਕੈਲੀਫੋਰਨੀਆ ਵੀ ਜਾ ਸਕਦੇ ਸੀ, ਤੇ ਜਿਹੜਾ ਸਾਡਾ ਸ਼ਹਿਰ ਹੈ, ਜਿਹੜੇ ਅਸੀਂ ਸਾਡੀ ਇੱਥੋਂ ਦੀ ਸੰਗਤ ਹੈ, ਉਹਨਾਂ ਨੂੰ ਇਸ ਚੀਜ਼ ਤੇ ਪੂਰਾ ਉਤਰਨਾ ਚਾਹੀਦਾ। ਭੈਣ ਜੀ ਦੀ ਪੂਰੀ ਸਪੋਰਟ ਕਰਨੀ ਚਾਹੀਦੀ ਹੈ, ਇਹਨਾਂ ਦੇ ਕਾਕੇ ਦੀ ਅਖਬਾਰ, ਕਿਉਂਕਿ ਸਾਡਾ ਏਮ ਜਿਹੜਾ ਹੈ ਉਹ ਅਖਬਾਰ ਨੂੰ ਚਾਲੂ ਰੱਖਣਾ। ਕਿਉਂਕਿ ਇਹ ਅਗਰ ਤੁਸੀਂ ਇਹ ਇੱਕ ਦੇਖੋ, ਅਗਰ ਅੱਜ ਨੂੰ 50 ਸਾਲ ਵੀ ਇਹ ਅਖਬਾਰ ਚੱਲਦਾ ਹੋਵੇ ਜੀ ਤੇ ਇੱਕ ਬੜੀ ਵੱਡੀ ਗੱਲ ਆ, ਅਸੀਂ ਕਿਸੇ ਨੇ ਵੀ ਨਹੀਂ ਰਹਿਣਾ। ਉਹ ਵੀ ਚਲੇ ਗਏ ਸਾਨੂੰ ਫਤਿਹ ਬੁਲਾ ਕੇ, ਤੇ ਆਪਾਂ ਵੀ ਸਾਰਿਆਂ ਚੱਲ ਜਾਣਾ। ਇਸ ਕਰਕੇ ਸਾਡੇ ਸ਼ਹਿਰ ਵਾਲਿਆਂ ਨੂੰ ਮੇਰੀ ਬੇਨਤੀ ਹੈ ਵੀ ਪਲੀਜ਼ ਇਹਨੂੰ ਆਪਾਂ ਕੋਆਰਡੀਨੇਟ ਕਰੀਏ। ਕੋਈ ਇੱਕ ਆਪਾਂ ਇਹੋ ਜੀ ਸਾਈਡ ਤੇ ਇਹਦੀ ਇੱਕ ਕਮੇਟੀ ਬਣਾ ਸਕਦੇ ਹਾਂ, ਜਿਹੜੀ ਕਿ 3 ਮਹੀਨੇ 6 ਮਹੀਨੇ ਮਿਲੀ। ਔਰ ਇਹਨਾਂ ਦੀ ਜਿਵੇਂ ਭਾਈਆ ਜੀ ਨੇ ਕਿਹਾ, ਚਾਚਾ ਸਾਹਿਬ ਨੇ ਵੀ ਕਿਹਾ, ਹੋਰਾਂ ਨੇ ਵੀ ਕਿਹਾ ਵੀ ਇਹਨਾਂ ਨਾਲ ਆਪਾਂ ਰਾਬਤਾ ਰੱਖੀਏ, ਔਰ ਜਿਹੜੇ ਸਾਡੇ ਨਵੇਂ ਪ੍ਰੋਗਰਾਮ ਆ ਉਹ ਇਹਦੇ ਚ ਐਡ ਕੀਤੇ ਜਾਣ। ਔਰ ਅਗਰ ਕਮਿਊਨਿਟੀ ਪ੍ਰੋਗਰਾਮ ਕੋਈ ਕਰਨਾ, ਕੋਈ ਬੱਚਿਆਂ ਦਾ ਪ੍ਰੋਗਰਾਮ ਕਰਨਾ, ਜਿਵੇਂ ਲਾਲ ਸਿੰਘ ਹਰਾਂ ਕਿਹਾ, ਸੋ ਇਹ ਅਖਬਾਰ ਹੋਰ ਵੀ ਤਰੱਕੀ ਤੇ ਜਾ ਸਕਦਾ। ਸੋ ਮੈਂ ਇੱਕ ਵਾਰੀ ਫਿਰ ਜਸ ਟੀਵੀ ਦਾ ਔਰ ਮੇਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਆਪਣੀ ਇਸ ਗੱਲ ਤੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਇੱਥੇ ਆ ਕੇ ਇਹ ਆਪਣੀ ਜੋ ਯਾਦ ਸੀ ਉਹ ਉਸ ਹਿਸਾਬ ਨਾਲ ਦੱਸੀ। ਸੋ ਬਾਕੀ ਅਖਬਾਰ ਹੁਣ ਵੀ ਚੱਲ ਰਿਹਾ ਹੈ। ਕੋਵਿਡ ਦੇ ਵਿੱਚ ਤਾਂ ਹੋਰ ਲੋਕਾਂ ਨੂੰ ਵੀ ਪ੍ਰੋਬਲਮ ਆਈ ਸੀ, ਪਰ ਮੈਨੂੰ ਇਹ ਲੱਗਦਾ ਕਿ ਇਹ ਅਖਬਾਰ ਬੁਲੰਦੀਆਂ 'ਚ ਹੀ ਰਹੇਗਾ। ਸੋ ਗੁਰਲਾਲ ਜੀ ਤੁਹਾਡਾ, ਆਪਣੇ ਤਿਮਾਨ ਸਾਹਿਬ ਤੁਹਾਡਾ, ਜਸ ਪੰਜਾਬੀ ਦਾ, ਸਾਰਿਆਂ ਦਾ ਸਾਡੇ ਵੱਲੋਂ ਧੰਨਵਾਦ, ਜੋ ਤੁਸੀਂ ਇੱਥੇ ਆ ਕੇ ਸਾਡੀ ਸੁਸਾਇਟੀ ਔਰ ਸਾਡੇ ਅਖਬਾਰ ਤੇ ਉਹਦੇ ਬਾਨੀ ਦਾ ਨਾਂ ਜਿਹੜਾ ਰੋਸ਼ਨ ਕੀਤਾ ਔਰ ਲੋਕਾਂ ਤੱਕ ਪਹੁੰਚਾਇਆ। ਥੈਂਕ ਯੂ ਵੈਰੀ ਮਚ। ਧੰਨਵਾਦ ਬਾਜਵਾ ਸਾਹਿਬ। ਡਾਕਟਰ ਸਾਹਿਬ ਮੈਂ ਬਹੁਤ ਸੋਹਣਾ ਤੁਸੀਂ ਕੀਤਾ ਆਪਦੇ ਹਿਸਾਬ ਨਾਲ, ਜੋ ਪਿਛੋਕੜ ਉਹ ਵੀ ਦੱਸਿਆ। ਸਾਰੇ ਜਿੰਨੇ ਦਰਸ਼ਕ ਬੈਠੇ ਆ, ਦਰਸ਼ਕ ਕੀ ਜਿੰਨੇ ਵੀ ਪੈਨਲਿਸਟ ਬੈਠੇ ਉਹਨਾਂ ਨੇ ਆਪਦਾ ਵਿਚਾਰ ਸਾਂਝੇ ਕੀਤੇ। ਦਰਸ਼ਕੋ ਮਨੁੱਖ ਚਲਾ ਜਾਂਦਾ ਪਰ ਜਿਹੜੀਆਂ ਯਾਦਾਂ ਆ ਉਹ ਅਮਰ ਰਹਿੰਦੀਆਂ। ਜੇ ਜਿੱਦਾਂ ਅਹੂਜਾ ਸਾਹਿਬ ਨੇ ਹੁਣੇ ਥੋੜੇ ਚਿਰ ਕਿਹਾ ਕਿ ਜਿਹੜੇ ਫੁੱਲ ਨੇ ਆਪਦੀ ਜਿਹੜੀ ਖੁਸ਼ਬੂ ਛੱਡਣੀ ਹੁੰਦੀ ਉਹ ਥੋੜੇ ਟਾਈਮ ਦੇ ਵਿੱਚ ਹੀ ਛੱਡ ਜਾਂਦਾ ਹੈ। ਅੱਜ ਉਹਨਾਂ ਦੀ ਪਹਿਲੀ ਵਰਸੀ ਹੈ ਸਰਦਾਰ ਅਮੋਲਕ ਸਿੰਘ ਜੰਮੂ ਦੀ। ਅਸੀਂ ਕੋਸ਼ਿਸ਼ ਕਰਾਂਗੇ ਗੁਰਦੁਆਰਾ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਜੈਰਾਮ ਸਿੰਘ ਕਾਲੋਂ, ਉਹਨਾਂ ਨਾਲ ਵੀ ਕੰਟੈਕਟ ਕਰਨ ਦਾ ਤੁਹਾਡੇ ਰੂਬਰੂ ਕਰਾਂਗੇ। ਸ਼ਾਇਦ ਸਾਨੂੰ ਉਹ ਬਾਹਰ ਮਿਲ ਜਾਣ ਤੇ ਅਸੀਂ ਹੁਣ
ਉਹ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਜੈਰਾਮ ਸਿੰਘ ਕਾਲੋਂ ਸਾਡੇ ਕੋਲ ਆ ਗਏ ਨੇ। ਅਸੀਂ ਉਹਨਾਂ ਦੇ ਵਿਚਾਰ ਵੀ ਲਵਾਂਗੇ ਤੇ ਨਾਲੇ ਅਸੀਂ ਬਹੁਤ ਬਹੁਤ ਸਵਾਗਤ ਜੀ ਕਾਲੋਂ ਸਾਹਿਬ ਤੁਹਾਡਾ। ਤੇ ਕਾਲੋਂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਮੈਂ ਕਾਲ ਕੀਤੀ ਸੀ ਜਦੋਂ ਆਰਗੇਨਾਈਜ਼ ਕੀਤਾ ਸੀ, ਕਰਨ ਲੱਗੇ ਸੀ ਆ ਜਿਹੜਾ ਸੈਗਮੈਂਟ ਅਸੀਂ ਇੱਥੇ ਅੱਜ ਕਰ ਰਹੇ ਹਾਂ ਸਪੈਸ਼ਲ ਪ੍ਰੋਗਰਾਮ ਸਰਦਾਰ ਅਮੋਲਕ ਸਿੰਘ ਜੰਮੂ ਤੇ ਪੰਜਾਬ ਟਾਈਮਸ ਦੇ ਬਾਨੀ ਸੀ। ਤੇ ਮੈਨੂੰ ਪਤਾ ਸੀ ਕਿ ਆ ਗੁਰਦੁਆਰਾ ਹਰ ਜਗ੍ਹਾ ਖੜਾ ਆ, ਜੇ ਸਾਨੂੰ ਜ਼ਰੂਰਤ ਪਈ ਤਾਂ ਕਿਸੇ ਨਾ ਕਿਸ ਤਰ੍ਹਾਂ ਪਤਾ ਲੱਗਿਆ ਕਿ ਜਿਹੜੀ ਬਰਸੀ ਆ ਉਹ ਵੀ ਇੱਥੇ ਮਨਾਈ ਜਾਣੀ ਹੈ। ਤਾਂ ਮੈਂ ਇੱਥੋਂ ਦੇ ਜਿਹੜੇ ਕਮੇਟੀ ਦੇ ਪ੍ਰਧਾਨ ਨੇ ਸਰਦਾਰ ਜੈਰਾਮ ਸਿੰਘ ਕਾਲੋਂ ਨੂੰ ਕੰਟੈਕਟ ਕੀਤਾ ਤੇ ਇਹਨਾਂ ਨੂੰ ਕਿਹਾ ਸੀਗਾ ਕਿ ਸਾਡਾ ਸਾਥ ਦਿਓ, ਅਸੀਂ ਕਾਨਫਰੰਸ ਰੂਮ ਵੀ ਯੂਜ਼ ਕਰਨਾ ਤੇ ਪਾਠ ਦੇ ਭੋਗ ਦੇ ਵਿੱਚ ਤੁਹਾਡੇ ਵਿਚਾਰ ਜ਼ਰੂਰ ਲਵਾਂਗੇ। ਸਵਾਗਤ ਜੀ ਕਾਲੋ ਸਾਹਿਬ ਤੁਹਾਡਾ ਬਹੁਤ ਬਹੁਤ। ਤੇ ਅਮੋਲਕ ਸਿੰਘ ਜੰਮੂ ਦੀ ਯਾਦ ਦੇ ਵਿੱਚ ਕਿੱਦਾਂ ਰਿਹਾ ਪਿਛਲਾ ਸਾਲ ਉਹਨਾਂ ਤੋਂ ਬਿਨਾਂ ਜਾਂ ਉਦੋਂ ਪਹਿਲਾਂ ਜਦੋਂ ਉਹਨਾਂ ਦਾ ਤੁਹਾਡਾ ਨਾਲ ਸਾਥ ਸੀ, ਕਿੱਦਾਂ ਦਾ ਤੁਹਾਡਾ ਕੀ ਵਿਚਾਰ ਹੈ? ਧੰਨਵਾਦ ਜੀ ਵੀਰ ਜੀ। ਅਮੋਲਕ ਸਿੰਘ ਜੰਮੂ ਹੋਣਾ ਤੋਂ ਪਿਛਲੇ ਸਾਲ ਦਾ ਜੋ ਵੀ ਸਾਡਾ ਸਫ਼ਰ ਉਹਨਾਂ ਤੋਂ ਬਗੈਰ ਗੁਜ਼ਰਿਆ, ਉਹ ਸਾਡੇ ਵਿੱਚ ਵੱਸਦੇ ਨੇ, ਉਹ ਵੱਸਦੇ ਰਹਿਣਗੇ। ਉਹਨਾਂ ਦੀ ਫਿਜ਼ੀਕਲ ਕਮੀ ਜਿਹੜੀ ਉਹ ਜ਼ਰੂਰ ਸਾਨੂੰ ਨਜ਼ਰ ਆਉਂਦੀ ਹੈ, ਪਰ ਜਿਹੜੀ ਉਹ ਪਿਰਤ ਪਾ ਗਏ, ਜਿਹੜੇ ਪੂਰਨੇ ਉਹ ਪਾ ਕੇ ਗਏ ਨੇ, ਪੂਰਾ ਪਰਿਵਾਰ ਤੇ ਜਿੰਨਾ ਵੀ ਸਾਡਾ ਭਾਈਚਾਰਾ ਉਹਨਾਂ ਨੂੰ ਸਹਿਯੋਗ ਦੇ ਕੇ ਜਿਹੜੇ ਉਹਨਾਂ ਦੇ ਆਸ਼ੇ ਸੀਗੇ, ਉਹਨਾਂ ਦੇ ਉੱਤੇ ਅਖਬਾਰ ਜਿਹੜਾ ਪੂਰਾ ਕੰਮ ਕਰ ਰਿਹਾ ਹੈ। ਸੋ ਉਹਨਾਂ ਦੀ ਕਮੀ ਬਿਲਕੁਲ ਮਹਿਸੂਸ ਹੁੰਦੀ ਹੈ, ਪਰ ਉਹਨਾਂ ਦਾ ਜਿਹੜਾ ਉਦੇਸ਼ ਸੀਗਾ ਉਹਦੀ ਪੂਰਤੀ ਵਾਸਤੇ ਸਾਰਾ ਭਾਈਚਾਰਾ ਤੇ ਪਰਿਵਾਰ ਪੂਰਾ ਆਪਣੇ ਵੱਲੋਂ ਜ਼ੋਰ ਲਾ ਰਿਹਾ ਹੈ। ਧੰਨਵਾਦ ਜੀ ਕਾਲੋ ਸਾਹਿਬ, ਤੁਸੀਂ ਅਗੇਨ ਧੰਨਵਾਦ, ਤੁਸੀਂ ਸਾਨੂੰ ਸਹਿਯੋਗ ਦਿੱਤਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ। ਸਾਰਾ ਪ੍ਰੋਗਰਾਮ ਅਸੀਂ ਆਰਗੇਨਾਈਜ਼ ਕੀਤਾ, ਬਹੁਤ ਸੋਹਣੇ ਵਿਚਾਰ ਇੰਨੇ ਪਤਵੰਤੇ ਸੱਜਣਾ ਤੋਂ ਲਏ ਉਹਨਾਂ ਦੇ ਬਾਰੇ। ਦਰਸ਼ਕੋ, ਸਾਡੇ ਨਾਲ ਇੱਕ ਹੋਰ ਸੱਜਣ ਜੁੜ ਗਏ ਨੇ ਜਿਹੜੇ ਕਿ ਅਮੋਲਕ ਸਿੰਘ ਜੰਮੂ ਦੇ ਬਹੁਤ ਪੁਰਾਣੇ ਸਾਥੀ ਨੇ, ਇੰਦਰਵੀਰ ਸਿੰਘ ਗਿੱਲ। ਮੈਂ ਚਾਹੂੰਗਾ ਕਿ ਉਹ ਵੀ ਆਪਦੇ ਵਿਚਾਰ ਸਾਂਝੇ ਕਰਨ। ਗਿੱਲ ਸਾਹਿਬ ਸਵਾਗਤ ਤੁਹਾਡਾ, ਇੱਕ ਦੋ ਸ਼ਬਦ ਕਹਿਣਾ ਚਾਹੋ ਉਹਨਾਂ ਦੀ ਯਾਦ ਵਿੱਚ। ਧੰਨਵਾਦ, ਤੁਸੀਂ ਆਪਦੇ ਵਿਚਾਰ ਸਾਂਝੇ। ਮੇਰੇ ਨਾਲ ਵੀਰ ਹੋਰ ਜੁੜ ਗਏ ਜਿਨ੍ਹਾਂ ਦਾ ਨਾਮ ਨਹੀਂ ਪਤਾ, ਬੜੇ ਪਤਵੰਤੇ ਸੱਜਣ ਜੁੜੇ। ਮੈਂ ਚਾਹੁੰਦਾ ਕਿ ਇੱਕ ਮਿੰਟ ਆਪਦਾ ਵਿਚਾਰ ਉਹ ਵੀ ਸਾਂਝਾ ਕਰਨ। ਭਾਈ ਸਾਹਿਬ ਜੀ, ਤੁਸੀਂ ਆਪਦਾ ਵਿਚਾਰ ਇੱਕ ਮਿੰਟ ਲਈ ਕੁਝ ਵੀ ਕਹਿਣਾ ਚਾਹੋ ਤਾਂ ਤੁਸੀਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਨੀ ਕਲਾਰਾ ਹੈ। ਮੈਂ ਤਾਂ ਕਹੂੰਗਾ ਵੀ ਯੂ ਆਰ ਦ ਬੈਸਟ ਪੰਜਾਬੀ ਨਿਊਜ਼ਪੇਪਰ ਆਪਣੇ ਮਿਡਵੈਸਟ ਸਪੈਸ਼ਲੀ, ਜਿਨ੍ਹਾਂ ਨੂੰ ਕਿ ਸਾਡੇ ਮਦਰ ਜਾਂ ਉਸ ਲੈਵਲ ਦੇ ਘਰ 'ਚ ਬਹਿ ਕੇ ਪੜ੍ਹਦੇ ਸੀਗੇ ਤੇ ਪਿੱਛੋਂ ਪਤਾ ਲੱਗ ਰਿਹਾ ਕੀ ਹੋਇਆ। ਸਪੈਸ਼ਲੀ ਨਿਊ ਜਨਰੇਸ਼ਨ ਜਾਂ ਮੇਰੇ ਬੱਚੇ ਛੋਟੇ, ਅਸੀਂ ਉਹਨਾਂ ਨੂੰ ਵੀ ਕੋਸ਼ਿਸ਼ ਕਰਦੇ ਸੀ ਕਿ ਪੜ੍ਹੋ। ਵੀ ਮਿਸ ਹਿਮ। ਸੋ ਬਾਕੀ ਬਹੁਤ ਬਹੁਤ ਧੰਨਵਾਦ ਜੀ। ਮਹਿਸੂਸ ਹੋਊਗੀ, ਹੁੰਦੀ ਰਹੂਗੀ। ਹਾਂਜੀ ਹਾਂਜੀ, ਇੱਕ ਵੀਰ ਮੇਰੇ ਹੁਣੀ ਸਾਡੇ ਨਾਲ ਇੱਧਰ ਜੁੜੇ ਹੈ, ਮੈਂ ਕਹੂੰਗਾ ਇੱਕ ਮਿੰਟ ਲਈ ਉਹ ਵੀ ਆਪਦੇ ਵਿਚਾਰ ਸਾਂਝੇ ਕਰਨ ਅਮੋਲਕ ਸਿੰਘ ਜੰਮੂ ਬਾਰੇ। ਮੇਰਾ ਨਾਮ ਓਮਕਾਰ ਸਿੰਘ ਸੰਘਾ। ਅਮੋਲਕ ਸਿੰਘ ਜੰਮੂ ਨੂੰ ਬਹੁਤ ਚਿਰ ਤੋਂ ਜਾਣਦੇ, ਸਪੈਸ਼ਲੀ ਜਦੋਂ ਤੋਂ ਅਮਰੀਕਾ ਆਏ ਸੀਗੇ।
ਜਦੋਂ ਉਹਨੇ ਪਹਿਲੀ ਵਾਰ ਅਖਬਾਰ ਸ਼ੁਰੂ ਕੀਤਾ ਸਾਡੇ ਪਰਿਵਾਰ 'ਚ ਬਹੁਤ ਮਤਲਬ ਵੀ ਇਹ ਹੈਗਾ ਖਬਰਾਂ ਦਾ ਬਹੁਤ ਜ਼ਿਆਦਾ ਹੈਗਾ ਸਾਡੇ ਪਿਤਾ ਜੀ ਨੂੰ ਵੀ ਤੇ ਸਾਡੇ ਮਾਤਾ ਜੀ ਨੂੰ ਵੀ ਸਪੈਸ਼ਲੀ ਵੀ ਪੰਜਾਬੀ ਦਾ ਹੋਣ ਕਰਕੇ ਬਹੁਤ ਮਾਣ ਸੀਗਾ ਵੀ ਉਹ ਖਬਰਾਂ ਵੀ ਛਾਪਦੇ ਆ ਤੇ ਸਪੈਸ਼ਲੀ ਜਿਹੜੇ ਉਹਨਾਂ ਦੇ ਲੇਖ ਆਉਂਦੇ ਸੀਗੇ ਉਹ ਲੇਖ ਬਹੁਤ ਹੀ ਪੜ੍ਹਨ ਯੋਗ ਹੁੰਦੇ ਸੀਗੇ ਤੇ ਇਨਫੋਰਮੇਟਿਵ ਹੁੰਦੇ ਸੀਗੇ ਜਿਹੜੇ ਕਿ ਸਾਨੂੰ ਆਪਣੇ ਕਲਚਰ ਤੇ ਆਪਣੇ ਧਰਮ ਬਾਰੇ ਦੱਸਦੇ ਸੀਗੇ ਵੀ ਕਿਸ ਤਰ੍ਹਾਂ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਬਾਕੀ ਇੱਥੇ ਦੀ ਲੋਕਲ ਖਬਰਾਂ ਪੰਜਾਬ ਦੀਆਂ ਖਬਰਾਂ ਜੀ ਪੰਜਾਬ 'ਚ ਕੀ ਹੋ ਰਿਹਾ ਹੈ ਕੀ ਰਾਜ ਪੋਲੀਟੀਕਲ ਸੀਨ ਚੱਲ ਰਿਹਾ ਹੈ ਉਹਨਾਂ ਬਾਰੇ ਜੀ ਚਰਚਾ ਜ਼ਰੂਰ ਕਰਦੇ ਸੀਗੇ ਤੇ ਉਹਨਾਂ ਦੀ ਘਾਟ ਸਾਰੀ ਸੁਸਾਇਟੀ ਨੂੰ ਇੱਥੇ ਬਹੁਤ ਰਹੇਗੀ ਤੇ ਉਹਨਾਂ ਦਾ ਜੋ ਵੀ ਉਹਨੇ ਕੀਤਾ ਹਮੇਸ਼ਾ ਯਾਦ ਰਹੇਗਾ ਅਖਬਾਰ ਉਹਨਾਂ ਦਾ ਚੱਲ ਰਿਹਾ ਹੈ ਧੰਨਵਾਦ ਜੀ ਤੁਹਾਡਾ ਭਾਈ ਸਾਹਿਬ ਉਹਨਾਂ ਦੀ ਘਾਟ ਮਹਿਸੂਸ ਹੁੰਦੀ ਰਹੇਗੀ ਜੀ ਧੰਨਵਾਦ ਜੀ ਸਾਡੇ ਨਾਲ ਭਾਈ ਸਾਹਿਬ ਲਖਵਿੰਦਰ ਸਿੰਘ ਜੀ ਜੁੜ ਗਏ ਨੇ ਮੈਂ ਚਾਹੁੰਦਾ 1 ਮਿੰਟ ਲਈ ਆਪ ਦਾ ਵਿਚਾਰ ਸਾਂਝਾ ਜ਼ਰੂਰ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਮੂ ਸਾਹਿਬ ਨਾਲ ਮੇਰਾ ਕੋਈ ਵਾਹ ਤਕਰੀਬਨ ਅਖਬਾਰ ਸ਼ੁਰੂ ਕਰਨ ਤੋਂ ਪਹਿਲਾਂ ਉਦੋਂ ਸਾਡੇ ਡੈਡੀ ਇੱਥੇ ਹੁੰਦੇ ਸੀ ਜੋ ਇਦਾਂ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਅਛਰ ਸਿੰਘ ਜੀ ਮੈਂ ਚਾਹੁੰਦਾ ਕਿ 1 ਮਿੰਟ ਲਈ ਉਹ ਵੀ ਆਪਣੇ ਵਿਚਾਰ ਸਾਂਝੇ ਕਰਨ ਪੰਜਾਬ ਟਾਈਮ ਤੇ ਅਮੋਲਕ ਸਿੰਘ ਜੰਮੂ ਵਾਸਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਮੋਲਕ ਸਿੰਘ ਹੋਣਾ ਨਾਲ ਮੇਰਾ ਕਹਿ ਲਓ ਕਿ ਡਾਇਰੈਕਟ ਇੰਟਰੈਕਸ਼ਨ ਨਹੀਂ ਮੈਂ ਮੋਸਟ ਆਫ ਦਾ ਟਾਈਮ ਨਾਲ ਈਮੇਲ ਤੇ ਕਨਵਰਸੇਸ਼ਨ ਕਰਦਾ ਰਿਹਾ ਕਿਉਂਕਿ ਮੈਂ ਕਾਫੀ ਲੇਟ ਸ਼ਿਕਾਗੋ ਆਇਆ ਵਾਂ ਤੇ ਉਹਨਾਂ ਸਪਾਰਕ ਜਿਹੜਾ ਵਾ ਵਿਚਾਰ ਜਿਹੜੇ ਹਮੇਸ਼ਾ ਈਮੇਲ ਤੇ ਰਾਹੀਂ ਸਾਂਝੇ ਕਰਦੇ ਰਹੇ ਆ ਇੱਕ ਆਈ ਥਿੰਕ ਜਿਹੜੀ ਗੱਲ ਆਪਾਂ ਕਹਿੰਦੇ ਬੰਦਾ ਚਲੇ ਜਾਂਦਾ ਪਰ ਜਿਹੜੀ ਯਾਦ ਕਰਨ ਵਾਲੀ ਰਹਿ ਜਾਂਦੀ ਹੈ ਕਿ ਜਿਹੜੀ ਉਹਨਾਂ ਦੀ ਫਾਈਟਿੰਗ ਸਪਿਰਿਟ ਸੀਗੀ ਨਾ ਉਹ ਅਨਬੀਟੇਬਲ ਆ ਕਿ ਖਾਸ ਕਰਕੇ ਜਿਹੜੇ ਲਾਸਟ ਜਦੋਂ ਤੌਰ ਤੇ ਜਦੋਂ ਬਿਮਾਰੀ ਦੇ ਥਰੂ ਚੱਲਦੇ ਰਹੇ ਨੇ ਤੇ ਉਹਦੇ ਬਾਵਜੂਦ ਵੀ ਜਿਸ ਡੈਡੀਕੇਸ਼ਨ ਨਾਲ ਉਹ ਆਪਣੇ ਅਖਬਾਰ ਨਾਲ ਤੇ ਪੰਜਾਬੀ ਨਾਲ ਜੁੜੇ ਰਹੇ ਨੇ ਉਹ ਆਪਣੇ ਆਪ 'ਚ ਬਹੁਤ ਕਾਬਿਲੇ ਤਾਰੀਫ ਆ ਆਈ ਡੋਂਟ ਥਿੰਕ ਕਿ ਸਾਡੇ 'ਚ ਉਹ ਜਿਹੜਾ ਜਜ਼ਬਾ ਤੇ ਸਿੱਖੀ ਦਾ ਜਿਹੜਾ ਅਸੀਂ ਕਹਿੰਦੇ ਕਿ ਜ਼ਰੂਰੀ ਹੁੰਦਾ ਉਹ ਉਹਨਾਂ ਨੇ ਐਕਚੁਅਲੀ ਡਿਸਪਲੇ ਕੀਤਾ ਸੋ ਉਹਨਾਂ ਨੂੰ ਅਸੀਂ ਜਦੋਂ ਯਾਦ ਕਰਦੇ ਹਾਂ ਅਸੀਂ ਉਸ ਫੈਸਲੇ ਨੂੰ ਵੀ ਜ਼ਰੂਰ ਨਾਲ ਯਾਦ ਕਰਦੇ ਹਾਂ ਤੇ ਕਮਿਟਮੈਂਟ ਸਿੰਘ ਸਾਡੇ ਨਾਲ ਯਾਦਵਿੰਦਰ ਸਿੰਘ ਗਰੇਵਾਲ ਜੁੜ ਗਏ ਨੇ ਮੈਂ ਚਾਹੁੰਦਾ 1 ਮਿੰਟ ਲਈ ਉਹ ਵੀ ਆਪ ਦੇ ਵਿਚਾਰ ਸਾਂਝੇ ਕਰਨ
ਇੱਕ ਵੀਰ ਮੇਰੇ ਬੈਠੇ ਨੇ ਆਏ, ਮੈਂ ਚਾਹੁੰਦਾ 1 ਮਿੰਟ ਲਈ ਉਹ ਵੀ ਆਪਦੇ ਵਿਚਾਰ ਸਾਂਝੇ ਕਰਨ। ਪੰਜਾਬ ਟਾਈਮ ਤੇ ਅਮੋਲਕ ਸਿੰਘ ਜੰਮੂ ਵਾਲੇ ਨਾਮ ਦੱਸ। ਸਰਦਾਰ ਮਨਦੀਪ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਇੱਥੇ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ ਮੈਨੂੰ ਆਏ ਨੂੰ ਇਸ ਦੇ ਵਿੱਚ, ਪਰ ਮੈਂ ਉਹਨਾਂ ਨੂੰ ਪਰਸਨਲੀ ਵੀ ਨਹੀਂ ਜਾਣਦਾ ਸੀਗਾ, ਪਰ ਕਿਉਂਕਿ ਜਦੋਂ ਸਾਡੀ ਫੈਮਿਲੀ ਇੰਡੀਆ ਤੋਂ ਆਉਂਦੀ ਸਪੈਸ਼ਲੀ ਰਹਿਣ, ਉਹ ਉਹਨਾਂ ਦੇ ਅਖਬਾਰ ਜ਼ਰੂਰ ਪੜ੍ਹਦੇ ਸੀਗੇ ਤੇ ਇੱਕ ਜ਼ਰੀਆ ਸੀਗਾ ਉਹਨਾਂ ਲਈ ਇਹ ਆਪਣੇ ਪੰਜਾਬ ਨਾਲ ਇਨ ਟੱਚ ਰਹਿਣ ਦਾ, ਪੰਜਾਬੀ ਨਾਲ ਇਨ ਟੱਚ ਰਹਿਣ ਦਾ। ਜਿਵੇਂ ਬਾਕੀ ਸਾਰੇ ਮੇਰੇ ਤੋਂ ਵੱਡਿਆਂ ਨੇ ਕਿਹਾ ਵੀ ਇਸ ਮੁਲਕ ਦੇ ਵਿੱਚ ਇੱਕ ਪੰਜਾਬੀ ਦਾ ਅਖਬਾਰ ਚਲਾਉਣਾ ਤੇ ਘਰ ਘਰ ਨੂੰ ਪਹੁੰਚਾਉਣਾ ਇਟਸੈਲਫ ਇਜ਼ ਅ ਬਿਗ ਅਚੀਵਮੈਂਟ, ਤੇ ਅਸੀਂ ਧੰਨਵਾਦੀ ਹਾਂ ਉਹਨਾਂ ਦੇ ਤੇ ਉਹਨਾਂ ਨੂੰ ਮਿਸ ਕਰਦੇ ਰਹਾਂਗੇ। ਪਰ ਉਹਨਾਂ ਦਾ ਜਿਹੜਾ ਸ਼ੁਰੂ ਕੀਤਾ ਕਾਰਜ ਹੈ ਉਹ ਚੱਲ ਰਿਹਾ ਤੇ ਪਰਮਾਤਮਾ ਦੀ ਕਿਰਪਾ ਨਾਲ ਹੋਪਫੁਲੀ ਅੱਗੇ ਵੀ ਚੱਲ ਰਿਹਾ। ਬਹੁਤ ਬਹੁਤ ਧੰਨਵਾਦ ਤਾਂ ਮਨਦੀਪ ਸਿੰਘ ਜੀ। ਦਰਸ਼ਕੋ, ਮੈਂ ਧੰਨਵਾਦ ਕਰਨਾ ਚਾਹੁੰਦਾ ਪੂਰੀ ਸ਼ਿਕਾਗੋ ਦੀ ਸੰਗਤ ਦਾ, ਖਾਸ ਕਰਕੇ ਗੁਰਦੁਆਰਾ ਕਮੇਟੀ ਪ੍ਰਧਾਨ ਜੈਰਾਮ ਸਿੰਘ ਕਾਲੋਂ ਦਾ ਤੇ ਡਾਕਟਰ ਇਸ਼ਪਾਲ ਸਿੰਘ ਬਾਜਵਾ, ਚੱਦ ਸਾਹਿਬ ਤੇ ਲਾਲ ਸਿੰਘ ਜੀ, ਭੁਪਿੰਦਰ ਹੁੰਦਲ ਜੀ ਤੇ ਭਾਈ ਸਾਹਿਬ ਜੀ ਬਲਵਿੰਦਰ ਸਿੰਘ ਜੰਮੂ ਜਿਹੜੇ ਉਹਨਾਂ ਦੇ ਭਾਈ ਸਾਹਿਬ ਨੇ, ਤੇ ਹੋਰ ਜਿੰਨੇ ਪਤਵੰਤੇ ਸੱਜਣ, ਜਿਵੇਂ ਕਿ ਇਸ ਦਾ ਨਾਮ ਲੈਣਾ ਪਵੇਗਾ, ਡਾਕਟਰ ਹਰਗੁਰਮੁਖਪਾਲ ਸਿੰਘ ਜੀ, ਜਿਨ੍ਹਾਂ ਨੇ ਇੰਨਾ ਵੱਡਾ ਸਹਿਯੋਗ ਦਿੱਤਾ ਕਿ ਅੱਜ ਅਸੀਂ ਇੱਥੋਂ ਲਾਈਵ ਪ੍ਰੋਗਰਾਮ ਜਸ ਟੀਵੀ ਤੇ ਦਿਖਾ ਸਕੀਏ। ਅਸੀਂ ਅਦਾਰਾ ਜਸ ਪੰਜਾਬੀ ਹਰੇਕ ਹੱਕ, ਸੱਚ ਤੇ ਆਵਾਮ ਦੀ ਆਵਾਜ਼ ਨਾਲ ਖੜਾ ਰਹੇਗਾ, ਜਿੱਦਾਂ ਅਮੋਲਕ ਸਿੰਘ ਜੰਮੂ ਤੇ ਪੰਜਾਬ ਟਾਈਮ ਸੀ। ਹੁਣ ਜਿਹੜੀ ਕਾਨਫਰੰਸ ਦਾ ਟਾਈਮ ਹੈ ਇੱਥੇ ਤੱਕ ਹੀ ਸੀ। ਹੁਣ ਤੁਹਾਨੂੰ ਦੀਵਾਨ ਹਾਲ ਦੇ ਵਿੱਚ ਉਹਨਾਂ ਦੀ ਜਿਹੜੀ ਮਿੱਠੀ ਯਾਦ ਦੇ ਵਿੱਚ ਪਾਠ ਦੇ ਭੋਗ ਪਏ ਨੇ, ਬਹੁਤ ਹੀ ਸੋਹਣਾ ਰਸ ਭਿੰਨਾ ਕੀਰਤਨ ਹੋ ਰਿਹਾ। ਦਰਸ਼ਕੋ, ਆਪਾਂ ਉਹ ਦਿਖਾਵਾਂਗੇ ਤੇ ਸੰਗਤ ਜੁੜ ਬੈਠੀ ਹੈ ਸਰਦਾਰ ਅਮੋਲਕ ਸਿੰਘ ਜੰਮੂ ਦੀ ਯਾਦ ਵਿੱਚ, ਉਹਨਾਂ ਦਾ ਬਾਈਟਸ ਲਵਾਂਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਜੁੜਦੇ ਹਾਂ ਦੀਵਾਨ ਹਾਲ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਆਓ ਜੀ, ਬ੍ਰੇਕ ਤੋਂ ਬਾਅਦ ਸਵਾਗਤ ਤੁਹਾਡਾ। ਹੁਣ ਲੈ ਕੇ ਚੱਲਦੇ ਹਾਂ ਤੁਹਾਨੂੰ ਦਰਬਾਰ ਸਾਹਿਬ ਵਿਖੇ, ਜਿੱਥੇ ਕਿ ਪਹਿਲੀ ਬਰਸੀ ਅਮੋਲਕ ਸਿੰਘ ਜੰਮੂ ਤੇ ਪਾਠ ਦੇ ਭੋਗ ਪੈ ਗਏ ਤੇ ਅਰਦਾਸ ਹੋ ਰਹੀ ਹੈ। ਦਰਸ਼ਨ ਕਰਦੇ ਹਾਂ ਦਰਬਾਰ ਸਾਹਿਬ ਦੇ ਵਿੱਚ। ਕੋਲੇ ਰੱਖ ਦੇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਡਿਠੇ ਸਭ ਦੁਖ ਜਾਏ, ਤੀਗ ਬਹਾਦਰ ਸਿਮਰਿਐ ਕਾਨੂੰਨ ਦਿਆਵੈ ਧਾਏ। ਸਾਵ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, 8 ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਪ ਚਲਾਈ, ਤੇਗ ਵਾਹੀ ਦੇ ਕੇ ਅੰਡਟ ਕੀਤਾ ਤਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਹੋਏ, ਜਹਾਂ ਜਹਾਂ ਖਾਲਸਾ ਜੀ ਸਹਾਇਤਾ ਤਰ ਸ਼ਹਿਰਿਆ ਹੈ। ਦੇਖ ਦੇਖ ਫਤਿਹ ਕਰਤ ਕੀ ਪੈਜ ਬੰਦ ਕੀ ਜੀ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਸਿਖਾਣ ਸਿੱਖੀ ਦਾਨ, ਕੀਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਗੁਰੂ ਸਾਦਾਨ, ਦਾਨਾ ਸਿਰ ਦਾ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ
ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਹੈ ਜੀ। ਸਰਦਾਰ ਅਮੋਲਕ ਸਿੰਘ ਜੰਮੂ ਦੀ ਮਿੱਠੀ ਯਾਦ ਮਨਾਉਂਦੇ ਹੋਏ ਬੀਬੀ ਜਸਪ੍ਰੀਤ ਕੌਰ, ਸਰਦਾਰ ਮਨਦੀਪ ਸਿੰਘ ਅਤੇ ਬੀਬੀ ਸੰਦੀਪ ਕੌਰ ਅਤੇ ਸਮੂਹ ਸੰਗਤ ਵੱਲੋਂ ਯਾਦ ਮਨਾਉਂਦੇ ਹੋਏ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ 'ਚ ਦੀਵਾਨ ਸਜਾਏ ਗਏ ਹਨ। ਇਸੇ ਯਾਦ ਨੂੰ ਮੁੱਖ ਰੱਖਦਿਆਂ ਹੋਇਆ ਬੀਬੀ ਜਸਪ੍ਰੀਤ ਕੌਰ ਵੱਲੋਂ ਆਪ ਜੀ ਦਾ ਓਟ ਆਸਰਾ ਲੈਂਦਿਆਂ ਹੋਇਆ ਸ੍ਰੀ ਸਹਿਜ ਪਾਠ ਆਰੰਭ ਕੀਤੇ ਸਨ। ਆਪ ਜੀ ਦੀ ਕਿਰਪਾ ਸਦਕਾ ਸੰਪੂਰਨ ਬਾਣੀ ਪੜ੍ਹ ਕੇ ਭੋਗ ਪਾਏ ਗਏ ਨੇ। ਉਪਰੰਤ ਆਪ ਜੀ ਦੀ ਹਜ਼ੂਰੀ 'ਚ ਦੀਵਾਨ ਸੱਜੇ ਦੀਵਾਨਾਂ ਦੇ ਵਿੱਚ ਸ਼ਬਦ ਕੀਰਤਨ, ਸ਼ਬਦ ਵਿਚਾਰ, ਅਨੁਸਰਗ ਦੀਆਂ 6 ਪੌੜੀਆਂ ਦਾ ਪਾਠ ਹੋਇਆ ਹੈ। ਸਮੁੱਚੀ ਸੇਵਾ ਨਿਭਾਉਂਦਿਆਂ ਕੋਲੋਂ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਕੀਤੀ ਸੇਵਾ ਦਰ ਤੇ ਪ੍ਰਵਾਨ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਬਖਸ਼ ਕਰਨੀ ਪਾਤਸ਼ਾਹ ਜੀਓ। ਅਰੰਭੇ ਕਾਰਜ ਇਸੇ ਤਰ੍ਹਾਂ ਚੱਲਦੇ ਰਹਿਣ, ਸੰਪੂਰਨਤਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਸੰਗਤਾਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦਰਾਂ ਕਰਾਂਗੋ ਸਿੱਖੇ ਜੀਓ ਨਾਮ ਤੋਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਏ, ਪਾਵਨ ਹੁਕਮਨਾਮ ਬਖਸ਼ਿਸ਼ ਕਰੋ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਸ ਕਰਨੇ, ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ ਤਲੈ ਚਲਾਇਓ ਪੰਥ, ਸਾਧ ਸਿਖਣ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਪੋਛ ਹੈ ਪੋਛ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਆਕੀ ਰਹਿ ਨ ਕੋਏ, ਇੱਕ ਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਇੱਕ ਵਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਗੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਮੇਰ ਲੈ ਹੋ ਦਇਆਲੋ ਟੈ ਪੈ ਦੁਆਰਿਆ, ਰੱਖ ਲੇਵੋ ਦੀਨ ਦਿਆਲ, ਭਰਮਤ ਬਹੁ ਹਾਰਿਆ। ਭਗਤ ਵਛਲ ਤੇਰਾ ਬਿਰਦ, ਹਰ ਬਦਤ ਉਧਾਰਿਆ। ਤੁਝ ਬਿਨ ਦੂਜਾ ਨਾਹੀ, ਬਿਨੋ ਮੋਇ ਸਾਰਿਆ। ਤੁਧ ਬਿਨ ਨਾਹੀ ਕੋਏ, ਬਿਨੋ ਮੋਇ ਸਾਰਿਆ। ਕਰ ਗਏ ਦੇਵੋ ਦਿਆਲੁ, ਸਾਗਰ ਸੰਸਾਰਿਆ। ਸੋ ਕਹੋ ਡਰ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਬਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੋਰਠ ਮਹਿਲਾ ਤੀਜਾ, ਸੋ ਸਿੱਖ ਸਖਾ ਬੰਦ ਬਹਿ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ। ਵਿਛੜ ਜੋਟਾ ਖਾਵੈ, ਬਿਨ ਸਤਿਗੁਰ ਸੁਖ ਕਦੇ ਨ ਪਾਵੈ ਭਾਈ। ਫਿਰ ਪਛੋਤਾਵੈ, ਸੋ ਸਿੱਖੋ ਸਖਾ ਬੰਦ ਬਹਿ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ। ਵਿਛੜ ਜੋਟਾ ਖਾਵੈ,
ਆਪੇ ਮੇਲ ਮਿਲਾਈ ਰਹਾਉ। ਏਕ ਕੰਮ ਸਭ ਜੀ ਕੇ ਬੰਧਨ ਭਾਈ, ਭਰਮ ਭੁਲਾ ਸੰਸਾਰਾ। ਬਿਨ ਗੁਰ ਬੰਧਨ ਟੂਟੈ ਨਾਹੀ, ਗੁਰਮੁਖ ਮੋਖ ਦੁਆਰਾ। ਕਰਮ ਕਰੈ ਗੁਰ ਸ਼ਬਦ ਨਾ ਪਛਾਣੈ, ਮਰ ਜਨਮੈ ਵਾਰੂ ਵਾਰਾ। ਹਉ ਮੇਰਾ ਜਗ ਪੜ ਚਰਿਆ ਭਾਈ, ਕੋਇ ਨ ਕਿਸਹੀ ਕੇਰਾ। ਗੁਰਮੁਖ ਮਹਿਲ ਪਾਇਨ ਗੁਣ ਗਾਵਣ, ਨਿਜ ਕਰ ਹੋਏ ਬਸੇਰਾ। ਐਥੈ ਬੁਝੈ ਸੁਆਪ ਪਛਾਣੈ, ਹਰ ਪ੍ਰਭ ਹੈ ਤਿਸ ਕੀਰਾ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਪਾਉ ਤਿਹਾ ਫਲ ਪਾਈਐ। ਨਾਨਕੂ ਨਾਮ ਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੀ ਗੋਦ ਦਾ ਨਿਕ ਮਾਰ ਰਹੀ ਸਾਧ ਸੰਗਤ ਜੀਓ, ਆਓ ਸਤਿਗੁਰੂ ਦੀ ਬਖਸ਼ਿਸ਼ ਸਾਂਝੀ ਕਰੋ। ਸਾਰੇ ਹੀ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਆਪਣੇ ਬਹੁਤ ਹੀ ਹਰਮਨ ਪਿਆਰੇ ਵੀਰ ਸਰਦਾਰ ਮੋਲਕ ਸਿੰਘ ਜੰਮੂ ਹੋਰਾਂ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦੀ ਧਰਮ ਪਤਨੀ ਜਸਪ੍ਰੀਤ ਕੌਰ ਤੇ ਉਹਨਾਂ ਦੇ ਬੇਟੇ ਮਨਦੀਪ ਅਤੇ ਉਹਨਾਂ ਦੀ ਨੂੰਹ ਨੇ ਉਹਨਾਂ ਦੀ ਯਾਦ ਵਿੱਚ ਸਹਿਜ ਪਾਠ ਦਾ ਭੋਗ ਪਵਾਇਆ ਤੇ ਨਾਲ ਕੀਰਤਨ ਦੀ ਸੇਵਾ ਹੋਈ ਹੈ। ਸੋ ਸਾਧ ਸੰਗਤ ਜੀ, ਮੈਨੂੰ ਭੈਣ ਜੀ ਹੋਰਾਂ ਨੇ ਹੁਕਮ ਕੀਤਾ ਸੀ ਕਿ 5-7 ਮਿੰਟ ਵਾਸਤੇ ਸੰਗਤ ਨਾਲ ਜ਼ਰੂਰ ਗੁਰਬਾਣੀ ਦੇ ਬਚਨ ਸਾਂਝੇ ਕਰਨੇ। ਗਾਥਾ ਬਾਣੀ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ, ਜਾਣੋ ਸਤ ਹਵੰਤੋ ਮਰਨੋ। ਮਹਾਰਾਜ ਕਹਿੰਦੇ ਨੇ ਇਹ ਸੱਚ ਕਰਕੇ ਜਾਣ ਲਿਓ ਜੇ ਕਿ ਮਰਨਾ ਜ਼ਰੂਰ ਹੈ। ਜਾਣੋ ਸਤ ਹਵੰਤੋ ਮਰਨੋ, ਤੇ ਅੱਗੇ 2 ਅੱਖਰਾਂ 'ਚ ਗੱਲ ਮੁਕਾਤੀ, ਦ੍ਰਿਸ਼ਟੇਨ ਮਿਥਿਆ। ਮਹਾਰਾਜ ਕਹਿੰਦੇ ਜੋ ਵੀ ਇਹਨਾਂ ਅੱਖਾਂ ਨਾਲ ਦਿਸ ਰਿਹਾ ਨਾ, ਉਹ ਸਭ ਝੂਠ ਹੈ। ਜਾਣੋ ਸਤ ਹਵੰਤੋ ਮਰਨੋ, ਦ੍ਰਿਸ਼ਟੇਨ ਮਿਥਿਆ। ਜੋ ਵੀ ਇਹਨਾਂ ਅੱਖਾਂ ਨਾਲ ਦਿਸ ਰਿਹਾ, ਦ੍ਰਿਸ਼ਟਾਨ ਹੈ ਸਗਲ ਮਥੇਨਾ। ਜੋ ਵੀ ਇਹਨਾਂ ਅੱਖਾਂ ਨਾਲ ਦਿਸ ਰਿਹਾ ਹੈ, ਉਹ ਇੱਕ ਦਿਨ ਨਾਸ਼ ਹੋ ਜਾਵੇਗਾ। ਸੋ ਸਾਧ ਸੰਗਤ ਜੀ, ਸਾਡੇ ਗੁਰਦੁਆਰਾ ਸਾਹਿਬ ਦੇ ਜਿਹੜੇ ਹਜ਼ੂਰੀ ਰਾਗੀ ਨੇ, ਇਹਨਾਂ ਨੇ ਇੱਕ ਸ਼ਬਦ ਪੜਿਆ ਸੀ 24 ਅੰਕ ਦੇ ਉੱਤੇ ਸ੍ਰੀ ਰਾਗ ਦਾ, ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀਰਾਨ। ਇਹਦੀਆਂ 2 ਆਖਰੀ ਪੰਕਤੀਆਂ ਦੀ ਵਿਚਾਰ ਆਪ ਜੀ ਨਾਲ ਕਰਕੇ ਫਿਰ ਮੈਂ ਅਗਲਾ ਬੁਲਾਰਾ ਆਪ ਜੀ ਦੇ ਸਾਹਮਣੇ ਲਿਆਵਾਂਗਾ। ਮਹਾਰਾਜ ਕਹਿੰਦੇ ਨੇ, ਕੀ ਨਾ ਸੁਨੇਈ ਗੋਰੀਏ ਆਪਨ ਕੰਨੀ ਸੋਏ। ਮਹਾਰਾਜ ਕਹਿੰਦੇ ਨੇ, ਤੂੰ ਆਪਣੇ ਕੰਨਾਂ ਨਾਲ ਸੋਏ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਪ੍ਰਕਾਰ ਨਾਲ ਆਇਆ ਹੈ। ਸੋਏ ਸਵੈਮ ਸਰੂਪ ਪਰਮਾਤਮਾ ਨੂੰ ਵੀ ਕਿਹਾ ਗਿਆ ਹੈ, ਪਰ ਇੱਥੇ ਜਿਹੜਾ ਸੋਏ ਆਇਆ ਨਾ, ਇਹ ਖਬਰ ਵਾਸਤੇ ਆਇਆ ਹੈ। ਖਬਰ ਅੱਜ ਆਪਾਂ ਵੀਰ ਜੀ ਦੀ ਯਾਦ ਵਿੱਚ ਬੈਠੇ ਹਾਂ, ਉਹ ਵੀ ਖਬਰਾਂ ਹੀ ਦਿੰਦੇ ਸਨ ਸਾਨੂੰ।
ਮਹਾਰਾਜ ਕਹਿੰਦੇ ਕੀ ਨਾ ਸੁਣੀ ਗੋਰੀਏ ਆਪਨ ਕੰਨੀ ਸੋਏ, ਲੱਗੀ ਆਵੇ ਸੋਹਰੇ ਨਿਤ ਨਾ ਪਈਆ ਹੋਏ। ਤੂੰ ਆਪਣੇ ਕੰਨਾਂ ਨਾਲ ਇਹ ਕਦੀ ਖਬਰ ਨਹੀਂ ਸੁਣੀ? ਸਤਿਗੁਰੂ ਜੀ ਕਿਹੜੀ ਖਬਰ? ਸਾਨੂੰ ਤਾਂ ਸਮਝ ਨਹੀਂ, ਤੁਸੀਂ ਦੱਸ ਦਵੋ। ਮਹਾਰਾਜ ਕਹਿੰਦੇ ਤੂੰ ਕਦੀ ਇਹ ਖਬਰ ਨਹੀਂ ਸੁਣੀ, ਔਦ ਘਟੇ ਦਿਨ ਸਰੈਣਾ ਰੇ, ਮਨ ਗੁਰਮਿਲ ਕਾਜ ਸਵਾਰੇ। ਇਹ ਕਦੀ ਖਬਰ ਨਹੀਂ ਆਈ? ਤੂੰ ਇਹ ਕਦੀ ਖਬਰ ਨਹੀਂ ਪੜੀ? ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਔਦ ਘਟੇ ਤਨ ਸੀਜੇ। ਕਿੰਨੇ ਪਾਠ ਕੀਤੇ ਨੇ, ਕਿੰਨੀਆਂ ਰੌਲਾਂ ਲਾਈਆਂ ਨੇ, ਕਿੰਨੇ ਕੀਰਤਨ ਸੁਣੇ ਨੇ, ਕਿੰਨੀ ਕਥਾ ਸੁਣੀ, ਪਰ ਇਹ ਖਬਰ ਕਦੀ ਨਹੀਂ ਵਿੱਚ ਆਈ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਹੀਂ। ਇਹ ਕਦੀ ਖਬਰ ਨਹੀਂ ਪੜੀ। ਮਹਾਰਾਜ ਕਹਿੰਦੇ ਨੇ ਲੱਗੀ ਆਵੇ ਸਹੁਰੇ। ਸਤਿਸੰਗ ਜੀ ਇੱਕ ਗੱਲ ਮੈਂ ਕਰ ਦਵਾਂ, ਜੇ ਕਿਤੇ ਅਖਬਾਰ ਵਿੱਚ ਜਾਂ ਟੀਵੀ ਉੱਤੇ ਆ ਜਾਵੇ ਨਾ ਖਬਰ ਕਿ ਅੱਜ 에ਅਰਪੋਰਟ ਦੇ ਉੱਤੇ ਬੰਬ ਵਿਸਫੋਟ ਹੋ ਗਿਆ, ਤੇ ਅਸੀਂ ਆਪਣਾ ਯਾਤਰਾ ਕੈਂਸਲ ਕਰ ਦਿੰਦੇ ਹਾਂ। ਪਰ ਇਹ ਵੀ ਸਾਡੇ ਜੀਵਨ ਦੀ ਇੱਕ ਯਾਤਰਾ ਹੈ। ਮਹਾਰਾਜ ਨੇ ਕਿੰਨੀਆਂ ਖਬਰਾਂ ਦਿੱਤੀਆਂ ਨੇ, ਪਰ ਅਸੀਂ ਉਸ ਖਬਰ ਤੇ ਕਦੀ ਅਸਰ ਹੀ ਨਹੀਂ ਕਰਦੇ। ਮਹਾਰਾਜ ਕਹਿੰਦੇ ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਏ। ਇਹ ਜਿਹੜੀ ਬੱਚੀ ਆਪਣੇ ਮਾਪਿਓ ਦੇ ਘਰ ਪੈਦਾ ਹੁੰਦੀ ਹੈ ਨਾ, ਉਹ ਸਦਾ ਮਾਪਿਓ ਦੇ ਘਰ ਨਹੀਂ ਰਹਿੰਦੀ, ਇੱਕ ਨਾ ਇੱਕ ਦਿਨ ਉਹਨੂੰ ਪੇਕੇ ਜਾਣਾ ਪੈਂਦਾ। ਜੇ ਵਿਆਹ ਵੀ ਹੋ ਜਾਵੇ ਤੇ ਕਿੰਨੇ ਕੁ ਦਿਨ ਮਾਪਿਆਂ ਦੇ ਘਰ ਰਹੇਗੀ, ਫਿਰ ਪੇਕੇ ਜਾਣਾ ਪੈਂਦਾ, ਸਹੁਰੇ ਜਾਣਾ ਪੈਂਦਾ। ਤੇ ਉਹ ਜਦੋਂ ਸਹੁਰੇ ਜਾਣਾ ਪੈਂਦਾ ਹੈ ਤੇ ਮਹਾਰਾਜ ਕਹਿੰਦੇ ਨੇ ਵੀ ਇਹ ਜਿਹੜਾ ਹੈ ਨਾ ਸਥਾਨ, ਇਹ ਵੀ ਤੇਰਾ ਪੇਕਾ ਘਰ ਹੈ, ਤੇ ਇੱਥੋਂ ਇੱਕ ਦਿਨ ਤੈਨੂੰ ਸਹੁਰੇ ਜ਼ਰੂਰ ਜਾਣਾ ਪੈਣਾ। ਲੱਗੀ ਆਵੇ ਸਹੁਰੇ ਨਿਤ ਨਾ, ਨਿਤ ਪੇਕੇ ਘਰ ਨਹੀਂ ਰਹਿਣਾ, ਇੱਕ ਨਾ ਇੱਕ ਦਿਨ ਉੱਥੇ ਜ਼ਰੂਰ ਜਾਣਾ ਹੈ। ਅਸੀਂ ਦੇਖਿਆ ਅੱਜ ਤੋਂ ਸਾਲ 2 ਸਾਲ ਪਹਿਲਾਂ ਵੀਰ ਜੀ ਇੱਥੇ ਸਾਡੇ ਵਿੱਚ ਵਿਚਰਦੇ ਸਨ, ਪਰ ਅੱਜ ਨਹੀਂ ਹਨ। ਇਸੇ ਤਰ੍ਹਾਂ ਸਾਡੇ ਨਾਲ ਵੀ ਹੋਣਾ ਹੈ ਕੱਲ ਨੂੰ। ਨਾਨਕ ਸੁੱਤੀ ਪਈੜੇ, ਲਾਸਟ 2 ਲਾਈਨ, ਜਾਨ ਵਿਰੁੱਤੀ ਸਨ। ਮਹਾਰਾਜ ਕਹਿੰਦੇ ਨੇ ਅਸੀਂ ਪੇਕੇ ਘਰ ਆ ਕੇ ਨਾ ਗਫਲਤ ਦੀ ਨੀਂਦ ਸੌਂ ਗਏ, ਅਸੀਂ ਮਾਇਆ ਦੇ ਵਿੱਚ ਗੁਰਚ ਹੋ ਗਏ। ਨਾਨਕ ਸੁੱਤੀ ਪਈੜੇ ਜਾਨ ਵਿਰੁੱਤੀ ਸਨ, ਗੁਣਾ ਗਵਾਈ ਗਠੜੀ ਔਗਣ ਚੱਲੀ ਬਨ। ਮਹਾਰਾਜ ਕਹਿੰਦੇ ਨੇ ਵੀ ਸੌਂ ਗਏ ਤੇ ਚੋਰ ਜਿਹੜੇ ਨਾ ਭਾਈ ਸਾਹਿਬ ਜੀ, ਆਪਣੇ ਸੰਗਤ ਜੀ, ਦਿਨ ਵੇਲੇ ਜਿਹੜਾ ਨਾ ਸੌਂਦੇ ਨੇ ਤੇ ਰਾਤ ਨੂੰ ਜਾ ਕੇ ਨਾ, ਆਪਾਂ ਵੇਖਿਆ ਪਿੰਡਾਂ ਦੇ ਵਿੱਚ ਉਹ ਸੰਨ ਲਾ ਲੈਂਦੇ ਸੀ ਪਿੱਛੋਂ ਕੋਠਾ ਪਾੜ ਕੇ। ਤੇ ਮਹਾਰਾਜ ਕਹਿੰਦੇ ਤੈਨੂੰ ਤੇ ਦਿਨੇ ਦਿਹਾੜੇ ਸੰਨ ਲੱਗਦੀ ਵੀ ਹੈ, ਜਾਨ ਵਿਰੁੱਤੀ, ਰਾਤ ਤੋਂ ਬਿਨਾਂ ਹੀ ਸੰਨ ਲੱਗੀ ਜਾਂਦੀ ਤੈਨੂੰ ਸੰਨ। ਗੁਣਾ ਗਵਾਈ ਗਠੜੀ ਔਗਣ ਚੱਲੀ ਬਨ। ਮਹਾਰਾਜ ਕਹਿੰਦੇ ਨੇ ਕਿ ਤੇਰੇ ਜਿਹੜੇ ਗੁਣ ਸਨ, ਸਦਗੁਣ, ਉਹ ਤੇ ਤੂੰ ਗਵਾ ਕੇ ਚੱਲਿਆ ਇੱਥੋਂ, ਤੇ ਔਗਣ ਇਕੱਠੇ ਕਰਕੇ ਚੱਲਿਆ। ਸੋ ਅਸੀਂ ਇਸ ਗੱਲ ਨੂੰ ਸਮਝਣਾ ਹੈ। ਆਪਾਂ ਸ਼ਬਦ ਕੀਰਤਨ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ, ਕਥਾ ਸੁਣਦੇ ਹਾਂ, ਪਰ ਕਥਾ ਦੀ ਵਿਚਾਰ ਚ ਆਉਣਾ ਹੈ, ਸ਼ਬਦ ਦੀ ਵਿਚਾਰ ਚ ਆਉਣਾ ਹੈ। ਉਹਨੂੰ ਫਿਰ ਸਮਝਣਾ ਵੀ ਗੁਰੂ ਜੀ ਕਹਿ ਕੀ ਰਹੇ ਨੇ ਤੇ ਅਸੀਂ ਕੀ ਕਰ ਰਹੇ ਹਾਂ। ਇਹ ਗੱਲ ਇੱਥੋਂ ਲੈ ਕੇ ਜਾਣੀ ਸਾਧ ਸੰਗਤ ਜੀ। ਮੈਂ ਅੱਗੇ ਵੀ ਕਈ ਵਾਰੀ ਕਿਹਾ ਹੈ, ਪਿਛਲੇ ਦਿਨ ਵੀ ਕਿਹਾ ਸੀ ਕਿ ਇਹ ਅੰਬਾਂ ਦਾ ਬੜਾ ਸੋਹਣਾ ਮਿੱਠਾ ਅੰਬ ਲੱਗੇ ਨੇ, ਲੋਕੀ ਉੱਤੇ ਚੜੀ ਜਾਂਦੇ ਨੇ, ਉਤਰੀ ਜਾਂਦੇ ਨੇ, ਚੜੀ ਜਾਂਦੇ, ਉੱਤੀ ਜਾਂਦੇ ਨੇ, ਪਰ ਅੰਬ ਤੇ ਕੋਈ ਤੋੜ ਕੇ ਨਹੀਂ ਲੈਂਦਾ, ਤੇ ਕੀ ਹੋਏਗਾ? ਥਕਾਵਟ ਹੀ ਪੱਲੇ ਪਏਗੀ। ਸੋ ਇਸੇ ਤਰ੍ਹਾਂ ਅਸੀਂ ਕਰਦੇ ਹਾਂ, ਆਈ ਜਾਂਦੇ ਆ, ਗੁਰਦੁਆਰੇ ਜਾਈ ਜਾਂਦੇ ਆ, ਆਈ ਜਾਂਦੇ ਆ, ਇੱਥੋਂ ਲੈ ਕੇ ਕੁਛ ਵੀ ਨਹੀਂ ਜਾਂਦੇ, ਸਗੋਂ ਉਲਟੇ ਗੱਡੀਆਂ ਦੇ ਟਾਇਰ ਘਸਾ ਦਿੰਦੇ ਆ, ਇੱਥੇ ਬਹਿ ਬਹਿ ਕਾਰਪੇਟ ਘਸਾ ਦਿੰਦੇ ਆ, ਪਰ ਪੱਲੇ ਤੇ ਕੁਛ ਵੀ ਨਾ ਪਿਆ। ਕਦੀ ਮਨ ਨੂੰ ਵੀ ਘਾਸਾ ਨਹੀਂ ਨਾ ਪਿਆ। ਮਨ ਨੂੰ ਘਾਸਾ ਪਾਉਣ ਵਾਸਤੇ ਅਸੀਂ ਇੱਥੇ ਆਉਂਦੇ ਹਾਂ। ਸੋ ਕਿਰਪਾ ਕਰੋ ਸਾਧ ਸੰਗਤ ਜੀ, ਜਿਸ ਤਰ੍ਹਾਂ ਉਹ ਵੀਰ ਜੀ ਇੱਥੋਂ ਗਏ ਨੇ, ਸਾਡੇ ਕੋਲੋਂ ਬੜੀ ਉਹਨਾਂ ਦੀ ਦੇਣ ਹੈ ਸਾਡੀ ਕੌਮ ਨੂੰ। ਪੰਜਾਬੀ ਪੱਤਰਕਾਰੀ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਸੀ। ਉਹਨਾਂ ਨੇ ਜਿਹੜੀ ਅਖਬਾਰ ਖੜੀ ਕੀਤੀ ਹੈ ਉਹਦਾ ਕੋਈ ਸਾਨੀ ਨਹੀਂ। ਤੁਸੀਂ ਪੜ੍ਹਦੇ ਹੋ ਰੋਜ਼ ਔਰ ਦੇਖਦੇ ਵੀ ਹੋ। ਸੋ ਸਾਧ ਸੰਗਤ ਜੀ, ਉਹਨਾਂ ਨੂੰ ਯਾਦ ਕਰਨਾ ਇਹ ਸਾਡੀ ਸਾਰੀ ਸੰਗਤ ਦਾ ਇੱਕ ਕਰਤੱਵ ਹੈ, ਇੱਕ ਡਿਊਟੀ ਹੈ ਕਿ ਅਸੀਂ ਉਹਨਾਂ ਦੇ ਗੁਣਾਂ ਨੂੰ, ਉਹਨਾਂ ਦੀ ਜਿਹੜੀ ਮਿਹਨਤ ਕੀਤੀ ਹੈ ਉਹਨੂੰ ਸ਼ਾਬਾਸ਼ ਕਹੀਏ। ਸੋ ਅਗਲਾ ਸਮਾਂ ਸਾਧ ਸੰਗਤ ਜੀ ਬੁਲਾਰੇ ਨੇ ਮੇਰੇ ਕੋਲ, 3-4 ਬੁਲਾਰੇ ਨੇ 5-5 ਮਿੰਟਾਂ ਦੇ ਵਾਸਤੇ। ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਇੱਥੇ ਆਣ ਤੇ ਉਸ ਵੀਰ ਨੂੰ ਮਿੱਠੀ ਸ਼ਰਧਾਂਜਲੀ ਦੇਣ। ਸੋ ਇਹਨੇ ਜੀ ਭਾਈ ਗੁਰਮੁਖ ਸਿੰਘ ਜੀ ਭੁੱਲਰ, ਇਹ ਪਹਿਲੇ ਬੁਲਾਰੇ ਨੇ। ਕਾਫੀ ਸਮਾਂ ਇਹਨਾਂ ਦੇ ਨਾਲ ਮਤਲਬ ਕਿ ਉਹਨਾਂ ਦਾ ਸਾਥ ਰਿਹਾ ਹੈ ਤੇ ਬੜਾ ਕਲੋਜ਼ਲੀ ਉਹਨਾਂ ਨੂੰ ਜਾਣਦੇ ਸੀ। ਸੋ
ਇਹਨਾਂ ਦੇ ਕੋਲੋਂ ਉਹਨਾਂ ਦੀ ਜਿਹੜੀ ਜੀਵਨ ਯਾਤਰਾ ਹੈ ਉਹਦੇ ਬਾਰੇ ਕੁਝ ਸ਼ਬਦ ਆਪ ਜੀ ਨੂੰ ਕਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਇੱਕ ਮੇਲਾ ਹੈ। ਇਸ ਮੇਲੇ ਦੇ ਵਿੱਚ, ਜਿਵੇਂ ਆਮ ਮੇਲੇ ਦੇ ਵਿੱਚ ਬਹੁਤ ਵੱਡੀ ਇੱਕ ਭੀੜ ਹੈ ਤੇ ਭੀੜ ਦੇ ਵਿੱਚ ਬਹੁਤ ਸਾਰੇ ਲੋਕ ਧੱਕਾ ਮਾਰਨ ਵਾਲੇ ਹੁੰਦੇ ਆ ਤੇ ਧੱਕੇ ਖਾਣ ਵਾਲੇ ਹੁੰਦੇ ਆ। ਲੇਕਿਨ ਕੁਝ ਸ਼ਖਸੀਅਤਾਂ ਅਜਿਹੀਆਂ ਮੇਲੇ ਦੇ ਵਿੱਚ ਹੁੰਦੀਆਂ ਨੇ, ਉਹਨਾਂ ਦੇ ਕੰਮ ਇਹੋ ਜਿਹੇ ਹੁੰਦੇ ਨੇ ਕਿ ਜਦੋਂ ਉਹ ਮੇਲੇ ਦੇ ਵਿੱਚੋਂ ਚਲੇ ਜਾਂਦੇ ਨੇ ਤਾਂ ਉਹਨਾਂ ਦੀ ਘਾਟ ਰੜਕਦੀ ਹੈ। ਸੋ ਇਸ ਘਾਟ ਜਿਹੜੀ ਰੜਕਦੀ ਹੈ ਉਹਦਾ ਕਾਰਨ ਕੀ ਹੈ? ਕਿਉਂਕਿ ਉਹਨਾਂ ਦੀ ਵਿਲੱਖਣਤਾ ਹੁੰਦੀ ਹੈ। ਉਹ ਵਿਲੱਖਣਤਾ ਜਿਹੜੀ ਸੀਗੀ ਉਹ ਸਾਨੂੰ ਇੱਕ ਸਾਡੇ ਸਾਰਿਆਂ ਦੇ ਪਿਆਰੇ ਭਾਜੀ ਅਮੋਲਕ ਸਿੰਘ ਜੰਮੂ, ਜਿਹੜੇ ਅੱਜ ਸਾਡੇ ਵਿੱਚ ਨਹੀਂ, ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ, ਪਰ ਉਹਨਾਂ ਦੀਆਂ ਯਾਦਾਂ, ਉਹਨਾਂ ਦੇ ਕੀਤੇ ਹੋਏ ਕੰਮ, ਉਹਨਾਂ ਦੇ ਪ੍ਰਿੰਸੀਪਲ, ਉਹਨਾਂ ਦੀ ਡਿਊਟੀ ਜਿਹੜੀ ਉਹਦੇ ਕਰਕੇ ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ। ਤੁਸੀਂ ਅਮਰੀਕਾ ਦੇ ਵੱਖਰੇ ਵੱਖਰੇ ਕੋਨਿਆਂ ਤੋਂ ਆਏ ਹੋ। ਉਹਨਾਂ ਦੇ ਭਰਾ ਭਾਜੀ ਬਲਜਿੰਦਰ ਸਿੰਘ ਵੀ ਉਹ ਅਚੇਚੇ ਤੌਰ ਤੇ ਇੰਡੀਆ ਤੋਂ ਆਏ ਨੇ। ਇਸੇ ਕਰਕੇ ਕਿਉਂਕਿ ਭਾਜੀ ਅਮੋਲਕ ਸਿੰਘ ਉਸ ਮੇਲੇ ਦੇ ਵਿੱਚ ਇੱਕ ਵਿਲੱਖਣ ਸਨ। ਉਹਨਾਂ ਨੇ ਸਰਸੇ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਰੇਤਿਆਂ ਦੇ ਵਿੱਚ ਵਸਿਆ ਹੋਇਆ ਪਿੰਡ ਉੱਥੋਂ ਉੱਠ ਕੇ ਅਮਰੀਕਾ ਦੀ ਧਰਤੀ ਤੇ ਸ਼ਿਕਾਗੋ ਦੇ ਵਿੱਚ ਜਾ ਕੇ ਇੱਕ ਅਖਬਾਰ ਸ਼ੁਰੂ ਕੀਤਾ, ਜਿਸ ਅਖਬਾਰ ਦੇ ਜ਼ਰੀਏ ਅੱਜ ਅਸੀਂ ਇੱਕ ਪਰਿਵਾਰ ਬਣ ਕੇ ਬੈਠੇ ਹਾਂ। ਇਹ ਉਹਨਾਂ ਦੀ ਦੇਣ ਸੀ। ਪੱਤਰਕਾਰੀ ਦੇ ਵਿੱਚ ਇਸ ਅਖਬਾਰ ਨੂੰ ਚਲਾਉਣ ਦੇ ਲਈ, ਇਸ ਬੂਟੇ ਨੂੰ ਜਿਸ ਤਰ੍ਹਾਂ ਉਹਨਾਂ ਨੇ ਲਾਇਆ, ਉਸ ਬੂਟੇ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਸਿੰਜਿਆ, ਵੱਖਰੇ ਵੱਖਰੇ ਵਕਤ ਤੇ ਵੱਖਰੀ ਵੱਖਰੀ ਖਾਦ ਦੇ ਰੂਪ ਵਿੱਚ ਖੁਰਾਕ ਜਿਹੜੀ ਉਹਨੂੰ ਪਾਈ, ਉਸੇ ਕਰਕੇ ਅਜੇ ਬੂਟਾ ਜਿਹੜਾ ਉਹ ਬੜਾ ਪ੍ਰਫੁੱਲਤ ਹੈ। ਉਸ ਬੂਟੇ ਦੀ ਬਦੌਲਤ, ਉਸ ਬੂਟੇ ਦੀ ਸ਼ਾਨ ਅਸੀਂ ਮਾਣਦੇ ਹਾਂ। ਭਾਜੀ ਦੀ ਦੇਣ ਜਿਹੜੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਉਹਦੇ ਬਾਰੇ ਕੋਈ ਕਿਸੇ ਨੂੰ ਜਾਣਕਾਰੀ ਦੇਣ ਦੀ ਜ਼ਰੂਰਤ ਨਹੀਂ ਹੈ। ਅੱਜ ਉਸੇ ਬੂਟੇ ਨੂੰ ਸਾਡੇ ਸਤਿਕਾਰਤ ਭੈਣ ਜੀ ਜਸਪ੍ਰੀਤ ਕੌਰ, ਉਹਨਾਂ ਦਾ ਬੇਟਾ ਸਰਦਾਰ ਮਨਦੀਪ ਸਿੰਘ ਅਤੇ ਨੂੰਹ ਰਾਣੀ ਸੰਦੀਪ ਕੌਰ, ਉਹ ਕੋਸ਼ਿਸ਼ ਕਰ ਰਹੇ ਨੇ ਸੀ ਉਸ ਬੂਟੇ ਨੂੰ ਉਸੇ ਤਰ੍ਹਾਂ ਵਾਧਾ ਫੁੱਲਾ ਰੱਖਣ। ਪਰ ਉਸ ਬੂਟੇ ਨੂੰ ਇਸੇ ਤਰ੍ਹਾਂ ਵਾਧਾ ਫੁੱਲਾ ਰੱਖਣ ਲਈ ਸਾਡੇ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਮੈਂ ਆਪ ਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਇਸ ਬੂਟੇ ਦੀਆਂ ਜੜ੍ਹਾਂ ਹੋਰ ਵੀ ਤਗੜੀਆਂ ਹੋਣ। ਆਪ ਸਭ ਦਾ ਸਹਿਯੋਗ ਜਿਹੜਾ ਉਸ ਬੂਟੇ ਨੂੰ ਦੇਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਝੱਖੜ ਇਸ ਬੂਟੇ ਨੂੰ ਜਦੋਂ ਵੱਖਰੇ ਵੱਖਰੇ ਟਾਈਮ ਤੇ ਡਿੱਗਣ ਦੀ ਕੋਸ਼ਿਸ਼ ਕੀਤੀ, ਪਰ ਭਾਜੀ ਨੇ ਕਦੇ ਵੀ ਉਹਨਾਂ ਨਾਲ ਸਮਝੌਤਾ ਨਹੀਂ ਕੀਤਾ। ਪੱਤਰਕਾਰੀ ਇੱਕ ਕੰਡਿਆਂ ਦੀ ਸੇਜ ਹੈ, ਕੋਈ ਸੌਖਾ ਕੰਮ ਨਹੀਂ, ਕਿਉਂਕਿ ਜੇ ਤੁਹਾਡੇ ਮਤਲਬ ਦੀ ਖਬਰ ਹੋਏਗੀ ਤਾਂ ਤੁਸੀਂ ਉਹਦੇ ਨਾਲ ਹਾਂ 'ਚ ਹਾਂ ਮਿਲਾਓਗੇ। ਜੇ ਤੁਹਾਡੇ ਦੀ ਮਤਲਬ ਦੀ ਖਬਰ ਨਹੀਂ ਹੋਏਗੀ ਤਾਂ ਤੁਸੀਂ ਉਹਦੇ ਨਾਲ ਹਾਂ ਨਹੀਂ ਹਾਂ ਮਿਲਾਓਗੇ, ਤੁਸੀਂ ਉਹਦੇ ਨਾਲ ਵੈਰ ਕੱਢੋਗੇ। ਇਹ ਸੱਚ ਹੈ ਪੱਤਰਕਾਰੀ ਦੇ ਵਿੱਚ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਦੂਰ ਦਰੇਡੋਂ ਆਏ ਹੋ, ਖਾਸ ਤੌਰ ਤੇ ਜਸ ਪੰਜਾਬੀ ਚੈਨਲ ਦੀ ਸਾਰੀ ਟੀਮ ਆਈ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਈ ਵੀ ਸ਼ਬਦ ਕਿਸੇ ਦੇ ਖਿਲਾਫ ਕਿਹਾ ਗਿਆ ਹੋਵੇ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। सर्व जिया से लेख तराहूं बिन लेखे ना कोई जियो, आप ले कुदर कर देखे और हुक्म चलाए सोई जियो। आओ जी साध संगत जी, साडे अगले बुला रहे ने सरदार हरविंदर सिंह आहूजा। सरदार हरविंदर सिंह आहूजा। वाहिगुरू जी का खालसा, वाहिगुरू जी की फतेह। इस तो अगले बुला रहे ने जी कुलदीप सिंह सरां ਤੇ ਰਵਿੰਦਰ ਸਹਿਰਾਮ ਤੇ ਅਵਤਾਰ ਸਿੰਘ। ਇਹ ਸਾਰੇ ਜਿਹੜੇ ਬੁਲਾਰ ਨੇ ਇੱਥੇ ਪਿੱਛੇ ਆ ਜਾਓ ਤਾਂ ਕਿ ਸਮਾਂ ਬਚ ਜਾਵੇ। ਬਾਕੀ ਵੀਰ ਜੀ ਹੋਰ ਵੀ ਕਿਸੇ ਨੇ ਜੇ ਬੋਲਣਾ ਹੈ 2-4 ਮਿੰਟ ਵਾਸਤੇ ਤੇ ਮੈਨੂੰ ਇੱਥੇ ਆ ਕੇ ਮਿਲ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀ, ਆਓ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मरण लिखाए मंडल में आए, जो आया सो चल सी सबको आई वारी है। ऊड़ा है तो जूड़ा है, पंजाबी मां बोली दी सेवा गुरु ने आप इनाम दी। इस 7 समुद्रों पार करके शिकागो की धरती से पा पहुंचे। मैं तुहानूं थोड़ा जिहा पिछोकड़ च लैके जाना हाँ 1 मिनट ਦੇ ਲਈ। ਜਦੋਂ ਕਿਸੇ ਕੌਮ ਦਾ ਜਨਮ ਹੁੰਦਾ ਹੈ ਉਸ ਨੂੰ ਯੂਐਨਓ ਦੇ ਵਿੱਚ ਰਜਿਸਟਰ ਕਰਾਉਣਾ ਪੈਂਦਾ। ਉਸ ਦੀਆਂ 4 ਰਿਕੁਆਇਰਮੈਂਟ ਹੁੰਦੀਆਂ ਨੇ। ਧਰਮ ਸਥਾਨ ਹੋਵੇ, ਧਰਮ ਗ੍ਰੰਥ ਹੋਵੇ, ਉਸ ਦੀ ਆਈਡੈਂਟੀਟੀ ਹੋਵੇ, ਉਸ ਦੇ ਕੋਲ ਮਾਂ ਬੋਲੀ ਹੋਵੇ। ਇਹ ਸਾਨੂੰ 4 ਚੀਜ਼ਾਂ ਵਿਰਸੇ 'ਚ ਮਿਲੀਆਂ। ਧਰਮ ਸਥਾਨ ਸ੍ਰੀ ਹਰਿਮੰਦਰ ਸਾਹਿਬ, ਡਿੱਠੇ ਸਭੇ ਥਾਮ ਨਹੀਂ ਤੂੰ ਜਿਹਾ। ਉੱਥੇ ਤਨ ਦੀ ਖੁਰਾਕ, ਮਨ ਦੀ ਖੁਰਾਕ ਤੇ ਤਨ ਦੀ ਸੁੱਚਤਾ। ਮਨ ਦੀ ਖੁਰਾਕ ਉੱਥੇ ਮਿਲਦੀ ਹੈ 24 ਘੰਟੇ ਕੀਰਤਨ, ਤਨ ਦੀ ਖੁਰਾਕ ਮਿਲਦੀ ਹੈ ਲੰਗਰ। ਉਸ ਨਗਰੀ ਦੇ ਵਿੱਚ ਕੋਈ ਭੁੱਖਾ ਰਾਤ ਨੂੰ ਸੁੱਤਾ ਨਹੀਂ। ਤੇ ਸਾਨੂੰ ਗੁਰੂ ਮਿਲਿਆ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ, ਧਰਮ ਗ੍ਰੰਥ। ਤੇ ਸਾਡੀ ਪਛਾਣ ਗੁਰੂ ਗੋਬਿੰਦ ਸਿੰਘ ਨੇ ਪਿਤਾ ਜੀ ਨੇ ਦਿੱਤੀ ਹੈ ਖਾਲਸਾ। ਤੇ ਸਾਡੀ ਬੋਲੀ ਮਾਂ ਬੋਲੀ ਪੰਜਾਬੀ। ਗੁਰੂ ਅੰਗਦ ਦੇਵ ਜੀ ਆਪ कहते लिखते सन, ਆਪ ਬੱਚੇ ਨੂੰ ਪੜ੍ਹਾਉਂਦੇ ਸਨ। ਇਹ ਮਾਂ ਬੋਲੀ ਦੀ ਸੇਵਾ ਗੁਰੂ ਦੀ ਸੇਵਾ ਹੈ। ਸਰਦਾਰ ਮੌਲਕ ਸਿੰਘ ਜੀ ਨੂੰ ਗੁਰੂ ਜੀ ਨੇ ਆਪ ਸੇਵਾ ਦਿੱਤੀ ਤੇ ਆਪ 7 ਸਮੁੰਦਰ ਪਾਰ ਕਰਕੇ ਇੱਥੇ ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹੇ। 2000 ਦੇ ਵਿੱਚ 1 ਪੇਜ ਤੋਂ ਸ਼ੁਰੂ ਹੋਇਆ, ਅੱਜ 32 ਪੇਜ ਹੋ ਗਏ ਨੇ। ਇੱਕ ਸਟੇਟ ਤੋਂ ਸ਼ੁਰੂ ਕੀਤਾ, ਅੱਜ 26 ਸਟੇਟਾਂ ਹੋ ਗਈਆਂ ਨੇ। ਤੁਸੀਂ ਸਾਰੇ ਸਾਂਝੀਵਾਲ ਹੋ। ਇਹ ਤੁਹਾਡੀ ਸਾਰਿਆਂ ਦੀ ਹਿੰਮਤ ਹੈ, ਕਿਉਂਕਿ ਇੱਕ ਅਖਬਾਰ ਨੂੰ ਚਲਾਉਣ ਦੇ ਲਈ ਪਾਠਕ ਦੀ ਲੋੜ ਹੁੰਦੀ ਹੈ, ਵਪਾਰੀ ਦੀ ਲੋੜ ਹੁੰਦੀ ਹੈ ਤੇ ਲੇਖਕ ਦੀ ਲੋੜ ਹੁੰਦੀ ਹੈ। ਉਸ ਤੋਂ ਵੱਧ ਇੱਕ ਬਜਟ ਦੀ ਜ਼ਰੂਰਤ ਹੁੰਦੀ ਹੈ। ਜੇ ਬਜਟ ਨਹੀਂ ਹੈ ਤੇ ਪੇਪਰ ਨਹੀਂ ਛਪ ਸਕਦਾ। ਸੋ ਮੇਰੀ ਸਾਰਿਆਂ ਨੂੰ ਸਿਮਰ ਬੇਨਤੀ ਹੈ, ਵੱਧ ਚੜ੍ਹ ਕੇ ਹਿੱਸਾ ਪਾਓ ਤੇ ਇਸ ਪੰਜਾਬੀ ਮਾਂ ਨੂੰ ਅੱਗੇ ਲੈ ਕੇ ਚੱਲੀਏ। ਉਹ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਸੀ, ਵਨ ਮੈਨ ਸ਼ੋ। ਇਟਸ ਵੈਰੀ ਡਿਫਿਕਲਟ ਟੂ ਰਨ ਅ ਪੇਪਰ। ਉਹਨਾਂ ਕੋਲ MA ਪੰਜਾਬੀ, MA ਫਿਰ, ਟ੍ਰਾਂਸਲੇਸ਼ਨ ਦਾ ਡਿਪਲੋਮਾ, LLB। ਇਸ ਤੋਂ ਇਲਾਵਾ he was an organizer, administrator, cooperator. Above all, he has the leadership to run the paper. ਇੱਥੇ ਹੀ ਬਸ ਨਹੀਂ, ਉਹਨਾਂ ਦੀ ਸਿਹਤ ਜਵਾਬ ਦੇ ਗਈ, ਪਰ ਉਹਨਾਂ ਦਾ ਵਿਸ਼ਵਾਸ ਕਦੇ ਡੋਲਿਆ ਨਹੀਂ। ਉਹ ਕਹਿੰਦੇ ਸੀ, ਹਰਵਿੰਦਰ ਸਿੰਘ, ਮੈਂ ਤੇ ਰੋਜ਼ ਹੀ ਮੌਤ ਨੂੰ ਉਡੀਕਦਾ ਹਾਂ, ਪਰ ਮੌਤ ਮੇਰੇ ਤੋਂ ਡਰ ਗਈ ਹੈ। ਮੌਤ ਮੇਰੇ ਤੋਂ ਡਰਦੀ ਹੈ। ਪਰ ਦੇਖੋ, ਉਹਨਾਂ ਦਾ ਹੌਸਲਾ ਇੰਨਾ ਬੁਲੰਦ ਸੀਗਾ ਕਿ ਉਹਨਾਂ ਨੇ ਕੰਮ ਨਹੀਂ ਛੱਡਿਆ। ਕਹਿ ਰਹੇ ਸੀਗੇ, ਕੰਮ ਆਪਣਾ ਕਰੀ ਚੱਲੋ, ਵਿਸ਼ਵਾਸ ਰੱਖੋ, ਆਸ ਰੱਖੋ, ਤੇ ਇਸ 'ਤੇ ਕੰਮ ਚੱਲਣਾ ਹੈ। ਇਸ ਦੇ ਨਾਲ ਨਾਲ ਉਹਨਾਂ ਦੀ ਜਦੋਂ ਆਵਾਜ਼ ਬੰਦ ਹੋ ਗਈ, ਅੱਖਾਂ ਦੇ ਨਾਲ ਗੱਲਾਂ ਕਰਦੇ ਸਨ। ਉਹਨਾਂ ਦੀ ਅੱਖਾਂ 'ਚ ਇੰਨੀ ਚਮਕ ਸੀ ਜਿਸ ਤਰ੍ਹਾਂ ਬਿਜਲੀ ਦੀ ਚਮਕ ਹੁੰਦੀ ਹੈ। ਉਹਨਾਂ ਦੀ ਸਮਾਇਲ, ਉਹਨਾਂ ਦਾ ਹਾਂ, ਉਹਨਾਂ ਦਾ ਨਾ, ਉਹਨਾਂ ਨੂੰ ਕਹਿਣਾ ਠੀਕ ਹੈ, ਮੈਂ ਸਾਰਾ ਕੁਝ ਠੀਕ ਹੈ, ਚੱਲੀ ਚਲੋ, ਤੁਸੀਂ ਬੋਲੀ ਚਲੋ, ਮੈਂ ਸੁਣਦਾ ਆ, ਮੈਨੂੰ ਸਮਝ ਆ ਰਹੀ ਹੈ ਸਾਰਾ ਕੁਝ। ਇੰਨੀ ਸੋਝੀ ਸੀਗੀ। ਮੇਰਾ ਸਿਰ ਝੁਕਦਾ ਭੈਣ ਜੀ ਜਸਪ੍ਰੀਤ ਦੇ ਤੇ ਉਹਨਾਂ ਦੀ ਪੰਜਾਬ ਟਾਈਮ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਆਸ ਰੱਖਦਾ ਹਾਂ ਇਸ ਪੇਪਰ ਨੂੰ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ 'ਚ ਰੱਖੋ। ਤੇ ਜੇ ਅਸੀਂ ਸਾਰੇ ਭਾਈਵਾਲ ਹਾਂ, ਸਾਰੇ ਸਾਂਝੇ ਹਾਂ, ਤੇ ਕਦੇ ਵੀ ਸਾਨੂੰ ਆਵਾਜ਼ ਮਾਰੋ, ਅਸੀਂ ਤੁਹਾਡੇ ਕੋਲ ਪਹੁੰਚਾਂਗੇ। ਤੇ ਮੇਰੀ ਸਾਰਿਆਂ ਨੂੰ ਸਿਮਰ ਬੇਨਤੀ ਹੈ, ਜਿਨ੍ਹਾਂ ਨੇ 3 ਫੁੱਲ ਨਹੀਂ ਚੜਾਏ ਅਜੇ ਤੱਕ, ਪਲੀਜ਼ ਇਸ ਮਾਂ ਬੋਲੀ ਦੀ ਸੇਵਾ ਵਿੱਚ, ਇਹ ਗੁਰੂ ਦੀ ਸੇਵਾ ਹੈ ਤੇ ਇਹਨੂੰ ਚੜ੍ਹਦੀਆਂ ਕਲਾਂ 'ਚ ਰੱਖੀਏ। ਤੇ ਬਜਟ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਉਸ ਨੂੰ ਜ਼ਰੂਰ
ਜ਼ਰੂਰ ਪੂਰੀ ਕਰੀਏ। ਆਓ ਸਾਰੇ ਇਕੱਠੇ ਸ਼ਬਦ ਪੜ੍ਹੀਏ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਵੇਰੇ। ਖਿਮਾ ਦਾ ਚਾਚ ਖਾਂ ਜੀ ਅਸੀਸ ਦਿਓ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਵੇਂ ਹੀ ਬੁਲਾਰੇ ਸਰਦਾਰ ਭੁੱਲਰ ਅਤੇ ਹੁਜਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਹੁਣ ਅਗਲੇ ਬੁਲਾਰੇ ਨੇ ਜੀ ਕੁਲਦੀਪ ਸਿੰਘ ਸਰਾਂ। ਮੈਂ ਬੇਨਤੀ ਕਰਦਾ ਕਿ ਵੀਰ ਜੀ ਆਣ ਤੇ ਆਪਣੇ ਚੰਦ ਸ਼ਬਦ ਜਿਹੜੇ ਸੰਗਤ ਨਾਲ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਅਮੋਲਕ ਸਿੰਘ ਜੰਮੂ ਮੇਰੇ ਨਾਲੋਂ ਕਾਫੀ ਸਾਲ ਛੋਟੇ ਸੀ, ਫਿਰ ਵੀ ਉਹਨਾਂ ਦਾ ਕਿਰਦਾਰ, ਉਹਨਾਂ ਦਾ ਕਰੈਕਟਰ, ਉਹਨਾਂ ਦੀ ਜਦੋਜਹਿਦ ਕਰਕੇ ਮੈਂ ਉਹਨਾਂ ਨੂੰ ਹਮੇਸ਼ਾ ਭਾਜੀ ਕਹਿ ਕੇ ਬੁਲਾਉਂਦਾ ਸੀ। ਅਸੀਂ ਭਾਜੀ ਹਮੇਸ਼ਾ ਆਮ ਤੌਰ ਤੇ ਵੱਡਿਆਂ ਲਈ ਇਹ ਵਰਡ ਯੂਜ਼ ਕਰਦੇ ਹਾਂ। ਮੈਂ ਜਦੋਂ ਵੀ ਉਹਨਾਂ ਨੂੰ ਜਾਂਦਾ ਸੀ, ਉਹਨਾਂ ਦੇ ਘਰ ਮਿਲਦਾ ਸੀ, ਇੱਕ ਸੋਚ ਮੇਰੇ ਤੇ ਭਾਰ ਹੁੰਦੀ ਸੀ ਜਦੋਂ ਮੈਂ ਉਹਨਾਂ ਨੂੰ ਮਿਲ ਕੇ ਆਉਂਦਾ ਸੀ ਕਿ ਅਸੀਂ ਕਿਸ ਤਰ੍ਹਾਂ ਸ਼ਿਕਾਇਤਾਂ ਕਰਦੇ ਰਹਿੰਦੇ ਹਾਂ ਆਪਣੀ ਜ਼ਿੰਦਗੀ ਬਾਰੇ, ਨਿੱਕੀਆਂ ਨਿੱਕੀਆਂ ਚੀਜ਼ਾਂ ਦੀਆਂ ਸ਼ਿਕਾਇਤਾਂ ਕਰਦੇ ਰਹਿੰਦੇ ਹਾਂ। ਤੇ ਇਹ ਇਨਸਾਨ ਦੇਖੋ ਕਿ ਇਹਦਾ ਪੱਤਰਕਾਰੀ ਦਾ ਇਹਦੇ ਸਿਰ ਤੇ ਜਨੂਨ ਸੀ। ਪੱਤਰਕਾਰੀ ਵੀ ਇੱਕ ਸਧਾਰਨ ਪੱਤਰਕਾਰੀ ਨਹੀਂ, ਇੱਕ ਮਿਆਰੀ ਪੱਤਰਕਾਰੀ। ਉਹਦਾ ਜਨੂਨ ਇਹਨੇ ਉਹ ਪੂਰਾ ਪਗਾਇਆ। ਇੰਨੀ ਨਾਮਰਾਦ ਬਿਮਾਰੀ ਜਿਹੜੀ ਕਿ ਤੁਹਾਡੇ ਬੋਡੀ ਦੇ ਸਾਰੇ ਫੰਕਸ਼ਨ ਤੁਹਾਡੇ ਕੋਲੋਂ ਖੋਹ ਲੈਂਦੀ ਹੈ, ਫਿਰ ਵੀ ਉਹਨਾਂ ਨੇ ਆਪਣਾ ਸਿਰ ਨਹੀਂ ਛੱਡਿਆ। ਤੇ ਕਦੀ ਕਦੀ ਮੈਂ ਸਗੋਂ ਇਹ ਵੀ ਥੋੜਾ ਗਿਲਟੀ ਵੀ ਫੀਲ ਕਰਦਾ ਸੀ ਕਿ ਜਦੋਂ ਵੀ ਮੈਂ ਉਹਨਾਂ ਨੂੰ ਮਿਲਣ ਜਾਂਦਾ ਸੀ, ਇਹ ਸਾਡੀ ਭੈਣ ਜੀ ਜਸਪ੍ਰੀਤ ਇੰਨੀ ਸੇਵਾ ਕਰਦੇ ਸੀ, ਇਹਨਾਂ ਲੋੜ ਤੋਂ ਵੱਧ ਤਕਲੀਫ ਕਰਦੇ ਸੀ ਸਾਡੀ ਪਰਵਾਹਚਾਰੀ ਕਰਨ। ਤੇ ਮੈਂ ਸਮਝਦਾ ਹੁੰਦਾ ਸੀ ਕਿ ਅਸੀਂ ਆ ਕੇ ਇਹਨਾਂ ਨੂੰ ਲੋੜ ਤੋਂ ਵੱਧ ਤਕਲੀਫ ਦਿੰਦੇ ਹਾਂ, ਹਾਲਾਂਕਿ ਇੱਦਾਂ ਹੋਣਾ ਨਹੀਂ ਚਾਹੀਦਾ। ਸਾਨੂੰ ਤਾਂ ਸਗੋਂ ਆ ਕੇ ਇਹਨਾਂ ਦਾ ਕੋਈ ਦੁੱਖ ਮਨਾਉਣਾ ਚਾਹੀਦਾ ਤੇ ਅਸੀਂ ਇਹਨਾਂ ਨੂੰ ਲੋੜੋਂ ਵੱਧ ਕੰਮ ਦਿੰਦੇ ਹਾਂ। ਜਦੋਂ ਇਸ ਤਰ੍ਹਾਂ ਦਾ ਕੋਈ ਪਿਆਰਾ ਇਨਸਾਨ ਸਾਡੇ ਕੋਲੋਂ ਚਲਾ ਜਾਂਦਾ, ਇੱਕ ਦੋ ਕਿਸਮਾਂ ਦਾ ਵੈਕਿਊਮ ਖਿਲਾ ਸਾਡੇ ਵਿੱਚ ਪੈਦਾ ਹੁੰਦਾ। ਇੱਕ ਸਾਡੇ ਅੰਦਰ ਹੁੰਦਾ ਤੇ ਇੱਕ ਸਾਡੇ ਆਲੇ ਦੁਆਲੇ ਹੁੰਦਾ। ਜਿਹੜਾ ਆਲੇ ਦੁਆਲੇ ਦਾ ਖਿਲਾ ਹੈ ਉਹ ਤੇ ਸਮਾਂ ਪਾ ਕੇ ਅਸੀਂ ਭੁੱਲ ਜਾਣ ਦੇ ਕਾਮਯਾਬ ਹੁੰਦੇ ਹਾਂ, ਪਰ ਜਿਹੜਾ ਸਾਡੇ ਅੰਦਰਲਾ ਖਿਲਾ ਹੈ ਉਹ ਹਮੇਸ਼ਾ ਹੀ ਬਣਿਆ ਰਹਿੰਦਾ, ਉਹ ਕਦੀ ਪੂਰਾ ਨਹੀਂ ਹੁੰਦਾ। ਭੈਣ ਜੀ ਜਸਪ੍ਰੀਤ, ਇਹਨਾਂ ਨੇ ਉਹੋ ਹੀ ਸਿਰ ਤੇ ਉਹੋ ਹੀ ਕਮਿਟਮੈਂਟ ਭਾਜੀ ਅਮੋਲ ਕੋਲੋਂ ਗ੍ਰਹਿਣ ਕੀਤੀ ਹੈ। ਤੇ ਇਹੋ ਹੀ ਕਾਰਨ ਹੈ ਕਿ ਇਹ ਪਰਚਾ ਅੱਜ ਵੀ ਉਦਾਂ ਹੀ ਚੱਲ ਰਿਹਾ ਹੈ ਜਿੱਦਾਂ ਕਿ ਉਹਨਾਂ ਦੇ ਹੁੰਦਿਆਂ ਚੱਲਦਾ ਸੀ। ਅੱਜ ਇਸ ਸਮੇਂ ਦੇ ਵਿੱਚ ਕੋਈ ਵੀ ਪੇਪਰ ਇਸ ਤਰ੍ਹਾਂ ਲਗਾਤਾਰ ਜਾਰੀ ਰੱਖਣਾ ਆਪਣੇ ਆਪ ਵਿੱਚ ਬਹੁਤ ਵੱਡੀ ਜਦੋਜਹਿਦ ਹੈ। ਸਾਡੇ ਇੱਥੇ ਇੰਡੀਆ ਅਬਰੋਡ ਇੰਗਲਿਸ਼ ਦਾ ਪੇਪਰ ਚੱਲਦਾ ਹੁੰਦਾ ਸੀ, ਬੜਾ ਕਾਮਯਾਬ ਪੇਪਰ ਸੀ, ਉਹਨਾਂ ਦਾ ਵੀ ਬੰਦ ਹੋ ਗਿਆ। ਅੰਮ੍ਰਿਤਸਰ ਟਾਈਮ ਵੀ ਤੁਸੀਂ ਨਹੀਂ ਦੇਖਦੇ ਕਿਤੇ, ਉਹ ਵੀ ਆਨਲਾਈਨ ਹੀ ਰਹਿ ਗਿਆ। ਸਿਰਫ ਇਹ ਇਹਨਾਂ ਦੀ ਹਿੰਮਤ, ਇਹਨਾਂ ਦੀ ਦੂਰਅੰਦੇਸ਼ੀ, ਇਹਨਾਂ ਦੇ ਆਪਣੇ ਕੌਨਟੈਕਟਸ, ਇਹਨਾਂ ਨੇ ਜਿਹੜੀ ਇੱਕ ਅਪਣਤ ਪੈਦਾ ਕੀਤੀ ਆਪਣੇ ਲਿਖਾਰੀਆਂ ਨਾਲ, ਪਾਠਕਾਂ ਨਾਲ, ਉਸ ਇਹਨਾਂ ਸਾਰੇ ਕੁਛ ਦਾ ਹੀ ਸਿਹਰਾ ਇਹ ਹੈ ਕਿ ਅੱਜ ਜਿਹੜਾ ਇਹ ਪੰਜਾਬ ਟਾਈਮ ਪੇਪਰ ਹੈ ਉਹ ਇਸ ਤਰ੍ਹਾਂ ਹੀ ਚੱਲ ਰਿਹਾ ਹੈ। ਸਾਰੀਆਂ ਐਡੀਸ਼ਨਾਂ ਛਪ ਰਹੀਆਂ ਨੇ ਤੇ ਸਾਰਿਆਂ ਤੱਕ ਪਹੁੰਚ ਰਿਹਾ ਹੈ। ਭਾਜੀ ਅਮੋਲਕ ਉਹ ਕਿਤੇ ਗਏ ਨਹੀਂ ਹੈ, ਉਹ ਸਾਡੇ ਕੋਲ ਨੇ, ਸਾਡੇ ਵਿੱਚ ਨੇ। ਉਹਨਾਂ ਦੀਆਂ ਯਾਦਾਂ, ਉਹਨਾਂ ਦੀਆਂ ਕਿਰਤਾਂ ਸਾਡੇ ਕੋਲ ਨੇ। ਜਦੋਂ ਪੰਜਾਬ ਟਾਈਮ ਹਰ ਮਹੀਨੇ ਹਰ ਹਫ਼ਤੇ ਛਪ ਕੇ ਤੁਹਾਡੇ ਬੂਹੇ ਦਸਤਕ ਦਿੰਦਾ ਹੈ, ਤੁਸੀਂ ਇਹ ਸਮਝੋ ਕਿ ਅਮੋਲਕ ਭਾਜੀ ਹੀ ਆਪਣੀ ਹਾਜ਼ਰੀ ਲਵਾ ਰਹੇ ਨੇ। ਅਮੋਲਕ ਭਾਜੀ ਨੇ ਸਾਰੀ ਉਮਰ
ਜੋੜਨ ਦਾ ਕੰਮ ਕੀਤਾ। ਇੱਕ ਗੁਰੂ ਦੇ ਤੌਰ ਤੇ, ਇੱਕ ਗੂੰਜ ਦੇ ਤੌਰ ਤੇ ਉਹਨਾਂ ਨੇ ਆਪਣਾ ਕਿਰਦਾਰ ਨਿਭਾਇਆ। ਉਹਨਾਂ ਨੇ ਸਾਨੂੰ ਪੰਜਾਬੀ ਨਾਲ ਜੋੜਿਆ, ਸਾਹਿਤ ਨੂੰ ਸਾਡੇ ਨਾਲ ਜੋੜਿਆ। ਉਹਨਾਂ ਨੇ ਜਿਹੜਾ ਸਾਡੀਆਂ ਨਿਤ ਪ੍ਰਤੀ ਦੀਆਂ ਘਟਨਾਵਾਂ ਸੀ, ਖਬਰਾਂ ਰਾਹੀਂ ਸਾਨੂੰ ਜਾਣੂ ਕਰਾਇਆ। ਤੇ ਇਸ ਤੋਂ ਬਾਅਦ ਇੱਕ ਇਨਸਾਨ ਆਪਣੀ ਇੰਨੀ ਕਸ਼ਟਮਈ ਜ਼ਿੰਦਗੀ ਵਿੱਚ ਹੋਰ ਕੀ ਕਰ ਸਕਦਾ ਹੈ। ਅਸੀਂ ਇਸ ਕਰਕੇ ਉਹਨਾਂ ਦੇ ਹਮੇਸ਼ਾ ਹੀ ਆਭਾਰੀ ਹਾਂ। ਉਹ ਇੱਕ ਕਰਮਯੋਗੀ ਸਨ ਜਿਨ੍ਹਾਂ ਨੇ ਕਿ ਆਪਣੀ ਜ਼ਿੰਦਗੀ ਦਾ ਆਖਰੀ ਪਲ ਇੱਕ ਮਿਸ਼ਨ ਵਾਸਤੇ ਲਾਇਆ, ਤੇ ਇਹ ਹੀ ਸਾਡੇ ਵਾਸਤੇ ਬਹੁਤ ਵੱਡਾ ਇੱਕ ਸਬਕ ਵੀ ਹੈ, ਤੇ ਇਹੋ ਹੀ ਸਾਡੀ ਉਹਨਾਂ ਨੂੰ ਸ਼ਰਧਾਂਜਲੀ ਹੈ ਕਿ ਅਸੀਂ ਇਹ ਜਿਹੜਾ ਅਖਬਾਰ ਹੈ, ਜਿਸ ਵੀ ਢੰਗ ਦੇ ਨਾਲ ਅਸੀਂ ਕੋਈ ਕੰਟਰੀਬਿਊਸ਼ਨ ਕਰ ਸਕਦੇ ਹਾਂ, ਹੈਲਪ ਕਰ ਸਕਦੇ ਹਾਂ, ਇਸ ਅਖਬਾਰ ਨੂੰ ਚੱਲਦਾ ਰੱਖੀਏ। ਇਹਨਾਂ ਲਫ਼ਜ਼ਾਂ ਨਾਲ ਮੈਂ ਤੁਹਾਡੇ ਕੋਲ ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਬੁਲਾਰੇ ਵੀਰ ਜੀ ਇੰਡੀਆਨਾ ਤੋਂ ਆਏ ਨੇ, ਰਵਿੰਦਰ ਸਹਿਰਾ। ਸੋ ਮੈਂ ਬੇਨਤੀ ਕਰਦਾ ਕਿ ਆਉਣ ਅਤੇ ਸੰਗਤਾਂ ਦੇ ਨਾਲ ਆਪਣੇ ਸ਼ਬਦ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬੋਲਣ ਵਾਲੇ ਸੱਜਣਾ ਨੇ ਬਹੁਤ ਹੀ ਵਿਚਾਰਕ ਢੰਗ ਦੇ ਨਾਲ ਤੁਹਾਡੇ ਨਾਲ ਅਮੋਲਕ ਭਾਜੀ ਬਾਰੇ ਸਾਂਝ ਪਵਾਈ ਹੈ। ਕੀਰਤਨੀ ਜਥੇਦਾਰ ਰਸਭਿੰਨਾ ਕੀਰਤਨ ਤੇ ਕਥਾ ਤੇ ਭਾਈ ਮਹਿੰਦਰ ਸਿੰਘ, ਰਾਗੀ ਮਹਿੰਦਰ ਸਿੰਘ ਜਾਂ ਸਿੰਘ ਸਾਹਿਬ ਜਿਹੜੇ ਨੇ, ਉਹਨਾਂ ਬਾਰੇ ਸੁਣਿਆ ਤਾਂ ਬਹੁਤ ਸੀ। ਉਹਨਾਂ ਦੇ ਭਰਾ ਗੁਰਦਰਸ਼ਨ ਸਿੰਘ ਤੋਂ ਜਦੋਂ ਅਸੀਂ ਮੈਰੀਲੈਂਡ ਹੁੰਦੇ ਸੀ। ਬਾਅਦ ਵਿੱਚ 20 ਸਾਲ ਅਸੀਂ ਪੈਨਸਿਲਵੇਨੀਆ ਰਹੇ, ਤੇ ਅੱਜ ਉਹਨਾਂ ਦੇ ਦਰਸ਼ਨ ਵੀ ਕੀਤੇ ਨੇ, ਤੇ ਸੁਣ ਕੇ ਬਹੁਤ ਆਨੰਦ ਆਇਆ। ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਅੱਜ ਦੇ ਵਿਸ਼ੇ ਵੱਲ ਆਉਣਾ ਕਿ ਦੁਨੀਆ ਬਹੁਤ ਰੰਗੀ ਹੈ। ਕੋਈ ਰੱਬ ਨੂੰ ਹੋਂਦ ਨੂੰ ਮੰਨਦਾ, ਕੋਈ ਨਹੀਂ। ਕੋਈ ਇਸ ਨੂੰ ਅਦਿੱਖ ਸ਼ਕਤੀ ਮੰਨਦਾ, ਕੋਈ ਨਹੀਂ। ਕੋਈ ਇਸ ਨੂੰ ਕੁਦਰਤੀ ਵਰਤਾਰਾ ਮੰਨਦਾ, ਜਿਸ ਤਰ੍ਹਾਂ ਵੀ ਕੋਈ ਮੰਨਦਾ। ਪਰ ਇਹ ਗੱਲ ਜਿਵੇਂ ਭਾਈ ਸਾਹਿਬ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਦੱਸੀ ਸੀ ਕਿ ਉਸਨੇ ਇੱਕ ਦਿਨ ਜਾਣਾ ਹੈ। ਜੋ ਕੁਦਰਤ ਵਿੱਚ ਵਿਸ਼ਵਾਸ ਰੱਖਦੇ ਨੇ ਜਾਂ ਅਦਿੱਖ ਸ਼ਕਤੀ ਵਿੱਚ ਵਿਸ਼ਵਾਸ ਰੱਖਦੇ ਨੇ, ਉਹਨਾਂ ਵਾਸਤੇ ਵੀ ਕੁਦਰਤ ਨੇ ਬਹੁਤ ਵਧੀਆ ਇੱਕ ਉਦਾਹਰਣ ਪੇਸ਼ ਕੀਤੀ ਹੋਈ ਹੈ ਕਿ ਪਤਝੜ ਦੀ ਰੁੱਤ ਤੇ ਬਹਾਰ ਦੀ ਰੁੱਤ। ਬਹਾਰ ਦੀ ਰੁੱਤ ਤੇ ਫੁੱਲ ਖਿੜਦੇ ਨੇ, ਮਹਿਕਾਂ ਖਿਲਾਰਦੇ ਨੇ, ਹਰ ਪਾਸੇ ਚਹਿਕ ਹੁੰਦੀ ਹੈ। ਪਰ ਜਦੋਂ ਪਤਝੜ ਆਉਂਦੀ ਆ ਤਾਂ ਸਾਰੇ ਪੱਤੇ ਝੜ ਜਾਂਦੇ ਨੇ, ਭੋਇੰ ਤੇ ਡਿੱਗ ਜਾਂਦੇ ਨੇ ਤੇ ਭੋਇੰ ਦੇ ਵਿੱਚ ਮਿਲ ਜਾਂਦੇ ਨੇ। ਇਸੇ ਤਰ੍ਹਾਂ ਮਨੁੱਖੀ ਸਰੀਰ ਹੈਗਾ, ਜਿਵੇਂ ਭਾਈ ਸਾਹਿਬ ਨੇ ਵੀ ਆਪਣੇ ਦੱਸਿਆ ਹੈਗਾ, ਕੀਰਤਨੀ ਸਿੰਘਾਂ ਨੇ ਦੱਸਿਆ ਹੈਗਾ, ਤੇ ਸੈਕਟਰ ਸਾਹਿਬ ਨੇ ਜਿਵੇਂ ਵਿਖਿਆਨ ਕੀਤਾ ਹੈਗਾ। ਉਹ ਵੀ ਉਸ ਕੁਦਰਤ ਦੇ ਵਰਤਾਰੇ ਦੀ ਭੇਂਟ ਚੜ ਗਏ ਨੇ, ਪਰ ਉਹਨਾਂ ਦੀ ਜ਼ਿੰਦਗੀ ਬੜੀ ਹੀ ਸੰਘਰਸ਼ਸ਼ੀਲ ਰਹੀ ਹੈ। ਮੈਨੂੰ ਪਤਾ ਹੈ ਜਦੋਂ ਪਹਿਲੀ ਵਾਰ 1995 ਵਿੱਚ ਨਿਊਯਾਰਕ ਤੋਂ ਇੰਡੀਆਨਾ ਮੇਰੇ ਨਾਲ ਸੁਖਜਿੰਦਰ ਵਿਰਕ ਹੁਣੀ ਆਏ ਨੇ, ਉਹਨਾਂ ਕੋਲ ਆਏ ਸੀ ਪਹਿਲੇ ਦਿਨ ਤੋਂ। ਉਹ ਮੈਨੂੰ ਦੱਸਦੇ ਸੀ ਕਿ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ 1995 ਤੋਂ ਲੈ ਕੇ ਹੁਣ ਤੱਕ। ਤੇ ਕੁਝ ਸਮਾਂ ਮੈਂ ਮਿਲਵਾਕੀ ਰਿਹਾ ਉਦੋਂ 1999 ਵਿੱਚ, 2000 ਵਿੱਚ, ਤੇ ਸਾਡੇ ਕੋਲ ਉਸ ਵੇਲੇ ਉੱਥੇ ਆਏ ਭਾਜੀ, ਇੱਕ ਇਹਨਾਂ ਦੇ ਨਾਲ ਇਹਨਾਂ ਦੇ ਦੋਸਤ ਸਨ, ਸ਼ਾਇਦ ਹੁਣ ਵੀ ਇੱਥੇ ਬੈਠੇ ਹੋਣਗੇ, ਤੇ ਉਹਨਾਂ ਨੇ ਉਦੋਂ ਕਿਹਾ ਸੀ ਪੰਜਾਬ ਟਾਈਮਜ਼ ਅਖਬਾਰ ਕੱਢਣਾ। ਮੈਂ ਜ਼ਿਆਦਾ ਲੰਬੀ ਨਾ ਗੱਲ ਕਰਾਂ, ਤੇ ਕਿਉਂਕਿ ਇਹਨਾਂ ਦੀ ਦੂਰਦ੍ਰਿਸ਼ਟੀ ਦੇਖੋ, ਅਸੀਂ ਇਹਨਾਂ ਨੂੰ ਸੁਝਾਅ ਦਿੱਤਾ ਕਿ ਪੰਜਾਬ ਟਾਈਮਜ਼ ਨਾ ਲਿਖੋ, ਪੰਜਾਬ ਟਾਈਮ ਲਿਖੋ। ਇਹਨਾਂ ਕਿਹਾ ਨਹੀਂ, ਇਹ ਟਾਈਮਜ਼ ਹੀ ਹੈ, ਟਾਈਮ ਨਹੀਂ ਹੈਗਾ। ਮਤਲਬ ਇਹਨਾਂ ਦੀ ਵਿਆਕਰਨ ਜਿਹੜੀ ਸੀਗੀ ਕਿ ਜਿਵੇਂ ਪਹਿਲਾਂ ਇਹਨੇ ਟ੍ਰਾਂਸਲੇਸ਼ਨ ਦਾ ਵੀ ਕੀਤਾ ਡਿਪਲੋਮਾ, ਉੱਥੋਂ ਇਹਨਾਂ ਦੀ ਵਿਆਕਰਨ ਜਿਹੜੀ ਸੀਗੀ ਝਲਕਾਰੇ ਦਿੰਦੀ ਸੀ, ਸ਼ਾਦੀ ਕਰਦੀ ਸੀ ਕਿ ਇਹ ਕਿੰਨੇ ਸਿਆਣੇ ਹੋਣਗੇ। ਖੌਰ ਇਹਨਾਂ ਨੇ ਪੰਜਾਬ ਟਾਈਮਜ਼ ਹੀ ਰੱਖਿਆ। ਹੁਣ ਆਪਾਂ ਜਦੋਂ ਸਮਾਜਿਕ ਜ਼ਿੰਦਗੀ ਵਿੱਚ ਕੋਈ ਨਾਵਲ ਪੜ੍ਹਦੇ ਹਾਂ, ਨਾਨਕ ਸਿੰਘ ਦਾ ਨਾਵਲ ਪੜ੍ਹਦੇ ਹਾਂ, ਭਾਈ ਵੀਰ ਸਿੰਘ ਦੀ ਸੁੰਦਰੀ ਪੜ੍ਹਦੇ ਹਾਂ, ਨਾਨਕ ਸਿੰਘ ਦਾ ਚਿੱਟਾ ਲਹੂ ਪੜ੍ਹਦੇ ਹਾਂ, ਜਸਵੰਤ ਸਿੰਘ ਕੰਵਲ ਦਾ ਹਾਣੀ ਜਾਂ ਲਹੂ ਦੀ ਲੋਹ ਪੜ੍ਹਦੇ ਹਾਂ, ਤਾਂ ਜਿਸ ਤੋਂ ਵੀ ਦੂਰ ਜਾਈਏ ਗੋਰਕੀ ਦੀ ਮਾਂ ਪੜ੍ਹਦੇ ਹਾਂ, ਮੇਰਾ ਦਾਗਿਸਤਾਨ ਜਿਹੜਾ ਸੋਲਜਨੀਸਨ ਦਾ ਉਹ ਪੜ੍ਹਦੇ ਹੈਗੇ ਹਾਂ। ਤਾਂ ਇੱਕ ਹੋਰ ਜਿਹੜੀ ਮਿਸਾਲ ਹੈਗੀ ਆ, ਰਸ਼ੀਅਨ ਇੱਕ ਕਲਾਸੀਕਲ ਨਾਵਲ ਹੋਇਆ ਅਸਲੀ ਮਨੁੱਖ ਦੀ ਕਹਾਣੀ। ਉਹਦਾ ਰਚੇਤਾ ਜਿਹੜਾ ਸੀ ਬੋਸੇ ਪੋਲਵਾਈ ਸੀ।
ਉਹ ਬਿਲਕੁਲ ਭਾਜੀ ਦੇ ਜ਼ਿੰਦਗੀ ਨਾਲ ਮਿਲਦੀ ਮੈਚ ਖਾਂਦੀ ਆ। ਉਹ ਇੱਕ ਪੱਤਰਕਾਰ ਸੀਗਾ। ਦੂਜੀ ਜੰਗ ਵਿੱਚ, ਵਿਸ਼ਵ ਜੰਗ ਵਿੱਚ ਉਹਨੇ ਆਪਣੀਆਂ ਲੱਤਾਂ ਵੀ ਉਡਾ ਲਈਆਂ ਜੰਗਾਂ ਵਿੱਚ ਪੱਤਰਕਾਰੀ ਕਰਦਿਆਂ, ਰਿਪੋਰਟਿੰਗ ਕਰਦਿਆਂ, ਪਰ ਉਹ ਸਾਰੀ ਉਮਰ ਉਸ ਲੱਤਾਂ ਦੇ ਨਾ ਹੁੰਦਿਆਂ ਵੀ, ਵਾਹਾਂ ਦੇ ਨਾ ਹੁੰਦਿਆਂ ਹੋਇਆਂ ਵੀ ਪੱਤਰਕਾਰੀ ਕਰਦਾ ਰਿਹਾ ਤੇ ਅੰਤਲੇ ਦਮ ਤੱਕ ਕਰਦਾ ਰਿਹਾ। ਈਵਨ ਲੈਨਨ ਵਰਗੇ ਮਹਾਨ ਇਨਕਲਾਬੀਆਂ ਨੇ ਉਹਨੂੰ ਮਹਾਨ ਯੋਧਾ ਦੱਸਿਆ। ਇਹ ਵੀ ਮਿਸਾਲ ਅਸੀਂ ਇਹ ਕਹਿ ਸਕਦੇ ਹਾਂ। ਭਾਈ ਮੁਲਕ ਸਿੰਘ ਜੀ ਵੀ ਜਿਸ ਤਰ੍ਹਾਂ ਮਸਕੂਲਰ ਡਿਸਟ੍ਰਾਫੀ ਦੇ ਨਾਲ ਜੂਝਦੇ ਰਹੇ, ਇਹ ਵੀ ਹਜ਼ਾਰਾਂ ਬੰਦਿਆਂ ਚੋਂ ਕਿਸੇ ਇੱਕ ਨੂੰ ਹੁੰਦੀ ਆ, ਸੈਂਕੜੇ ਕਹਿੰਦੇ ਨੇ, ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਤੇ ਪੱਤਰਕਾਰੀ ਦੀ ਮਰਿਆਦਾ ਨੂੰ ਕਾਇਮ ਰੱਖਿਆ। ਪੱਤਰਕਾਰੀ ਵੀ ਕਈ ਤਰ੍ਹਾਂ ਦੀ ਹੈ, ਤੁਸੀਂ ਆਪਾਂ ਦੇਖਿਆ ਹੋਣਾ। ਮੈਂ ਗੱਲ ਬਹੁਤ ਛੋਟੀ ਕਰਾਂਗਾ ਜੀ, ਬਹੁਤ ਛੇਤੀ। ਇੱਕ ਹੁੰਦੀ ਹੈ ਪ੍ਰਤੀਬੱਧ ਪੱਤਰਕਾਰੀ, ਇੱਕ ਹੁੰਦੀ ਹੈ ਪੀਲੀ ਪੱਤਰਕਾਰੀ, ਇੱਕ ਹੁੰਦੀ ਹੈ ਜਗਾੜੂ ਪੱਤਰਕਾਰੀ। ਜਗਾੜੂ ਪੱਤਰਕਾਰੀ ਤੁਸੀਂ ਜਿਵੇਂ ਆਪਣੇ ਭਾਈ ਸਾਹਿਬ ਨੇ ਪਹਿਲਾਂ ਇੱਕ ਦੱਸਿਆ ਸੀਗਾ, ਕਿਵੇਂ ਇਸ਼ਤਿਹਾਰ ਆਪਣੇ ਵੈਦਾਂ ਹਕੀਮਾਂ ਦੇ ਜਾਂ ਜਾਦੂ ਟੂਣਿਆਂ ਵਾਲਿਆਂ ਦੇ, ਉਹ ਜਗਾੜੂ ਪੱਤਰਕਾਰੀ ਹੈਗੇ। ਪੀਲੀ ਪੱਤਰਕਾਰੀ ਜਿਹੜੀ ਝੂਠੀਆਂ ਖਬਰਾਂ ਸੰਸੇ ਫੈਲਾ ਕੇ ਕਰ ਦੇਵੇ। ਪ੍ਰਤੀਨਿਧ ਪੱਤਰਕਾਰੀ ਉਹ ਹੈਗੀ ਆ ਜਿਵੇਂ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪ੍ਰੀਤਲੜੀ ਕੱਢਿਆ ਸੀ ਤੇ ਦੁਨੀਆ ਦੀਆਂ ਜਿਹੜੀਆਂ ਯਾਦਾਂ, ਆਪਣੇ ਤਬਦੀਲੀਆਂ, ਉਹਨਾਂ ਦਾ ਜੀਵਨ ਸਟਾਈਲ ਜਿਹੜਾ ਸੀਗਾ ਚੇਂਜ ਕਰ ਦਿੱਤਾ। ਪੰਜਾਬੀ ਟ੍ਰਿਬਿਊਨ ਦਾ ਜਿਹੜਾ ਸੰਡੇ ਐਡੀਸ਼ਨ ਹੈਗਾ, ਨਵਾਂ ਜ਼ਮਾਨਾ ਦਾ ਜਿਹੜਾ ਐਤਵਾਰ ਦਾ ਹੈਗਾ, ਉਹ ਪ੍ਰਤੀਨਿਧ ਤੇ ਸਾਹਿਤ ਦੀ ਪ੍ਰਤੀਨਿਧਤਾ ਕਰਦਾ। ਇਸੇ ਤਰ੍ਹਾਂ ਭਾਜੀ ਮੁਲਕ ਨੇ ਆਪਣੇ ਪੰਜਾਬ ਟਾਈਮਜ਼ ਅਖਬਾਰ ਨੂੰ ਪ੍ਰਤੀਨਿਧ ਅਖਬਾਰ ਦੇ ਤੌਰ ਤੇ ਪੇਸ਼ ਕੀਤਾ ਨੇ। ਕਦੇ ਵੀ, ਜਿਵੇਂ ਪਹਿਲਾਂ ਦੱਸ ਚੁੱਕੇ ਆ, ਉਹਨੂੰ ਮੈਂ ਦੁਹਰਾਉਣਾ ਨਹੀਂ, ਕਦੀ ਵੀ ਇਹੋ ਜਿਹੇ ਇਸ਼ਤਿਹਾਰ ਨਹੀਂ ਦਿੱਤੇ। ਆਰਥਿਕ ਔਕੜਾਂ ਦੇ ਨਾਲ ਜੂਝਦਾ ਹੋਇਆ ਵੀ ਇੱਕ ਵਾਰੀ ਉਹਨਾਂ ਨੇ ਦੱਸਿਆ ਕਿ ਕਿਵੇਂ, ਮੈਂ ਮਾਫ ਕਰਨਾ, ਮੈਂ ਕਹਿਣਾ ਚਾਹੂੰਗਾ ਇਸ ਗੁਰਦੁਆਰੇ ਦੇ ਨਹੀਂ, ਕੁਝ ਗੁਰਦੁਆਰੇ ਜਿਵੇਂ ਨਿਊਯਾਰਕ ਦੇ ਸੀਗੇ, ਉਹਨਾਂ ਨੂੰ ਇਸ਼ਤਿਹਾਰ ਤਾਂ ਦਿੱਤੇ ਪਰ ਉਹਨਾਂ ਨੂੰ ਕਦੇ ਪੈਸੇ ਨਹੀਂ ਦਿੱਤੇ। ਆਖਰ ਉਹਨਾਂ ਨੂੰ ਉਹ ਇਸ਼ਤਿਹਾਰ ਜਿਹੜੇ ਆ ਉਹਨਾਂ ਦੇ ਜਿਹੜੇ ਅਸੀਂ ਆਪਣੀਆਂ ਰਿਪੋਰਟਿੰਗ ਜਿਹੜੀਆਂ ਬੰਦ ਕਰਨੀਆਂ ਪਈਆਂ। ਮਤਲਬ ਉਹ ਇਸੇ ਢੰਗ ਨਾਲ ਡਟੇ ਰਹੇ ਕਿ ਅਸੀਂ, ਮੈਂ ਅਖਬਾਰ ਚੱਲੇ ਨਾ ਚੱਲੇ, ਪਰ ਮੈਂ ਆਪਣਾ ਇਹਦਾ ਜਿਹੜਾ ਸਟੈਂਡਰਡ ਹੈਗਾ, ਜਿਹੜਾ ਇਹਦਾ ਮਿਆਰ ਹੈਗਾ, ਉਹਨੂੰ ਕਦੀ ਨੀਵਾਂ ਨਹੀਂ ਹੋਣ ਦੇਣਾ ਹੈ। ਦੂਸਰੀ ਗੱਲ, ਪਿਛਲੀ ਵਾਰੀ ਜਦੋਂ ਮੈਂ ਇਹਨਾਂ ਨੂੰ ਵੇਖਿਆ 1 ਸਾਲ ਪਹਿਲਾਂ ਮਾਰਚ ਵਿੱਚ, ਉਦੋਂ ਮੇਰੇ ਉਸਤਾਦ ਪ੍ਰੋਫੈਸਰ ਨਰਿੰਦਰ ਸਿੰਘ ਢੇਸੀ ਦਾ ਸੰਸਕਾਰ ਸੀਗਾ ਇੰਡੀਅਨਾਪੋਲਿਸ ਵਿੱਚ, ਤੇ ਅਸੀਂ ਉਦੋਂ ਪੈਂਸਿਲਵੇਨੀਆ ਅਸੀਂ 700-800 ਮੀਲ ਗੱਡੀ ਚਲਾ ਕੇ ਅਸੀਂ ਉੱਥੇ ਆਏ ਤੇ ਆਉਂਦੇ ਹੋਏ ਇਹਨਾਂ ਨੂੰ ਭਾਜੀ ਉਹਨਾਂ ਨੂੰ ਰੋਕੇ ਗਏ ਤੇ ਇਹਨਾਂ ਨੇ ਅੱਖਾਂ ਦੇ ਇਸ਼ਾਰਿਆਂ ਵਿੱਚ ਹੀ ਸਾਨੂੰ ਕਹੀ ਜਾਣ ਬੈਠੋ 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 ਹੋਰ ਬੈਠੋ, ਪਰ ਮਜਬੂਰੀ ਸੀ। ਮਤਲਬ ਕਹਿਣ ਦਾ ਇਹ ਹੈ ਕਿ ਇਹਨਾਂ ਦੇ ਦੋਸਤ ਮਿੱਤਰ ਵੀ ਉਹੋ ਜਿਹੇ ਸਨ, ਜਿਵੇਂ ਡਾਕਟਰ ਬਲਕਾਰ ਸਿੰਘ, ਡਾਕਟਰ ਹਰਪਾਲ ਸਿੰਘ ਪੰਨੂ, ਅਮਰਜੀਤ ਸਿੰਘ ਪ੍ਰਾਰ ਤੇ ਕੁਲਦੀਪ ਸਿੰਘ ਸਰਾ ਤੇ ਹੋਰ ਜਿਹੜੇ ਬੰਦੇ ਬਹੁਤ ਜਿਹੜੇ ਸੂਝਵਾਨ ਦ੍ਰਿਸ਼ਟੀ ਵਾਲੇ, ਦੂਰ ਦ੍ਰਿਸ਼ਟੀ ਵਾਲੇ, ਜਿਨ੍ਹਾਂ ਨੇ ਅਖਬਾਰ ਨੂੰ ਚੱਲਦਾ ਰੱਖਿਆ ਹੁਣ ਤੱਕ ਤੇ ਜਾਂ ਅਖਬਾਰ ਦੀਆਂ ਨੀਹਾਂ ਨੂੰ ਐਸੇ ਤਰ੍ਹਾਂ ਭਰ ਦਿੱਤਾ, ਸੱਚ ਦੀ ਆਵਾਜ਼ ਬਣਾ ਕੇ ਭਰ ਦਿੱਤਾ ਕਿ ਉਹ ਹੁਣ ਤੱਕ ਕਾਇਮ ਹੈ। ਮੈਨੂੰ ਪੂਰੀ ਤਸੱਲੀ ਆ। ਮੈਂ ਅਖੀਰ ਵਿੱਚ ਇਹ ਗੱਲ ਕਹਿਣੀ ਚਾਹੁੰਦਾ ਕਿ ਭੈਣ ਜੀ ਜਸਪ੍ਰੀਤ, ਉਹਨਾਂ ਦਾ ਬੇਟਾ ਮਨਦੀਪ, ਉਹਨਾਂ ਦੀ ਨੂੰਹ ਰਾਣੀ ਸੰਦੀਪ ਤੇ ਉਹਨਾਂ ਦੀ ਟੀਮ, ਸਮੁੱਚੀ ਟੀਮ, ਤੇ ਤੁਸੀਂ ਸਾਰੇ ਲੋਕ ਜਿਹੜੇ ਪੰਜਾਬ ਟਾਈਮ ਨੂੰ ਸਪੋਰਟ ਕਰਦੇ ਹੋ, ਹੁਣ ਵੀ ਕਰਦੇ ਹੋ, ਫਿਰ ਵੀ ਕਰਦੇ ਰਹੋਗੇ, ਉਹਦੀ ਪੂਰੀ ਤਸੱਲੀ ਹੈ। ਤੇ ਅਸੀਂ ਹਮੇਸ਼ਾ ਲਿਖਤਾਂ ਰਾਹੀਂ ਜਿਵੇਂ ਅੱਗੇ ਕਰਦੇ ਰਹੇ ਹਾਂ, ਇਹਨਾਂ ਦਾ ਸਾਥ ਦਿੰਦੇ ਰਵਾਂਗੇ। ਇੱਕ ਗੱਲ ਮੈਂ ਅਖੀਰ ਵਿੱਚ ਕਮੈਂਟ ਕਰਨੀ ਚਾਹਾਂਗਾ। ਸਾਡੇ ਇੱਕ ਬਹੁਤ ਹੀ ਇਨਕਲਾਬੀ ਸ਼ਾਇਰ ਹੋਏ ਨੇ ਪੰਜਾਬੀ ਦੇ, ਸੰਤ ਰਾਮ ਉਦਾਸੀ, ਉਹਨਾਂ ਨੇ ਇੱਕ ਜਗ੍ਹਾ ਲਿਖਿਆ ਸੀਗਾ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ, ਜੀਵਨ ਤੋਂ ਮੌਤ ਤਾਈਂ ਆਉਂਦੇ ਨੇ ਬੜੇ ਚੁਰਾਹੇ, ਜਿਸ ਦਾ ਹੈ ਪੰਧ ਵੱਖਰਾ ਉਸੇ ਰਾਹ ਜਾਇਓ, ਉਸੇ ਰਾਹ ਜਾਇਓ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਅਗਲੇ ਬੁਲਾਰੇ ਨੇ ਸਾਧ ਸੰਗਤ ਜੀ ਸਪਰਿੰਗਫੀਲਡ ਤੋਂ ਵੀਰ ਜੀ ਆਏ ਨੇ ਅਵਤਾਰ ਸਿੰਘ। ਮੈਂ ਬੇਨਤੀ ਕਰਦਾ ਹਾਂ ਵੀਰ ਜੀ ਅਵਤਾਰ ਸਿੰਘ ਨੂੰ ਕਿ ਸੰਗਤਾਂ ਦੇ ਨਾਲ ਆਪਣੇ ਸ਼ਬਦ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਟਾਈਮਜ਼ ਦੇ ਬਾਨੀ ਸਰਦਾਰ ਮੁਲਕ ਸਿੰਘ ਜੀ ਦੀ ਬਰਸੀ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਾਧ ਸੰਗਤ ਜੀ ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਰਾਵ ਨਕੋਰ ਹੈ, ਨਾ ਰੰਗ ਨਾ ਤੁਮ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ।
ਮੇਰੇ ਰੰਗਲੇ ਜਾਏ ਸੁਤੇ ਜੀ ਰਾਮ ਕੀਰਤਨ ਜਥੇ ਨੇ ਗੁਰਦੁਆਰਾ ਸਾਹਿਬ ਜੀ ਦੇ ਆਪ ਸਭ ਨੂੰ ਮੇਰਾ ਵੀ ਕੀਰਤਨ ਦੁਆਰਾ। ਦਰਸ਼ਕੋ, ਅੱਜ ਦੀ ਪੇਸ਼ਕਸ਼ ਸੀ ਅਸੀਂ ਸਰਦਾਰ ਅਮੋਲਕ ਸਿੰਘ ਜੰਮੂ ਦੇ ਪਹਿਲੀ ਬਰਸੀ ਦੇ ਉੱਤੇ ਅਸੀਂ ਸ਼ਿਕਾਗੋ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਸੀਗੇ, ਪੈਲਾਟਾਈਨ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਸੀ ਤੇ ਅਸੀਂ ਇਹ ਪੇਸ਼ਕਸ਼ ਕੀਤੀ ਸੀ ਕਿਉਂਕਿ ਉਹਨਾਂ ਦੀ ਸੋਚ, ਜਿੱਦਾਂ ਸੰਤ ਰਾਮ ਉਦਾਸੀ ਨੇ ਕਿਹਾ ਸੀਗਾ ਕਿ ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਅਗੇਨ ਗੁਰਬਾਣੀ ਦਾ ਹੈਗਾ ਕਿ ਉਹ ਆਪਦੀ ਸੋਚ ਪੰਜਾਬ ਟਾਈਮ ਰਾਹੀਂ ਹਰੇਕ ਹਫਤੇ ਲਵਾਉਂਦੇ ਰਹਿੰਦੇ ਆ। ਉਹਨਾਂ ਦਾ ਜਿਹੜਾ ਅਰਦਾਸ ਕਰਦੇ ਆ ਕਿ ਉਹਨਾਂ ਦਾ ਹੱਕ ਸੱਚ ਦੀ ਆਵਾਜ਼ ਜਿੱਦਾਂ ਉਹ ਚੱਕਦੇ ਰਹੇ ਆ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੰਜਾਬ ਟਾਈਮ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ। ਦਰਸ਼ਕੋ, ਆਪਣੇ ਨਾਲ ਇੱਕ ਉਚੇਚੇ ਮਹਿਮਾਨ ਬਣ ਗਏ, ਇਹਨਾਂ ਨੂੰ ਪੁੱਛਦੇ ਹਾਂ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਥੈਂਕ ਯੂ। ਤੇ ਤੁਸੀਂ 2 ਵਰਡ ਕਹੋਗੇ ਜੀ ਸਰਦਾਰ ਅਮੋਲਕ ਸਿੰਘ ਜੰਮੂ ਦੀ? ਜੀ, ਅਮੋਲਕ ਸਿੰਘ ਜੰਮੂ ਜੀ ਸਾਡੇ ਬੜੇ ਹਰਮਨ ਪਿਆਰੇ ਸ਼ਿਕਾਗੋ ਦੇ ਸੀਗੇ ਜੀ। ਉਹਨਾਂ ਨੇ ਸਾਡੇ ਲਈ ਬਹੁਤ ਕੰਮ ਕੀਤਾ ਜੀ, ਇੱਥੋਂ ਤੱਕ ਕਿ ਉਹਨਾਂ ਦੀ ਸਿਹਤ ਨਹੀਂ ਵੀ ਕੰਮ ਕਰਦੀ ਸੀਗੀ ਜੀ, ਪਰ ਮੈਂਟਲੀ ਪੈਨ ਵੀ ਚੱਕ ਕੇ ਨਹੀਂ ਕੰਮ ਕਰਦੇ ਸੀ, ਪਰ ਹੀ ਨੈਵਰ ਗਿਵ ਅਪ ਹਿਸ ਵਰਕ। ਸੋ ਇਸ ਲਈ ਸਾਡੀ ਜਿਹੜੀ ਸ਼ਿਕਾਗੋ ਦੀ ਸੰਗਤ ਹੈਗੀ ਆ, ਵੀ ਆਰ ਪ੍ਰਾਊਡ ਆਫ ਦੈਟ ਹੈਵਿੰਗ ਅ ਜਿਮ ਲਾਈਕ ਇਨ ਸ਼ਿਕਾਗੋ। ਸੋ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਵੀ ਲੋਸਟ ਅ ਜਿਮ ਬਟ ਹੀ ਵਰਕਡ ਟਿਲ ਹਿਸ ਲਾਸਟ ਡੇ। ਹੀ ਗੇਵ ਅਸ ਸੋ ਮਚ। ਹੁਣ ਜਦੋਂ ਵੀ ਅਸੀਂ ਉਹਦੀਆਂ PDF ਫਾਈਲਾਂ ਜਦੋਂ ਵੀ ਦੇਖਦੇ ਹਾਂ, ਵੀ ਕੈਨ ਓਪਨ ਐਨੀ ਟਾਈਮ। ਕਦੇ ਵੀ ਮੈਂ ਟਰੈਵਲ ਕਰਦਾ ਹਾਂ ਪਲੇਨ ਦੇ ਵਿੱਚ, ਜਦੋਂ ਵੀ ਉਹ ਪੰਜਾਬ ਟਾਈਮਜ਼ USA ਕਰੀਦਾ ਆ, PDF ਫਾਈਲਾਂ ਪਈਆਂ ਜਦੋਂ ਦੀਆਂ ਮਰਜ਼ੀ ਚੱਕ ਕੇ ਪੜ੍ਹਦੇ ਰਹੋ। ਤੇ ਮੇਰੇ ਨਾਲ ਤਾਂ ਉਹਨਾਂ ਨੇ ਸਾਥ ਬੜਾ ਦਿੱਤਾ ਸੀ। ਸੌਰੀ, ਮੈਮੋਰੀਅਲ ਡੇ ਪਰੇਡਾਂ ਵਿੱਚ ਅਸੀਂ ਜਾਂਦੇ ਹੈਗੇ ਹਾਂ। ਹੀ ਗਿਵ ਅਸ ਆਲ ਦੀ ਟਾਈਮ ਬਿਗ ਹੈਲਪ ਬਿਕਾਜ਼ ਹੀ ਕੰਟੀਨਿਊ ਦੀ ਸਿੱਖੀ ਦਾ ਮੈਸੇਜ ਤੇ ਪੰਜਾਬੀ ਦਾ ਮੈਸੇਜ। ਤੇ ਥੈਂਕਸ ਫॉर ਕਮਿੰਗ ਐਂਡ ਵੀ ਰੀਅਲੀ ਐਪਰੀਸ਼ੀਏਟ ਯੂ। ਥੈਂਕ ਯੂ। ਓਕੇ ਜੀ, ਸਤਿ ਸ਼੍ਰੀ ਅਕਾਲ। ਦਰਸ਼ਕੋ, ਅਸੀਂ ਅਖੀਰਲੇ ਜਿਹੜੇ ਹੈਗੇ ਆ ਟਾਈਮ ਐਸ ਸਪੈਸ਼ਲ ਪ੍ਰੋਗਰਾਮ ਸਰਦਾਰ ਅਮੋਲਕ ਸਿੰਘ ਜੰਮੂ ਦੇ ਪੰਜਾਬ ਟਾਈਮ ਦੇ ਜਿਹੜੇ ਬਾਨੀ ਸੀਗੇ, ਉਹਨਾਂ ਦੀ ਪਹਿਲੀ ਬਰਸੀ ਤੇ ਲੈ ਕੇ ਪੈਲਾਟਾਈਨ ਗੁਰੂ ਘਰ ਵਿਖੇ ਅਸੀਂ ਆਏ ਸੀਗੇ। ਉਹਨਾਂ ਦੀ ਜਿਹੜੀ ਪਹਿਲੀ ਬਰਸੀ ਤੇ ਬਹੁਤ ਉਚੇਚਾ ਪ੍ਰੋਗਰਾਮ ਅਸੀਂ ਪੈਲਾਟਾਈਨ ਗੁਰਦੁਆਰੇ ਕੀਤਾ। ਤੇ ਅਗੇਨ ਅਖੀਰ ਦੇ ਵਿੱਚ ਮੈਂ ਕਹੂੰਗਾ ਕਿ ਜਾਣਾ ਸਭ ਨੇ ਆ, ਸੱਜਣ ਮੇਂਡੇ ਰੰਗਲੇ ਜਾਏ ਸੁਤੇਜੀ ਰਾਣ। ਉਸ ਮਹਾਵਾਕ ਅਨੁਸਾਰ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਤੇ ਅਸੀਂ ਅਰਦਾਸ ਕਰਦੇ ਹਾਂ ਹੱਕ ਸੱਚ ਦੀ ਜਿਹੜੀ ਆਵਾਜ਼ ਉਹ ਚੱਕਦੇ ਰਹੇ। ਅਦਾਰਾ ਜਸ ਪੰਜਾਬੀ ਵੀ ਹੱਕ ਸੱਚ ਤੇ ਆਵਾਮ ਦੀ ਆਵਾਜ਼ ਹੈ, ਉਹ ਚੱਕਦੇ ਰਹੇ ਆ। ਅਮੋਲਕ ਸਿੰਘ ਜੰਮੀ ਨੂੰ ਅਸੀਂ ਜਸ ਪੰਜਾਬੀ ਅਦਾਰਾ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਅਰਦਾਸ ਕਰਦਾ ਉਹਨਾਂ ਦੀ ਪੰਜਾਬ ਟਾਈਮ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਆਸ਼ਾ ਕਰਦੇ ਹਾਂ ਉਹਨਾਂ ਦੀ ਪਹਿਲੀ ਬਰਸੀ ਤੇ ਇਹ ਜਿਹੜਾ ਸਮਾਗਮ, ਇਹ ਜਿਹੜਾ ਪ੍ਰੋਗਰਾਮ ਅਦਾਰਾ ਜਸ ਪੰਜਾਬੀ ਨੇ ਤੁਹਾਡੇ ਰੂਬਰੂ ਕੀਤਾ, ਤੁਹਾਨੂੰ ਪਸੰਦ ਆਇਆ ਹੋਊਗਾ। ਅਖੀਰ ਦੇ ਵਿੱਚ ਮੈਨੂੰ ਗੁਰਲਾਲ ਨੂੰ ਦੀ ਇਜਾਜ਼ਤ। ਧੰਨਵਾਦ ਹੈ ਪੂਰਾ ਸੰਗਤਾਂ ਦਾ ਇੱਥੋਂ ਦੇ ਸ਼ਿਕਾਗੋ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।